ਮੁਨ ਮਨ ਕਿਰਪਾਲ ਗੁਣ ਗਣ ਦਿਆਲ। ਮੁਨ ਮਨ ਕਿਰਪਾਲ, ਜਿਹੜਾ ਮਨ ਹੈ ਮੁੰਨਿਆ ਹੋਇਆ, ਜਿਹੜਾ ਮਨ ਹੈ ਨਾ, ਮਨ ਮੁੰਡਿਆ ਨਹੀਂ, ਜਿਹੜੇ ਮਨ ਚੋਂ ਇੱਛਾ ਨਹੀਂ ਨਾ ਨਿਕਲਦੀ ਬਾਹਰ ਪ੍ਰਾਪਤੀ ਦੀ ਕੁਛ, ਉਹੀ ਮਨ ਕਿਰਪਾਲ ਹੁੰਦਾ। ਦੇਣ ਦੀ ਇੱਛਾ ਉਸ ਮਨ ਚ ਹੈ ਜਿਹਦੇ ਵਿੱਚ ਲੈਣ ਦੀ ਇੱਛਾ ਨਾ ਹੋਵੇ। ਜਦੋਂ ਸਿਰਿੰਜ ਸੂਈ ਅਸੀਂ ਟੀਕਾ ਲਾਉਂਦੇ ਹਾਂ ਨਾ, ਉਦੋਂ ਭਰਿਆ ਨਹੀਂ ਜਾ ਸਕਦਾ। ਜੇ ਮਨ ਵਿੱਚ ਲੈਣ ਦੀ ਇੱਛਾ ਤਾਂ ਉਸ ਵੇਲੇ ਦੇਣ ਦੀ ਇੱਛਾ ਨਹੀਂ ਹੁੰਦੀ। ਜਿਹੜੇ ਲੋਕ ਸਮਾਧੀ ਲਾ ਕੇ ਰਿੱਧ ਸਿੱਧ ਦੀ ਇੱਛਾ ਰੱਖਦੇ ਨੇ, ਉਹ ਦਿਆਲ ਨਹੀਂ ਹੋ ਸਕਦੇ, ਦੇ ਨਹੀਂ ਸਕਦੇ ਕਿਸੇ ਨੂੰ ਕੁਛ। ਗੱਲ ਇਹ ਕਹੀ ਹੋਈ ਹੈ। ਉਹਨਾਂ 'ਚ ਉਹ ਕਿਰਪਾਲ ਹੁੰਦੇ ਹੀ ਨਹੀਂ। ਪਰਮੇਸ਼ਰ ਸਾਰਿਆਂ ਨੂੰ ਦੇਖਦਾ, ਸਾਨੂੰ ਤਾੜੀ ਲਾ ਕੇ ਦੇਖਦਾ, ਜਾਗਦਾ ਰਹਿੰਦਾ, ਕਦੇ ਸੁਣਦਾ ਨਹੀਂ। ਧਿਆਨ ਸਾਡੇ 'ਚ ਹਰ ਵਕਤ ਉਹਦਾ। ਇਸ ਕਰਕੇ ਉਹ ਦਿਆਲ ਹੈ। ਦੇਣ ਦੀ ਇੱਛਾ, ਉਹਦੇ ਲੈਣ ਦੀ ਇੱਛਾ ਹੈ ਹੀ ਨਹੀਂ। ਜਿੱਥੇ ਲੈਣ ਦੀ ਇੱਛਾ ਉੱਥੇ ਦੇਣ ਦੀ ਇੱਛਾ ਨਹੀਂ ਹੋ ਸਕਦੀ। ਜੇ ਦੇਣ ਦੀ ਇੱਛਾ ਤਾਂ ਲੈਣ ਦੀ ਨਹੀਂ ਹੋ ਸਕਦੀ। ਇੱਕੋ ਇੱਛਾ ਰਹੋ ਇੱਕ ਟਾਈਮ। ਜੋ ਲੇਵਾ ਸੋ ਦੇਵਾ ਨਹੀਂ। ਜੋ ਐ ਹੱਥ ਕਰਨ ਲੱਗ ਗਿਆ ਉਹ ਐ ਨਹੀਂ ਕਰ ਸਕਦਾ। ਜੋ ਮੰਗਤਾ ਹੋ ਗਿਆ ਮੰਗਤਾ ਹੀ ਰਹੂਗਾ, ਦਾਤਾ ਨਹੀਂ ਹੋ ਸਕਦਾ। ਉਹ ਕਹਿੰਦੇ ਮੰਗਤਾ ਹੋਣਾ ਦਾ ਚੰਗਾ, ਪਰ ਨਾਮ ਦਾ ਮੰਗਤਾ ਹੋਣਾ ਚੰਗਾ, ਨਾਮ ਦਾ ਦਾਤਾ ਹੋਣਾ ਨਹੀਂ ਚੰਗਾ। ਨਾਮ ਦਾ ਦਾਤਾ ਹੋਣਾ, ਨਾਮ ਦਾ ਦਾਤਾ ਤਾਂ ਕੋਈ ਹੈ। ਦਾਤਾ ਤਾਂ ਵੈਸੇ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਹੈ। ਜੇ ਨਾਮ ਦਾ ਦਾਤਾ ਬਣ ਗਿਆ ਤਾਂ ਭੁੱਲ ਜਾਂਦਾ, ਲੈਣਾ ਛੱਡ ਦਿੰਦਾ। ਲੈਣਾ ਜਾਂ ਹਰ ਵਿਸਰ ਜਾਂਦਾ, ਖੁਆਰੀ ਸ਼ੁਰੂ ਹੋ ਜਾਂਦੀ। ਨਾਮ ਦੀ ਭੁੱਖ ਕਦੇ ਖਤਮ ਨਹੀਂ ਹੋਣੀ ਚਾਹੀਦੀ। ਖਤਮ ਹੋਈ ਖਤਰਨਾਕ ਹੈ। ਮਾਇਆ ਦੀ ਭੁੱਖ ਜਾਗਣੀ ਨਹੀਂ ਚਾਹੀਦੀ। ਜੇ ਮਾਇਆ ਦੀ ਭੁੱਖ ਜਾਗੀ ਉਹ ਖਤਮ ਹੋ ਜਾਣੀ ਹੈ। ਜਿੱਦਣ ਮਾਇਆ ਦੀ ਭੁੱਖ ਖਤਮ ਹੋ ਗਈ, ਨਾਮ ਦੀ ਭੁੱਖ ਪੈਦਾ ਹੋ ਗਈ, ਉਹਦੇ ਬਾਅਦ ਨਾਮ ਦੀ ਭੁੱਖ ਲਗਾਤਾਰ ਲੱਗੀ ਹੋਈ ਰਹਿਣੀ ਚਾਹੀਦੀ ਹੈ। ਜਦ ਬੱਚਾ ਸੌਂ ਜਾਂਦਾ ਹੈ, ਦੁੱਧ ਚਾਹੇ ਉਹਦਾ ਮੂੰਹ ਦੇ ਵਿੱਚ ਹੋਵੇ, ਫਿਰ ਪੀ ਨਹੀਂ ਰਿਹਾ ਹੁੰਦਾ। ਉਹ ਪੀਂਦਾ ਜਾਗਦਾ ਹੀ ਹੈ। ਚੁੰਗਣੀ ਮੂੰਹ 'ਚ ਹੁੰਦੀ ਹੈ, ਦੁੱਧ ਨਹੀਂ ਪੀ ਰਿਹਾ। ਬਸ ਇਹ ਵੀ ਇਹ ਕਰਦਾ। ਉਹ ਭੁੱਲ ਜਾਂਦਾ, ਸੌਂ ਜਾਂਦਾ, ਸੁਪਨਾ ਸ਼ੁਰੂ ਹੋ ਜਾਂਦਾ। ਸੁਪਨਾ ਸ਼ੁਰੂ ਹੋ ਗਿਆ, ਜਨਮ ਹੋ ਜਾਂਦਾ। ਸੁਪਨਾ ਸ਼ੁਰੂ ਹੋਣਾ ਜਨਮ। ਜੇ ਸੌਂ ਜਾਊਗਾ, ਸੁੱਤੇ ਪਏ ਨੂੰ ਸੁਪਨਾ ਆਊ ਨਾ। ਪਹਿਲਾਂ ਸੌਂਗਾ, ਸੁਪਨਾ ਫੇਰ ਆਊਗਾ। ਹਾਂਜੀ। ਗੁਣ ਗਣ ਦਿਆਲ ਮੁਨ ਮਨ ਕਿਰਪਾਲ। ਗੁਣ ਗਣ ਦਿਆਲ। ਗੁਣ ਗਣ ਬਹੁਤ ਸਾਰੇ ਗੁਣ ਨੇ, ਔਰ ਦੇਣ ਦੀ ਇੱਛਾ। ਇੰਨੇ ਗੁਣ ਨੇ, ਔਰ ਜਿੰਨੇ ਗੁਣ ਦਿੰਦਾ ਉਨੇ ਹੀ ਵੱਧਦੇ ਨੇ। ਕੋਈ ਗੁਣ ਹੈ ਜਿੰਨਾ ਉਹ ਪੜ੍ਹਾਊਗਾ ਉਹਨਾਂ ਉਹ ਸਗੋਂ ਉਹਦੇ 'ਚ ਗੁਣ ਉਹਨਾਂ ਜ਼ਿਆਦਾ ਵਧੂਗਾ। ਇਹ ਪ੍ਰੈਕਟੀਕਲ ਦੇ ਵਿੱਚ ਵੀ ਜਿਹੜੇ ਲੋਕ ਕਰਦੇ ਨੇ ਪ੍ਰੈਕਟਿਸ, ਡਾਕਟਰ ਨੇ ਜਿਉਂ ਉਹ ਪ੍ਰੈਕਟਿਸ ਕਰਦੇ ਨੇ ਜਾਂ ਪੜ੍ਹਾਉਂਦੇ ਨੇ, ਉਹਦੇ 'ਚ ਉਹ ਜਿਹੜੀ ਕਾਬਲੀਅਤ ਉਹਦੀ ਵੱਧਦੀ ਹੈ। ਗਿਆਨ ਦੇ ਵਿਸ਼ੇ 'ਚ ਇਹੀ ਗੱਲ ਹੈ। ਜਿੰਨਾ ਕੋਈ ਵੰਡੂਗਾ ਗਿਆਨ ਉਹਨਾਂ ਵੱਧਦਾ ਹੀ ਹੈ। ਹਾਂਜੀ। ਸਭ ਮਤ ਸੋ ਢਾਲ, ਸੁਭ ਮਤ ਸੋ ਢਾਲ। ਜਿਹੜੀ ਮਤ ਸੀ ਸ਼ੁਭ ਬਣਾ ਲਈ ਢਾਲ। ਸ਼ੁਭ ਮਤ ਕੀ ਹੈ? ਦੇਣ ਦੀ ਇੱਛਾ ਹੀ ਰੱਖਣੀ ਹਰ ਵਕਤ। ਇਸ ਨਹੀਂ ਕੀ ਕਰਦੇ ਸੰਤ? ਲੈ ਤੈਨੂੰ ਹੁਣੇ ਹੀ ਦੱਸਦੀ ਹੈ ਕੋਈ, ਕੱਲ ਹੈ ਜੋ ਤੂੰ ਆਇਆ। ਇਹਨਾਂ ਨੂੰ ਕੁਛ ਹੈ ਨਹੀਂ ਕੋਲ, ਦਿਆਲ ਨਹੀਂ ਹੈ ਵੀ ਨਹੀਂ ਕੋਲ ਕੁਛ ਦੇਣ। ਜਿਹਦੇ ਕੋਲ ਸਮੁੰਦਰ, ਸਮੁੰਦਰ ਨੇ ਕਦੇ ਕਿਹਾ, ਦਰਿਆ ਨੇ ਕਦੇ ਕਿਹਾ ਵੀ ਥੋੜਾ ਪਾਣੀ ਪੀ ਮੇਰਾ। ਇਹ ਆ ਜੋ ਠਹਿਰ ਜਾ, ਨਾ ਪਾਣੀ ਪੀ। ਦਰਿਆ ਵਗਦਾ, ਉਹਦਾ ਪਾਣੀ ਗਾਂਹ ਲੰਘ ਜਾਣਾ। ਦਰਿਆ ਦੇ ਕਿਹੜਾ ਕੋਲ ਖੜਾ ਰਹਿਣਾ।
ਦਰਿਆ ਦੇ ਕਿਸ ਕੰਮ, ਜੇ ਪੀ ਲੂਗਾ ਕਿਸ ਕੰਮ ਆ ਜੂਗਾ, ਜੇ ਗਾਹਾਂ ਲਾਂਗੇ ਉਹਦੇ ਕੰਮ ਨਹੀਂ ਹੋਣਾ। ਕਿਨਾਰੇ ਦੇ ਕਿਸ ਕੰਮ, ਉਸ ਕਿਨਾਰੇ ਦੇ ਕਿਸ ਕੰਮ ਜਿੱਥੋਂ ਪਾਣੀ ਪੀਤਾ ਹੀ ਨਹੀਂ ਗਿਆ, ਐਵੇਂ ਲੰਘ ਗਿਆ। ਕਿਨਾਰੇ ਨੂੰ ਫਿਕਰ ਹੈ ਜਿੱਥੋਂ ਪਾਣੀ ਲੰਘਦਾ ਹੈ, ਜਿੰਨੇ ਲੋਕ ਪੀ ਲੈਣ ਉਨਾ ਹੀ ਚੰਗਾ ਹੈ, ਉਨੀ ਉੱਥੇ ਰੌਣਕ ਲੱਗੀ ਰਹੂਗੀ। ਨਹੀਂ ਤਾਂ ਕਿਨਾਰਾ ਤਾਂ ਆਦਮੀ ਨੂੰ ਡਿੱਗਦਾ ਰਹੂਗਾ, ਕਿਸੇ ਇਕੱਲਾ ਰਹਿ ਜੂਗਾ। ਤਾਂ ਚਾਹੇ ਜਾਨਵਰੇ ਪੀਣ ਆ ਕੇ ਪਾਣੀ, ਕੋਈ ਵੀ ਪੀਵੇ, ਪੀਣ ਵਾਸਤੇ ਹੈ ਨਾ। ਘਾਟ ਮਸ਼ਹੂਰ ਹੁੰਦੇ ਨੇ ਦਰਿਆ ਦੇ, ਦਰਿਆ ਮਸ਼ਹੂਰ ਨਹੀਂ ਹੁੰਦਾ। ਘਾਟ ਵਾਲੀ ਜਗ੍ਹਾ ਮੇਲਾ ਲੱਗਦਾ, ਘਾਟ ਵਾਲੀ ਜਗ੍ਹਾ ਹੀ ਲੋਕ ਲੰਘਦੇ ਨੇ। ਘਾਟ ਵਾਲੀ ਜਗ੍ਹਾ ਕੋਈ ਬੈਠਦਾ, ਘਾਟ ਵਾਲੀ ਜਗ੍ਹਾ ਕੋਈ ਪਾਣੀ ਪੀਂਦਾ। ਜਿੱਥੇ ਘਾਟ ਨਹੀਂ, ਦਰਿਆ 'ਚ ਕੋਈ ਵੜੇ ਨਹੀਂ ਸਕਦਾ, ਉੱਥੋਂ ਦਰਿਆ ਦੀ ਕੋਈ ਕੀਮਤ ਨਹੀਂ ਹੁੰਦੀ। ਉੱਥੇ ਦੀ ਦਰਿਆ ਦੀ ਕੋਈ ਗੱਲ ਵੀ ਨਹੀਂ ਕਰਦਾ, ਗੱਲ ਵੀ ਘਾਟ ਦੀ ਉਹ ਕਰਦਾ। ਮੈਨੂੰ ਘਾਟ 'ਤੇ ਮਿਲਿਆ ਸੀ, ਕੋਈ ਮਿਲੂ ਘਾਟ 'ਤੇ ਹੀ ਮਿਲੂਗਾ। ਸੰਗਤ ਦੇ ਵਿੱਚ ਆ ਕੇ ਮਿਲੂਗਾ, ਸੰਗਤ ਘਾਟ 'ਤੇ ਹੀ ਹੋਊਗੀ, ਹੋਰ ਕਿੱਥੇ ਹੋਊਗੀ? ਉੱਥੇ ਹੀ ਹੋਊਗੀ ਸੰਗਤ। ਉਹ ਸੰਗਤ ਦੀ ਉਹ ਗੱਲ ਚੱਲੂਗੀ। शिव जी कला ही देखा जाऊगा, कदे शिव जी को संगत बैठी नहीं देखी जाती। जोड़ा इन्हों का शिव जी है ना, कला देखा जाता मां या तो जद वो घर वाली न्याणा होंगे एक, कदे संगत नहीं होती होंगी। संगत नूं देण नूं कुछ नहीं, संगत उत्थे ही जुड़ती है जिथे गुण गण उदार कृपाल दयाल होवे, उमुल गुण उमुल व्यापार होवे, अथाह गुण होण मुकने ना, उत्थे संगत जाती। दृढ़ बृत कराल, दृढ़ बृति हुण कराल बृति दृढ़ करदा है, भयानक भयानक वृत्ति। भयानक आते मुर्दा भगत नहीं है, हुण जिंदा जालम। कराल कीते है, गुस्सा कीते करदा है, पाप तन पीतर कंपा। पाप हथ बन के नहीं मनते, जे पापा नूं हथ बने ना भी तुसीं मारे चले जाओ छड्ड के नहीं मनते। ये लातों के भूत ने, बातों से नहीं मानते। बातों के नूं बातों से मनाउणा, लातों के नूं लातों से मनाउणा। तलवारां दोए रखणियां ने, ज्ञान खड़वी दी भी लोड़ है, कलकाती दी भी लोड़ है, लोहे वाली दी भी लोड़ है, दूई दी भी लोड़ है, विचार धारक दी भी लोड़ है। लोहे वाली तो उत्थे लोड़ है ना जिथे कोई सरे ही ना गल पवे, कोई मूर्ख ज़्यादा ही होवे, डराउणा ही चाहुंदा होवे, या उहनूं भुलेखा ही होवे भी मेरे ते दुनिया डरदी है, वो तो उत्थे लोड़ है। वैसे भै काहू को दैतना नहीं भै, असी निर्भय करते हैं। जिहड़े भै च रखण वाले लोग ने वो विरोधी हो जाते हैं। जिहड़े चाहुंदे ने दुनिया मेरी भै च रहे, निर्भय करन वाले दे विरोधी हो जाते हैं। सातों बागी करते हैं लोगों को। अतवादी क्यों विरोधी होणगे साडे? वो भै च रखते हैं, लोगों को रखना चाहते हैं। असी आज़ाद करना चाहते हैं, सारे विरोध तो करना ही। वो भै नाल गलबात पा के चुप कराना चाहते हैं। असी निर्भय करके कहने भी बोलो, निर्भय हो के बोलो। निर्भय होए भजो भगवान, निर्भय होए बिना तुसी अपने अंदर नहीं जुड़ सकते। डर नाल कित्थे अंदर जुड़ोगे? ध्यान तो बाहर रहू। हाँ जी, तन सहत सीत नहीं मूर्त जीत। तन सहत सीत, की सीत है, की ठंड है, की घाम है, की सीत है, तन दे उत्ते सहंदा है। की चिंता है, चिंता सीत है, चिंता सीत है। क्रोध दी अगन है, किते गुस्सा आउंदा, गुस्से नूं भी पी जांदा अंदर। बुद्धि है, गुस्सा भी पी जाती है, गम भी पी जाती है। गम सीत है, गुस्सा और गम दोहां नूं पी जाता है, दोहां नूं बर्दाश्त बराबर ही करी जाता है।
ਵਿਵੇਕ ਬੁੱਧੀ ਹੈ। ਗਮ ਹੈ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿਲਾ ਛੱਡਿਆ ਗਿਆ, ਫੌਜ ਸ਼ਹੀਦ ਹੋ ਗਈ, ਘਰ-ਬਾਰ ਹੈ ਨਹੀਂ, ਕੋਈ ਪੈਸਾ ਪੱਲੇ ਨਹੀਂ, ਫਿਰ ਵੀ ਪੀ ਗਏ ਸਭ ਕੁਛ। ਉਹ ਵੀ ਨੇ ਪੀ ਗਏ, ਅਸੰਦਰੇ ਪੀ ਗਏ। ਔਰ ਜਦ ਸਭ ਕੁਛ ਸੀ, ਜਦ ਵੀ ਪੀਤਾ ਹੋਇਆ ਤਾਂ ਜਦ ਵੀ ਹੰਕਾਰ ਹੈ ਨਹੀਂ ਸੀ। ਜਦ ਵੀ ਜਿੱਤੀ ਹੈ ਜੰਗ, ਕਹਿੰਦੇ ਪਈ ਜੀਤ ਮੇਰੀ, ਕਿਰਪਾ ਕਾਲ ਤੇਰੀ। ਕਹਿਣ ਨੂੰ ਜਿੱਤ ਮੇਰੀ ਹੈ, ਲੋਕ ਕਹਿੰਦੇ ਨੇ ਜੰਗ ਦੇ ਵਿੱਚ, ਪਰ ਨਹੀਂ, ਕਿਰਪਾ ਕਾਲ ਤੇਰੀ। ਇਹ ਤਾਂ ਕਿਰਪਾ ਕਾਲ ਦੀ ਕਿਰਪਾ ਹੈ, ਤੇਰੀ ਕਾਹਦੀ ਜਿੱਤ? ਆਪ ਨਹੀਂ ਮੰਨਦੇ ਅੰਦਰੋਂ ਜਿੱਤ ਮੇਰੀ ਹੈ। ਜੇ ਜਿੱਤ ਹੋ ਜਾਏ ਜੰਗ ਦੇ ਵਿੱਚ, ਚੌੜਾ ਹੋ ਜਾਂਦਾ ਆਦਮੀ। ਉਹ ਪੀ ਗਏ, ਉਹਨੂੰ ਵੀ ਪੀ ਗਏ, ਹੰਕਾਰ ਨੂੰ ਵੀ ਪੀ ਗਏ। ਹਾਂਜੀ। ਮੁਖ ਭਛਤ ਪਾਉਣ ਤਜ ਧਾਮ ਗਾਉਣ। ਮੁਖ ਭਛਤ ਪਾਉਣ, ਪਾਉਣ ਜਿਹੜਾ ਹੈਗਾ, ਹੁਣ ਕੀ ਹੈ? ਪੱਖਾ ਫੇਰੀ। ਮੁਖ ਭਛਤ ਪਾਉਣ, ਪੱਖਾ ਵੀ ਆਪੇ ਫੇਰਨਾ ਪੈਂਦਾ। ਹੁਣ ਸਾਹ ਵੀ ਆਪੇ ਲੈਣਾ ਪੈਂਦਾ। ਹੁਣ ਮਨ ਤਾਂ ਰਿਹਾ ਨਹੀਂ। ਮੁਖ ਨਾਲ ਤਾਂ ਸਾਹ ਲੈਂਦਾ, ਭਛਦਾ ਪਾਉਣ ਇੱਕ ਹੋ ਗਿਆ ਨਾ। ਤਜ ਧਾਮ ਗਾਉਣ, ਦੇਖੋ ਧਾਮ ਹੈ, ਨਾਲ ਗਾਉਣ ਲਾਤਾ। ਕੀ ਗੱਲ ਹੋਈ ਭਲਾ? ਆਹ ਧਾਮ ਹੈ, ਇੱਥੇ ਟਿਕਦਾ ਨਹੀਂ ਗਾਉਣ, ਇੱਥੇ ਜਾਂਦਾ, ਇੱਥੋਂ ਭਜਦਾ। ਇਹ ਗਾਉਣ ਵਾਲਾ ਧਾਮ ਤਜਤਾ। ਤਜ ਧਾਮ ਗਾਉਣ, ਹਾਂ। ਆਹ ਤਿਰਕਿੜੀ ਚੋਂ ਆ ਗਏ, ਇਹਦਾ ਨਾ ਗਾਉਣ ਧਾਮ ਹੈ, ਨਵਾਂ ਲਫ਼ਜ਼ ਲਿਆਂਦਾ। ਇੱਥੇ ਨਹੀਂ ਟਿਕ ਸਕਦਾ ਮਨ ਕਦੇ ਵੀ। ਇਹ ਹੈ ਸੁਨ ਸਮਾਧ ਜਿਹੜੀ ਹੈ, ਉਪਾਦ ਰਹਿਤ ਨਹੀਂ ਹੁੰਦੀ। ਇੱਥੇ ਗਮਨ ਕਰੂਗਾ ਹੀ ਮਨ। ਕਦੇ ਇਹ ਦੁਆਰੇ ਨੂੰ ਭੱਜੂ, ਕਦੇ ਅੱਖਾਂ ਤੇ ਹੀ ਭੱਜੂ, ਕਦੇ ਨੱਕ ਤੇ ਹੀ ਭੱਜੂ, ਕਦੇ ਕੰਨਾਂ ਤੇ ਹੀ ਭੱਜੂ, ਕਦੇ ਕਮੜੀ ਚਮੜੀ। 5 ਦੁਆਰੇ ਨੇ ਨਾ ਇੱਥੇ, ਉਹ ਤਾਂ 7 ਦੁਆਰੇ ਨੇ ਇੱਥੇ। ਕਿਹੜੇ ਕਿਹੜੇ ਦੁਆਰੇ ਤੇ ਰੋਕ ਕੇ ਰੱਖੂ? ਚੂਹਾ ਬੈਠਾ ਹੈ, ਖੱਡਾਂ 7 ਪਾਸੇ ਨੂੰ ਨਿਕਲਦੀਆਂ ਨੇ, ਉਹ ਤੇ ਚਾਹੁੰਦਾ ਵੀ ਮੈਂ ਕਿਸੇ ਪਾਸੇ ਭੱਜਾਂ। ਹੱਥ ਇੱਕ ਮੋਰੀਆਂ 7 ਨੇ, ਇੱਕ ਐ ਮੋਰੀ ਦਾ ਤਾਂ ਉਸ ਪਾਲੀ ਤਾਂ ਭੱਜ ਜਾਂਦਾ। ਤੂੰ ਚੱਕ ਕੇ ਦੂਏ ਪਾਸੇ ਦੇਂਗਾ ਨਾ, ਹੱਥੋਂ ਹੀ ਨਹੀਂ ਰੁਕ ਸਕਦਾ ਜਿੰਨਾ ਚਿਰ ਮਨ ਤੇ ਤਨ ਤੇ ਜੇ ਚਲਿਓ ਜਗ ਮਾਤ ਕੋ। ਜਿੰਨਾ ਚਿਰ ਉਹਦੀ ਉਡਾਰੀ ਤੋਂ ਵਿਵੇਕ ਬੁੱਧੀ ਦੀ ਚਾਲ ਤੇਜ਼ ਨਹੀਂ ਹੁੰਦੀ, ਉਹਨਾਂ ਚਿਰ ਨਹੀਂ ਰੁਕ ਸਕਦਾ। ਜਿੰਨਾ ਚਿਰ ਮਨ ਦੀ ਸਪੀਡ ਤੋਂ ਤੇਜ਼ ਬੁੱਧੀ ਦੀ ਸਪੀਡ ਨਹੀਂ ਹੋ ਜਾਂਦੀ ਨਾ ਘੇਰਨ ਦੀ, ਉਹਨਾਂ ਚਿਰ ਘੇਰਿਆ ਨਹੀਂ ਜਾ ਸਕਦਾ। ਜਦ ਮਨ ਤੇ ਤਨ ਤੇਜ਼ ਚਲਿਓ ਜਗ ਮਾਤ ਕੋ, ਫਿਰ ਘੇਰਦੀ ਹੈ। ਦਾਮਣੀ ਜਾਣ ਚਲੇ ਕਣ ਮੇ। ਜਦ ਇੱਧਰ ਦੀ ਸਲਾਹ ਕਰਦਾ, ਪਹਿਲੇ ਝਮਕ ਜਾਂਦੀ ਉਧਰ, ਇੱਧਰ ਵੀ ਮੈਂ ਖੜੀ ਹਾਂ। ਉਹਨੂੰ ਐਂ ਲੱਗਦਾ ਮੇਰੇ 4 ਚੁਫੇਰੇ ਹੀ ਖੜੀ ਹੈ। ਜਿੱਧਰ ਝਾਕਦਾ ਨਾ ਵੀ ਆਓ ਨਿਕਲਾਂ, ਉਹ ਜੋ ਝਾਕਦਾ ਵੀ ਮੈਂ ਇੱਧਰ ਨਿਕਲੋ, ਪਹਿਲਾਂ ਹੀ ਚਮਕ ਜਾਂਦੀ ਉੱਥੇ ਵੀ ਆ ਖੜੀ ਹੈ, ਮੈਂ ਆ ਜਾ ਇੱਧਰ ਵੀ। ਉਹ ਕਹਿੰਦਾ ਪਹਿਲਾਂ ਹੀ ਖੜੀ ਹੈ। ਉਹਨੂੰ ਐਂ ਲੱਗਦਾ ਵੀ ਇਹਦੇ ਕਈ ਰੂਪ ਨੇ। ਹੁਣ ਉਹਨੂੰ ਲੱਗਦਾ ਪਹਿਲਾਂ ਹੀ ਕਈ ਰੂਪ ਨੇ। ਮਨ ਤੇ ਤਨ ਤੇਜ਼ ਚਲਿਓ। ਦੁਨੀਆ ਦੀ ਕੋਈ ਆਦਮੀ ਨਹੀਂ ਮੰਨਦਾ ਕਿ ਮਨ ਤੋਂ ਜ਼ਿਆਦਾ ਸਪੀਡ ਕਿਸੇ ਚੀਜ਼ ਦੀ ਹੋ ਸਕਦੀ ਹੈ, ਲੇਕਿਨ ਵਿਵੇਕ ਬੁੱਧੀ ਦੀ ਹੋ ਸਕਦੀ ਹੈ, ਤਾਂ ਮਨ ਰੁਕਦਾ। ਦੁਨੀਆ ਦਾ ਕੋਈ ਵਿਦਵਾਨ ਨਹੀਂ ਮੰਨਦਾ ਕਿ ਮਨ ਨੂੰ ਰੋਕਿਆ ਜਾ ਸਕਦਾ ਜਿਉਂਦੇ ਜਿਉਂਦੇ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਨਹੀਂ ਰੁਕਦਾ ਹੈਗਾ। ਉਹਨਾਂ ਕੋਲੋਂ ਵਿਦਿਆ ਨਹੀਂ ਰੋਕਣ ਵਾਲੀ। ਇਹ ਬ੍ਰਹਮ ਵਿਦਿਆ ਦੇ ਬਿਨਾਂ ਨਹੀਂ ਰੁਕਦਾ। ਜਿਹਨੇ ਰੋਕਿਆ ਉਹਨੂੰ ਪਤਾ ਕਿਵੇਂ ਰੋਕਿਆ, ਜਿਹਨੇ ਰੋਕਿਆ ਉਹਨੂੰ ਪਤਾ ਕਿਹਨੇ ਰੋਕਿਆ, ਉਹਨੂੰ ਪਤਾ ਕਦ ਰੁਕਦਾ ਹੈ। ਹਾਂਜੀ। ਮਨ ਰਹਿਤ ਮੌਨ ਸਭ ਰਾਜ ਭਾਉਣ। ਆ ਦੇਖ, ਜਦੋਂ ਤਿਰਕੁੰਡੀ ਛੱਡਤੀ ਤਾਂ ਮੌਨ ਰਹਿੰਦਾ ਮਨ, ਨਹੀਂ ਰਹਿੰਦਾ। ਨਹੀਂ ਸਲਾਹ ਕਰਦਾ ਹੈ, ਨਿਕਲ ਜਾ, ਉਹ ਨਿਕਲ ਜਾ, ਉਹ ਨਿਕਲ ਜਾ। ਇੱਥੇ ਆ ਕੇ ਮੌਨ ਬਣਦਾ। ਮਨ ਚੁੱਪ ਹੋ ਗਿਆ, ਮੌਨ ਮੂੰਹ ਨਹੀਂ ਚੁੱਪ ਹੈਗਾ। ਜਦੋਂ ਤਿਰਕੁੰਡੀ ਛੱਡ ਜਾਂਦਾ ਤਾਂ ਮੌਨ ਹੁੰਦਾ। ਤਿਰਕੁੰਡੀ 'ਚ ਮੌਨ ਨਹੀਂ ਹੋ ਸਕਦਾ। ਜਿਹੜੇ ਤਿਰਕੁੰਡੀ 'ਚ ਰਹਿੰਦੇ ਮੌਨ ਵਰਤ ਰੱਖਦੇ ਨੇ,
ਉਹਨਾਂ ਨੂੰ ਕਿਹਾ ਚੁੱਪ ਹੈ, ਚੁੱਪ ਨਾ ਹੋ ਬਈ, ਲਾਇ ਰਹਾ ਮਿਲਤਾ। ਜੇ ਲਾਏ ਰਹਾਂ ਲਿਵਤਾਰ, ਜੇ ਹੁੰਦਾ ਹੋਵੇ ਮੈਂ ਵੀ ਲਿਵਤਾਰ ਲਾਉਣਾ। ਲਿਵਤਾਰ ਲਾਉਣੀ ਕੋਈ ਔਖੀ ਨਹੀਂ, ਪਰ ਨਹੀਂ ਚੁੱਪ ਹੁੰਦਾ ਇੱਥੇ, ਇਸ ਭੌਣ 'ਚ ਨਹੀਂ ਚੁੱਪ ਹੁੰਦਾ, ਖੋਪੜੀ 'ਚ ਨਹੀਂ ਚੁੱਪ ਹੁੰਦਾ। ਮਨ ਸ਼ੈਤਾਨ ਦਾ ਘਰ ਹੈ, ਸ਼ੈਤਾਨ ਆਪਣੇ ਘਰ ਵੀ ਚੁੱਪ ਰਹਿ ਜੂਗਾ। ਆਪਣੇ ਘਰ ਤਾਂ ਕੁੱਤਾ ਨਹੀਂ ਚੁੱਪ ਕਰਦਾ, ਆਪਣੀ ਗਲੀ 'ਚ ਸ਼ੇਰ ਨੂੰ ਭੌਂਕੀ ਜਾਂਦਾ, ਆਪਣੀ ਗਲੀ 'ਚ ਕੁੱਤਾ ਸ਼ੇਰ ਨੂੰ ਭੌਂਕੀ ਜਾਂਦਾ। ਉਹਨੂੰ ਪਤਾ ਮੇਰੇ ਸਾਰੇ ਮੇਰੇ ਰਖਵਾਲੇ ਨੇ, ਇੱਥੇ ਮੇਰੀ ਮਦਦ ਹੈ। ਹਾਂਜੀ, ਸਭ ਰਾਜ ਭਉਣ, ਸਭ ਰਾਜ ਭਵਨ, ਰਾਜ ਭਵਨ ਭਵਨ ਨੇ ਸਾਰੇ ਨਾ ਸੰਸਾਰ ਦੇ। ਸਭ ਰਾਜ ਭਵਨ ਦੇ ਵਿੱਚ ਦੁਨੀਆ ਦੀਆਂ ਵਡਿਆਈਆਂ ਸਾਰੀਆਂ ਹੀ ਆ ਗਈਆਂ। ਗੁਰੂ ਵੀ ਵਿੱਚ ਆ ਗਿਆ, ਗੁਰੂ ਦੀ ਵੀ ਅਰਦਾਸ ਹੋ ਗਿਆ। ਰਾਜ ਧਾਰਮਿਕ ਵੀ ਆ ਗਏ ਤੇ ਰਾਜ ਸੰਸਾਰੀ ਵੀ ਆ ਗਏ, ਉਹ ਛੱਡੇ ਹੋਏ। ਸਭ ਰਾਜ ਭਉਣ, ਰਾਜ ਭਵਨ ਸਭ ਪ੍ਰਕਾਰ ਦੇ ਛੱਡੇ। ਵਡਿਆਈ ਕੋਈ ਦੀ ਇੱਛਾ ਨਹੀਂ ਹੈ, ਵਡਿਆਈ ਰਾਜ ਹੈ, ਹੋਰ ਕੀ। ਸਭ ਰਾਜ ਭਵਨ ਛੱਡੇ ਨੇ। ਇੱਥੇ ਹੀ ਰਾਜ ਭਵਨ ਨੂੰ ਦਿਮਾਗ 'ਚ ਰਾਜ ਭਵਨਾਂ ਦੀ ਇੱਛਾ ਪ੍ਰਗਟ ਹੁੰਦੀ ਹੈ, ਉਹ ਛੱਡੀ ਹੋਈ ਹੈ। ਉਹ ਘਰੇ ਛੱਡਤਾ, ਉਹ ਘਰੇ ਛੱਡਤਾ, ਸ਼ੈਤਾਨ ਦਾ ਘਰੇ ਛੱਡਤਾ, ਸ਼ੈਤਾਨ ਦੀ ਸੰਗਤੇ ਛੱਡਤੀ। ਸੰਨਿਆਸ ਦੇ ਧਾਮ, ਉਹਨੂੰ ਧਾਮ ਕਹਿੰਦੇ, ਗੌਣ ਧਾਮ ਨਾਲ। ਜਿੱਥੇ ਜਾ ਕੇ ਗਮਨ ਕਰਦਾ ਟਿਕ ਨਹੀਂ ਸਕਦਾ, ਜਿੱਥੇ ਜਿਹੜੇ ਘਰ 'ਚ ਇਹਨੂੰ ਟਿਕਾ ਨਹੀਂ, ਉਹ ਗੌਣ ਧਾਮ। ਨਵਾਂ ਲਫ਼ਜ਼ ਆ ਗਿਆ, ਜਿਵੇਂ ਕੱਲ ਕਾਛੀ ਲਫ਼ਜ਼ ਆ ਗਿਆ ਸੀ। ਕੱਛ ਹੈ ਆਪਣੇ ਲਫ਼ਜ਼, ਕਾਛੀਆ ਲੰਕੋੜ ਦੋ ਲਫ਼ਜ਼ ਨੇ। ਇਹ ਸਾਰਾ ਹੀ ਕੱਢਣਾ, ਜਿੰਨਾ ਚਿਰ ਨਹੀਂ ਕੱਢ ਕੇ ਡਿਕਸ਼ਨਰੀ ਬਣਦੀ ਇਹ ਨਹੀਂ ਮਸਲਾ ਹੱਲ ਹੋਣਾ ਸੀ। ਇਹੀ ਕਹਿੰਦੇ ਸੀ ਉਹ ਡਿਕਸ਼ਨਰੀ ਬਣਾਓ। ਜਾਂ ਆਪਾਂ ਪਟਿਆਲੇ ਉਹਨਾਂ ਨੂੰ ਕਿਹਾ ਡਿਕਸ਼ਨਰੀ ਨਵੀਂ ਬਣਨੀ ਚਾਹੀਦੀ ਹੈ, ਦਰਸ਼ਨ ਸਿੰਘ ਉਹਨਾਂ ਨੇ ਵੀ ਡਿਕਸ਼ਨਰੀ ਨਵੀਂ ਬਣੂਗੀ ਤਾਂ ਗੱਲ ਬਣੂਗੀ। ਠੀਕ ਕਿਹਾ ਸੀ ਉਹਨਾਂ ਨੇ, ਸਮਝਦਾਰ ਨੇ ਸਾਰੇ, ਵੀ ਡਿਕਸ਼ਨਰੀ ਬਿਨਾਂ ਨਹੀਂ ਬਣ ਸਕਦੀ। ਡਿਕਸ਼ਨਰੀ ਸਾਡੇ ਕੋਲ ਹੈ ਨਹੀਂ, ਕੀ ਕਰੀਏ। ਹਾਂਜੀ, ਸੰਨਿਆਸ ਦੇਵ ਮੁਨਮਨ ਅਭੇਵ, ਸੰਨਿਆਸ ਦੇਵ। देखो देव और देवा और देवता, देवता और देवता कानून के है। माटी के कर देवी देवा, देवी बिहारी वाली जड़ी है वो देहधारी है, जड़ी सिहारी वाली देवी है वो निराकारी। ये दो बिहारियों की, दो सिहारियों की बिहारी बनती है। ਜਿਹੜਾ ਦੇਵ ਹੈ ਵਾਵੇ ਵਿੱਚ ਆੜਾ ਹੁੰਦਾ, ਹਰ ਚੀਜ਼ 'ਚ ਆੜਾ ਹੁੰਦਾ। ਜਦ ਕੰਨਾ ਹੋਰ ਲਾਤਾ ਤਾਂ ਦੇਹਧਾਰੀ ਬਣ ਗਿਆ ਦੇਵਾ। ਇਹ ਦੇਵਤਾ, ਦੇਵ ਦੇ ਨਾਲ ਜਦ ਤਾ ਲੱਗ ਗਿਆ, ਤਾ ਦੇ ਨਾਲ ਤੱਤ ਲੱਗ ਗਏ ਪੰਜ ਮਾਇਆ ਦੇ, ਉਹ ਦੇਹਧਾਰੀ ਹੈ। ਦੇਵਤੇ ਦੀ ਪ੍ਰਤਿਮਾ ਬਣ ਸਕਦੀ ਹੈ, ਦੇਵ ਦੀ ਪ੍ਰਤਿਮਾ ਨਹੀਂ ਬਣ ਸਕਦੀ। ਦੇਵ ਦੀ ਮੂਰਤੀ ਨਹੀਂ ਹੁੰਦੀ, ਦੇਵਤੇ ਦੀ ਮੂਰਤੀ ਹੁੰਦੀ। ਦੇਵਤਾ ਦੇਹਧਾਰੀ ਹੁੰਦਾ, ਦੇਵ ਪਲੱਸ ਪੰਜ ਤੱਤ। ਜੋਤ, ਜੋਤ ਦੇ ਨਾਲ ਜਦ ਤੱਤ ਨੇ ਨਾ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਘਟ ਦੇ ਵਿੱਚ ਜਿੱਥੇ ਜੋਤ ਹੈ ਉਹ ਦੇਵਤਾ ਹੈ, ਦੇਵ ਨਹੀਂ ਹੈ। ਉਹਦੇ ਅੰਦਰ ਦੇਵ ਹੈ, ਉਹ ਜੋਤ ਦੇ ਅੰਦਰ ਦੇਵ ਹੈ। ਅੰਤਰ ਦੇਵ ਹੈ, ਉੱਥੇ ਦੇਵਤਾ ਨਹੀਂ ਹੈ। ਅੰਤਰ ਜਦ ਆਦਮੀ ਨੂੰ ਬਣਾਇਆ ਤਿੰਨ ਮਾਨਸ ਤੇ ਦੇਵਤੇ ਕੀਏ। ਮਾਨਸ ਦੇਵਤਾ ਹੋਊਗਾ, ਦੇਵ ਨਹੀਂ ਹੋ ਸਕਦਾ ਮਾਨਸ। ਹੁਣ ਪੜੋ ਇਹਨੂੰ, ਹੁਣ ਪਤਾ ਲੱਗੂ ਕੀ ਹੈ। ਸੰਨਿਆਸ ਦੇਵ ਮੁਨ ਮਨ ਅਭੇਵ, ਸੰਨਿਆਸ ਦੇਵ ਹੈ, ਦੇਵਤਾ ਨਹੀਂ ਹੈ। ਦੇਵਤਾ ਨਹੀਂ ਹੈ, ਮਨ ਤਾਂ ਹੈ ਉਹ ਨਹੀਂ। ਤ੍ਰਿਗੁਣੀ ਦਾ ਛੱਡੀ ਹੋਈ ਹੈ, ਪਹਿਲਾਂ ਆਤਾ ਗਿਆ, ਉਹ ਤਾਂ ਘਰੇ ਛੱਡਿਆ ਹੋਇਆ। ਦੇਵਤਾ ਤਾਂ ਮਰ ਗਿਆ, ਦੇਵਤਾ ਦਾ ਦੇਵ ਚ ਸਮਾ ਗਿਆ ਜਾ ਕੇ। ਮਨ ਮਨ ਅਭੇਵ, ਮਨ ਦਾ ਜਿਹੜਾ ਮਨ ਹੈ ਉਹ ਵੀ ਪਤਾ ਨਹੀਂ ਲੱਭਦਾ ਨਹੀਂ। ਹੁਣ ਜਿਹੜਾ ਮਨ ਹੈ ਉਹਦਾ ਭੇਦ ਹੋ ਗਿਆ, ਆਪਣੇ ਮੂਡ ਚ ਸਮਾ ਗਿਆ ਜਾ ਕੇ।
ਕਥਾ ਕਿਵੇਂ ਚੱਲਦੀ ਹੈ ਗੁਰਬਾਣੀ ਦੇ ਨਾਲ ਮਿਲ ਕੇ? ਉਹਨਾਂ ਨੂੰ ਕੀ ਸਮਝ ਆਉਣੀ ਹੈ ਕੀ ਹੈ? ਆਪੇ ਮੈਂ ਤਾਂ ਕੱਚੀ ਗੱਲ ਨਹੀਂ ਕਰਦਾ। ਕੱਚੀ ਗੱਲ ਉਹ ਤਾਂ ਬੋਲਦਾ ਹੀ ਨਹੀਂ, ਜਿਹੜਾ ਬੋਲਦਾ ਹੀ ਸਤਿਗੁਰ ਹੈ, ਬੋਲਦਾ ਹੀ ਸਤਿਗੁਰ ਹੈ। ਹਾਂ ਅਨ ਜੁਰ ਅਜੇਬ, ਅੰਜੁਰ ਅਜੇਬ ਨਹੀਂ ਜੁੜਿਆ ਹੋਇਆ ਮਾਇਆ ਨਾਲ ਹੁਣ ਕਿਤੇ ਉਹ ਅਨਜੁਰ ਨਹੀਂ ਜੁੜਿਆ ਹੋਇਆ ਕਿਤੇ ਮਾਇਆ ਨਾਲ ਉਹ, ਇਸੇ ਕਰਕੇ ਅਜੇਬ ਹੈ। ਨਹੀਂ ਜਿੱਤ ਸਕਦਾ ਇਹਨੂੰ ਕੋਈ, ਹੁਣ ਨਹੀਂ ਜਿੱਤਿਆ ਜਾ ਸਕਦਾ। ਇਸ ਕਰਕੇ ਜਿੰਨੇ ਸੂਰਮੇ ਨੇ, ਜਿੰਨੇ ਵਿਦਵਾਨ ਨੇ, ਪੰਡਤ, ਸੂਰ, ਛਤਰਪਤੀ, ਰਾਜਾ, ਭਗਤ ਬਰਾਬਰ ਕਿਵੇਂ ਜਿੱਤ ਲੈਣਗੇ? ਥੱਲੇ ਕਰਤੇ ਸਾਰੀ। ਪੰਡਤ ਜਿੱਤ ਸਕਦਾ ਸ਼ਾਸਤਰਾਰਥ ਦੇ ਵਿੱਚ, ਸੂਰਮਨ ਜਿੱਤ ਸਕਦਾ ਜੰਗ ਦੇ ਵਿੱਚ, ਰਾਜਾ ਜਿੱਤ ਸਕਦਾ ਬਈ ਆਪਣੀ ਹਕੂਮਤ ਦੇ ਜ਼ੋਰ ਨਾਲ ਬਣਾ ਸਕਦਾ, ਤਿੰਨੇ ਨਹੀਂ ਬਣਾ ਸਕਦੇ ਕੁਛ। ਔਰ ਤਿੰਨੇ ਹੀ ਫੇਲ ਹੋ ਗਏ ਭਗਤਾਂ ਦੇ ਸਾਹਮਣੇ। ਹਾਂਜੀ ਅੰਤਰ ਅਤੇਵ, ਅੰਤਰ ਅਤੇਵ ਅੰਦਰ ਹੈ, ਜਿਹੜਾ ਅੰਤਰ ਹੈ, ਅੰਤਰ ਦੀ ਗੱਲ ਜਾਣਦਾ ਸਾਰੀ ਉਹ। ਅੰਤਰ ਧਿਆਨ ਰਹਿੰਦਾ, ਅੰਦਰ ਦੀ ਸਾਰੀ ਗੱਲ ਅੰਦਰਲੀ ਜਾਣਦਾ ਹੈ। ਹੁਣ ਬਾਹਰਲੀ ਦੀ ਲੋੜ ਨਹੀਂ ਹੈ, ਅੰਤਰਾਤਮਾ ਦਾ ਸਾਰਾ ਕੁਝ ਸਮਝਦਾ ਉਹਨੂੰ। ਅੰਤਰਾਤਮਾ ਦਾ ਗਿਆਨ ਹੈ, ਆਪਣੇ ਮੂਡ ਦਾ ਗਿਆਨ ਹੈ। ਅਨਭੂ ਪ੍ਰਕਾਸ਼ ਨਿਤ ਪ੍ਰਤੀ ਦੇਖੋ ਉਦਾਸ। ਭੂ ਲਫ਼ਜ਼ ਆ ਗਿਆ ਇੱਥੇ, ਅਨਭੂ ਭੂ ਆ ਗਿਆ ਲਫ਼ਜ਼। ਭੂ ਦਾ ਮਤਲਬ ਇੱਥੇ ਭੂਮ ਹੈ, ਮਾਇਆ। ਪ੍ਰਕਾਸ਼ ਹੈ ਪਰ ਮਾਇਆ ਦਾ ਨਹੀਂ ਹੈ। ਉਹ ਭੂ ਤੇ ਜਾ ਕੇ ਉਹਨਾਂ ਨੇ ਰੌਲਾ ਪਾਇਆ ਹੋਇਆ, ਸਵੈਂ ਭੂ ਤੇ, ਸਵੈਂ ਭੂ ਤੇ ਰੌਲਾ ਪਾਇਆ ਨਾ। ਅਭੂ ਦਾ ਅਰਥ ਫਿਰ ਆ ਗਿਆ ਇੱਥੇ 10 ਵਜੇ। ਅਨਭੂ ਮਾਇਆ ਤੋਂ ਰਹਿਤ, ਪ੍ਰਕਾਸ਼ ਤਾਂ ਹੈ ਪਰ ਕਿਉਂਕਿ ਪ੍ਰਕਾਸ਼ ਲਫ਼ਜ਼ ਵਰਤਿਆ, ਅਨਭੂ ਤਾਂ ਲਾਇਆ। ਪ੍ਰਕਾਸ਼ ਤਾਂ ਹੁੰਦਾ ਹੀ ਮਾਇਆ ਤੋਂ ਪਰੇ ਦਾ, ਇਹਨਾਂ ਨੇ ਪ੍ਰਕਾਸ਼ ਲਫ਼ਜ਼ ਵਰਤੇ। ਇੱਕੋ ਹੀ ਵਾਰ ਵਰਤਿਆ ਹੈ ਪ੍ਰਕਾਸ਼ ਲਫ਼ਜ਼ ਆਦਿ ਦੇ ਵਿੱਚ, ਸਭਈਆਂ 'ਚ ਭੱਟਾਂ ਨੇ। ਗੁਰੂ ਕਹਿੰਦੇ ਪ੍ਰਗਾਸ ਹੈ ਵਰਤੇ, ਭਗਤਾਂ ਨੇ ਵੀ ਪ੍ਰਗਾਸ ਹੈ ਵਰਤੇ। ਅੰਤਰ ਹੋਏ ਗਿਆਨ ਪ੍ਰਗਾਸ, ਤਿਸ ਸਥਾਨ ਕਾ ਨਹੀਂ ਨਿਵਾਸ। ਗਿਆਨ ਦਾ ਪ੍ਰਕਾਸ਼ ਹੁੰਦਾ, ਇਹਨਾਂ ਨੇ ਪ੍ਰਕਾਸ਼ ਵਰਤਿਆ। ਪ੍ਰਕਾਸ਼ ਤਾਂ ਹੈ, ਪ੍ਰਕਾਸ਼ ਤਾਂ ਹੈ, ਮੰਨ ਲਿਆ ਸ਼ਾਸਤਰਾਂ ਦਾ ਪ੍ਰਕਾਸ਼ ਹੈ, ਪਰ ਮਾਇਆ ਦਾ ਪ੍ਰਕਾਸ਼ ਨਹੀਂ ਹੈ, ਸੂਰਜ ਦਾ ਪ੍ਰਕਾਸ਼ ਨਹੀਂ ਹੈ, ਕਿਸੇ ਬਿਜਲੀ ਤੋਂ ਹੋਇਆ ਹੋਇਆ ਪੈਦਾ ਪ੍ਰਕਾਸ਼ ਨਹੀਂ ਹੈ, ਕਿਸੇ ਹੀਰੇ ਜਵਾਹਰਾਤ ਮੋਤੀ ਤੋਂ ਹੋਇਆ ਪ੍ਰਕਾਸ਼ ਨਹੀਂ ਹੈ, ਚਮਕਣ ਵਾਲੀ ਚੀਜ਼ ਤੋਂ ਹੋਇਆ ਪ੍ਰਕਾਸ਼ ਨਹੀਂ ਹੈ। ਉਹ ਹੁੰਦਾ ਪਟਵੀਜਨ ਯੁੱਗ ਨੂੰ, ਉਹ ਤੋਂ ਹੋਇਆ ਪ੍ਰਕਾਸ਼ ਨਹੀਂ ਹੈ। ਕਿਤੇ ਤੇਲ ਦੇ ਜਲੇ ਤੋਂ ਨਹੀਂ ਪ੍ਰਕਾਸ਼ ਹੋਇਆ ਹੋਇਆ, ਕਿਤੇ ਐਟਮ ਬੰਬ ਦੇ ਚੱਲਣੇ ਤੋਂ ਪ੍ਰਕਾਸ਼ ਨਹੀਂ ਹੋਇਆ ਹੋਇਆ, ਬਰੂਦ ਨੂੰ ਅੱਗ ਲੱਗੀ ਤੋਂ ਪ੍ਰਕਾਸ਼ ਨਹੀਂ ਹੋਇਆ ਹੋਇਆ, ਮਾਇਆ ਤੋਂ ਪ੍ਰਕਾਸ਼ ਨਹੀਂ ਹੋਇਆ ਹੋਇਆ। ਅਨਭੂ ਪ੍ਰਕਾਸ਼, ਹਾਂ, ਮਾਇਆ ਤੋਂ ਰਹਿਤ ਪ੍ਰਕਾਸ਼ ਹੈ। ਪ੍ਰਕਾਸ਼ ਮਾਇਆ ਤੋਂ ਰਹਿਤ ਪ੍ਰਕਾਸ਼ ਨੂੰ ਪ੍ਰਕਾਸ਼ ਕਹਿੰਦੇ ਨੇ। ਹੁਣ ਭੂ ਜਿਹੜਾ ਲਫ਼ਜ਼ ਹੈ, ਸਵੈਂ ਭੂ ਨੂੰ ਆਪਣੇ ਆਪ ਤੋਂ ਜੋਤ ਬਣਾਤਾ। ਆ ਪਿਆ ਸਾਡੇ ਕੋਲ। ਭੂ ਦਾ ਮਤਲਬ ਹੁੰਦਾ ਵਿਭੂਤੀ, ਭੂਮ। ਭੂ ਤੋਂ ਹੀ ਭੂਮ ਬਣਿਆ ਨਾ, ਭੂ ਤੋਂ ਹੀ ਭੂਮ ਬਣਿਆ, ਤੇ ਭੂ ਤਾਂ ਮਾਇਆ ਹੈ। ਫਿਰ ਇਹ ਤਾਂ ਮਾਇਆ, ਮਾਇਆ ਰਹਿਤ ਪ੍ਰਕਾਸ਼ ਹੈ। ਸਵੈਂ ਭੂ ਜਿਹੜਾ ਸੀ ਲਫ਼ਜ਼, ਉਹ ਆਪਣੀ ਜ਼ਮੀਨ ਆਪ ਹੀ ਹੈ। ਜੋ ਆਕਾਸ਼ ਹੈ, ਆਕਾਸ਼ ਧਰਤੀ ਹੈ, ਆਕਾਸ਼ ਹੈ ਧਰਤੀ ਰਹਿ ਜਾਂਦੀ ਹੈ, ਹੋਰ ਨਹੀਂ ਰਹਿੰਦਾ ਕੁਛ। ਆ ਜਿਹੜੀ ਲਾਈਟ ਹੈ ਇਹਦੇ ਵਾਸਤੇ ਧਰਤੀ ਆਕਾਸ਼ ਹੈ। ਹਿਰਦੇ ਨੂੰ ਕਹਿੰਦੇ ਆ ਨਾ, ਨਾਮ ਹਿਰਦੇ 'ਚ ਬੀਜਣਾ, ਹਿਰਦਾ ਆਕਾਸ਼ ਹੈ। ਹੁਣ ਆਕਾਸ਼ ਉਹਦਾ ਅੰਬਰ ਪੀਤਾ ਹੋਇਆ,
ਪੀਤਾੰਬਰ। ਉਹ ਭੂ ਵੀ ਆਪ ਹੀ ਹੈ, ਹੁਣ ਭੂ ਤੋਂ ਵੱਖਰੀ ਨਹੀਂ ਹੈ। ਸਵੈਮ ਭੂ ਦਾ ਮਤਲਬ ਹੈ ਆਪਣੀ ਧਰਾਤਲ ਆਪ ਹੀ ਹੈ, ਉਹ ਆਪਣਾ ਵਜੂਦ ਆਪ। ਅਸਲ 'ਚ ਭੂ ਦਾ ਅਰਥ ਵਜੂਦ ਆ ਜਾਂਦਾ। ਫਿਰ ਜਿਹੜਾ ਆਕਾਸ਼ ਹੈ ਵਜੂਦ ਹੈ, ਵੋਲਿਊਮ ਹੈ, ਉਹ ਆਪਣੀ ਵੋਲਿਊਮ ਆਪੇ। ਵੋਲਿਊਮ ਉਹ ਜੋ ਹੀ ਪੈਦਾ ਹੋਈ ਹੈ, ਬਾਹਰ ਨਿਕਲੀ ਹੋਈ ਹੈ। ਵੋਲਿਊਮ ਵੱਡੀ ਨਹੀਂ ਹੈ, ਆਪ ਵੱਡਾ। ਵੋਲਿਊਮ ਕੋਈ ਚੀਜ਼ ਹੀ ਨਹੀਂ ਵੈਸੇ। ਇਸ ਕਰਕੇ ਆਕਾਸ਼ ਤੱਤ ਵੱਖਰਾ ਕਦੇ ਹੋਇਆ ਹੀ ਨਹੀਂ। ਉਤੇ ਆਕਾਸ਼ ਤੱਤ ਸਾਚੇ ਤੇ ਪਵਨਾ ਪਿਆ ਲਿਖਿਆ ਨਾ, ਤੇ ਆਕਾਸ਼ ਕਦ ਵੱਖਰਾ ਹੋਇਆ? ਆਕਾਸ਼ ਕੋਈ ਚੀਜ਼ ਨਹੀਂ ਹੈ। ਆਕਾਸ਼ ਉਹਦੀ ਦੇਹ ਦਾ ਨਾਮ ਹੈ, ਉਹਦੀ ਜਿਹੜੀ ਦੇਹ ਹੈ ਉਹਦਾ ਨਾਮ ਹੀ ਆਕਾਸ਼ ਹੈ। ਆਕਾਸ਼ ਕੋਈ ਵੱਖਰੀ ਚੀਜ਼ ਨਹੀਂ ਹੈ, ਉਤੇ ਕਦੇ ਵੱਖਰੀ ਹੋ ਹੀ ਨਹੀਂ ਸਕਦੀ ਚੀਜ਼। ਆਕਾਸ਼ ਨੂੰ ਤੁਸੀਂ ਫੜ ਕੇ ਦਿਖਾਓ, ਆਕਾਸ਼ ਤੁਹਾਨੂੰ ਫ੍ਰਿਕਸ਼ਨ ਵੀ ਨਹੀਂ ਪੈਦਾ ਕਰਦਾ ਕਦੇ। ਹਾਂਜੀ। ਸੰਨਿਆਸ ਦੇਵ ਮੁਨਮਨ ਅਭੇਵ ਅਨਜੁਰ ਅਜੇਵ। ਸੰਨਿਆਸ ਦੇਵ, ਸੰਨਿਆਸ ਦੇਵ ਅਨਜੁਰ, ਅਨਜੁਰ ਅਜੇਵ। ਅਜੇ ਜੁੜਿਆ ਹੋਇਆ ਨਹੀਂ ਕਿਸੇ ਨਾਲ। ਜਿਹੜੇ ਆਦਮੀ ਮਾਇਆ ਨਾਲ ਜੁੜੇ ਹੋਏ ਨੇ, ਉੱਥੇ ਜਿੱਤ ਹਾਰ ਦਾ ਸਵਾਲ ਹੈ। ਧਨ ਔਰ ਭੂਮ ਪ੍ਰਾਤਨ ਬਹਿਰਾ ਤਿਸਕਾ ਮੂਆ ਜਗਤ ਕਰਕੇ ਨਾ। ਉੱਥੇ ਲੜਾਈ ਕਾਹਦੀ ਹੈ? ਜਿੱਤਰ ਹਾਰ ਕਾਹਦੀ ਹੈ? ਜਿੱਤਰ ਆ ਉੱਥੇ ਹੈ ਜਿੱਥੇ ਕੋਈ ਬਾਹਰਲੀ, ਜਿੱਥੇ ਕੋਈ ਬਾਹਰਲੀ ਸੰਪत्ति ਤੇ ਕਬਜ਼ੇ ਦੀ ਗੱਲ ਹੈ। ਹਾਰ ਜਿੱਤ ਤਾਂ ਉੱਥੇ, ਹਾਰ ਜਿੱਤ ਉੱਥੇ ਕਾਹਦੀ ਹੈ? ਇਸ ਕਰਕੇ ਇਹ ਅਜੇਬ ਹੈ। ਜਿਹਨੇ ਛੱਡਤੀ ਨਾ ਮਾਇਆ, ਉਹਦੇ ਗਿਆਨ ਨੂੰ, ਉਹ ਜਿਹੜਾ ਗਿਆਨ ਨੇ ਛੜਾਈ ਹੈ, ਉਹ ਗਿਆਨ ਜਿੱਤਿਆ ਨਹੀਂ ਜਾ ਸਕਦਾ। ਉਹ ਨਹੀਂ ਗਿਆ। ਉਹ ਬੁੱਧੀ ਹਾਰ ਖਾ ਗਈ ਮਾਇਆ ਤੋਂ। ਮਾਇਆ ਤੋਂ ਹਾਰੀ ਹੋਈ ਬੁੱਧੀ, ਝੂਠ ਤੋਂ ਹਾਰੀ ਹੋਈ ਬੁੱਧੀ ਸੱਚ ਨੂੰ ਕਿਵੇਂ ਜਿੱਤ ਲੂ? ਉਹਦਾ ਝੂਠ ਤੋਂ ਹਾਰ ਖਾ ਗਿਆ, ਮਾਇਆ ਤੋਂ ਹਾਰ ਖਾ ਗਿਆ ਜਿਹੜਾ, ਮਾਇਆ ਝੂਠੀ ਤੋਂ, ਉਹ ਸੱਚ ਨੂੰ ਜਿੱਤ ਲੂਗਾ। ਆਹ ਗੱਲ ਹੈ। ਝੂਠ ਤੋਂ ਹਾਰਿਆ ਨਹੀਂ ਸੱਚ ਨੂੰ ਜਿੱਤ ਸਕਦਾ। ਅਨਜੁਰ ਹੈ ਜਿਹੜਾ ਉਹੀ ਅਜੇਬ ਹੈ। ਆਹੋ, ਅਨਜੁਰ ਉਹੀ ਅਜੇਬ ਹੈ। ਇਹ 3-4 ਵਾਰ ਕਹੇ ਤੇ ਗੱਲ ਠਿਕਾਣੇ ਬਹਿੰਦੀ ਹੈ। ਕੀ ਹੈ ਗੱਲ? 3-4 ਵਾਰ ਗੱਲ ਕਹੇ ਤਾਂ ਠਿਕਾਣੇ ਬਹਿੰਦੀ ਹੈ ਵੀ ਗੱਲ ਹੈ ਕੀ, ਕਈ ਪਾਸਿਆਂ ਤੋਂ ਪਲਟ ਕੇ। ਅਨਭੂ ਪ੍ਰਕਾਸ਼ ਨਿਤ। ਇਹ ਦੱਤ ਦੀ ਨਹੀਂ ਗੱਲ ਹੋ ਰਹੀ ਇਹਦੇ ਵਿੱਚ ਹੁਣ, ਇਹ ਗੁਰਮੁਖ ਦੇ ਗੁਣਾਂ ਦੀ ਗੱਲ ਹੋ ਰਹੀ ਹੈ। ਇਹ ਜਿਹੇ ਗੁਣ ਦੱਤ ਜਿਹੜੇ ਸਾਂਝੀ ਗੱਲ ਹੋ ਰਹੀ ਹੈ, ਸਾਂਝੀ। ਹੁਣ ਉਹਦੀ ਅਵਸਥਾ ਆ ਹੋ ਗਈ ਕਿ ਗੁਰੂ ਜੋ ਬਣ ਗਿਆ। ਜਿਹੜਾ ਜੁੜਿਆ ਵਾ ਅਜੇਬ ਨਹੀਂ ਹੋ ਸਕਦਾ, ਜਿਹੜਾ ਕਿਤੇ ਨਾ ਕਿਤੇ ਜੁੜਿਆ ਵਾ ਹੋ ਕੇ ਹੋ ਜੂ। ਦੋ ਹੀ ਪਾਸੇ ਲੱਗੂਗੀ ਗੱਲ ਇਹ ਯਾਰ। ਅਨਭੂ ਪ੍ਰਕਾਸ਼ ਨਿਤ ਪ੍ਰਤੀ ਉਦਾਸ। ਉਹਦੇ ਚ ਪ੍ਰਕਾਸ਼ ਕੀ ਹੁੰਦਾ? ਮਾਇਆ ਦਾ ਨਹੀਂ ਹੁੰਦਾ। ਅੰਤਰ ਹੋਏ ਗਿਆਨ ਪ੍ਰਕਾਸ਼, ਅਨਭੂ ਪ੍ਰਕਾਸ਼ ਹੁੰਦਾ। ਦੀਵਾ ਜਿਹੜਾ ਦਰਸ਼ਨ ਕਰਨ, ਉਹਦਾ ਕਿਵੇਂ ਕਰਾ ਦੇਣਗੇ? ਜਿਹੜੇ ਜੋਤ ਦਾ ਦਰਸ਼ਨ ਕਰਨ ਦੀਵੇ ਦਾ, ਉਹਦਾ ਕਿਵੇਂ ਹੋ ਜਾਊਗਾ? ਅਨਭੂ ਦਾ ਪ੍ਰਕਾਸ਼। ਇਹ ਰਾਗ ਰੰਗ, ਇਹਦਾ ਰੂਪ ਨਾ ਰੇਖ ਨਾ, ਰੂਪ ਰੇਖਦਾ ਨਹੀਂ। ਰੰਗ ਨਾ, ਰੂਪ ਨਾ, ਰੇਖ ਨਾ, ਭੇਖ ਨਾ, ਰੋਗ ਨਾ, ਸੋਗ ਨਾ, ਭੋਗ ਨਾ, ਭੈ ਹੈ। ਦੀਵਾ ਦਾ ਭੋਗ ਹੈ, ਦੀਵਾ ਤਾਂ ਖਾਂਦਾ ਉਹ ਤੇਲ, ਉਹ ਤਾਂ ਤੇਲ ਪੈਂਦਾ ਤਾਂ ਜਲਦਾ। ਆਕਸੀਜਨ ਵੀ ਚਾਹੀਦੀ ਹੈ ਜਲ ਨੂੰ। ਹਾਂਜੀ। ਨਿਤ ਪ੍ਰਤੀ ਉਦਾਸ। ਨਿਤ ਪ੍ਰਤੀ ਉਦਾਸ, ਨਿਤ ਪ੍ਰਤੀ ਉਦਾਸ ਰਹਿੰਦਾ। ਉਦਾਸ ਚੀਜ਼ ਹੋਰ ਹੈ। ਦੇਖੋ, ਉਦਾਸ ਜਿਹੜਾ ਹੈ ਪੋਜ਼ਿਟਿਵ ਲਫ਼ਜ਼ ਹੈ, ਨਿਰਾਸ਼ ਲਫ਼ਜ਼ ਨੈਗੇਟਿਵ ਹੈ। ਆਸ ਤੋਂ ਰਹਿਤ ਹੋਣਾ ਉਦਾਸ ਦਾ ਅਰਥ ਨਹੀਂ ਹੈ। ਉਦਾਸ ਦਾ ਅਰਥ ਹੈ ਮਾਇਆ ਤੋਂ ਉੱਪਰ ਆਸ ਹੈ, ਉੱਚਤਮ ਆਸ ਉਦਾਸ ਹੈ। ਇਹ ਉਦਾਸ ਦਾ ਮਤਲਬ ਵਿਨਾਸ਼ ਨਹੀਂ ਹੁੰਦਾ ਹੈਗਾ। ਉੱਪਰਲੀ ਆਸ ਹੈ, ਥੱਲੇ ਦੀਆਂ ਆਸਾਂ ਨਹੀਂ। ਉਹਦਾ ਅਰਥ ਨਿਰਾਸ਼ ਹੋਇਆ। ਜਿਹੜੇ ਜੋਗੀ ਨੇ ਨਿਰਾਸ਼ ਨੇ। ਨਿਰਾਸ਼ ਹੈ ਤਾਂ ਡਿਪਰੈਸ਼ਨ ਹੈ। ਨਿਰਾਸ਼ਤਾ ਦੇ ਵਿੱਚ ਡਿਪਰੈਸ਼ਨ ਹੈ।
ਇਹ ਉੱਥੇ ਚ ਕੰਮ ਹੈ ਜੋਗੀਆਂ ਨੂੰ ਤੁਹਾਡੀ। ਉਦਾਸ ਔਰ ਨਿਰਾਸ਼ ਕੀ ਹੁੰਦਾ? ਜਿਨ੍ਹਾਂ ਚਿਰ ਤੁਸੀਂ ਭਾਸ਼ਾ ਨਹੀਂ ਡੀਪਲੀ ਦੱਸ ਸਕਦੇ, ਆਪਰੇਸ਼ਨ ਕਰਕੇ ਗੱਲ ਨਹੀਂ ਬਣਦੀ ਉਹਨਾਂ ਚਿਰ। ਗੁਣ ਅਧਿਕ ਜਾਸ ਲਖ ਲਜਤ ਅਨਾਸ। ਇੰਨੇ ਗੁਣ ਨੇ, ਗੁਣ ਅਧਿਕ ਜਾਸ, ਅਨਾਸ ਆ ਗਿਆ ਹੁਣ। ਇੰਨੇ ਗੁਣ ਨੇ ਜਿਹੜੇ ਸੰਨਿਆਸੀ ਨੇ ਅਨਾਸ ਨੇ। ਉਹ ਸੰਨਿਆਸ ਦਾ ਮਤਲਬ ਆਸ ਨੂੰ ਸੁੰਨ ਕਰ ਲੈਣਾ, ਆਸ ਖਤਮ ਕਰ ਲੈਣਾ, ਉਹ ਵੀ ਅਨਾਸ ਹੈ। ਸੰਨਿਆਸ ਛੱਡ ਦਿੱਤਾ ਤਾਂ ਹੀ ਸੰਨਿਆਸ ਛੱਡਿਆ ਨਾ। ਉਹ ਸੰਨਿਆਸ ਹੀ ਛੜਾਇਆ ਉਹਨੇ, ਤੀਰ ਵਾਲੇ ਨੇ। ਲਖ ਲਜਤ ਅਨਾਸ। ਆਹੋ, ਜਿਹੜੇ ਅਨਾਸ ਨੇ ਨਾ ਸੰਨਿਆਸੀ ਨੇ, ਉਹ ਸ਼ਰਮਿੰਦੇ ਹੁੰਦੇ ਨੇ। ਹੁਣ ਗੱਲ ਸੁਣ, ਉਹ ਕਹਿੰਦੇ ਓਏ ਜੇ ਆਸ ਹੀ ਛੱਡਤੀ ਤੁਸੀਂ, ਭਗਤੀ ਕਾਹਦੀ ਕਰਦੇ ਹੋ ਫਿਰ? ਜਦ ਆਪਾਂ ਨੂੰ ਖੇਤ ਦੇ ਵਿੱਚੋਂ ਆਸ ਹੀ ਨਹੀਂ ਇੱਥੋਂ ਕੋਈ ਪੈਦਾ ਹੋਊ, ਫਿਰ ਉਹਦੇ 'ਚ ਗੇੜਾ ਮਾਰਨ ਦਾ ਕੀ ਫਾਇਦਾ ਹੈ? ਫਸਲ ਤਾਂ ਸੁੱਕ ਗਈ, ਬਰਾਨੀ ਸੀਗੀ, ਮੀਂਹ ਪਿਆ ਨਹੀਂ, ਬੀਜ ਜ਼ਰੂਰ ਦਿੱਤੀ ਸੀ, ਫਿਰ ਉੱਥੇ ਰੋਜ਼ ਗੇੜਾ ਮਾਰਨ ਦਾ ਕੀ ਫਾਇਦਾ? ਉਹ ਤਾਂ ਸੁੱਕ ਗਈ। ਉਹ ਕਿਹੜਾ ਵੱਢ ਕੇ ਲਿਆਉਣੀ ਆਪਾਂ ਨੇ? ਉੱਥੋਂ ਤਾਂ ਆਸ ਨਹੀਂ ਕੁਛ ਪ੍ਰਾਪਤੀ ਦੀ। ਜਿੱਥੋਂ ਪ੍ਰਾਪਤੀ ਦੀ ਕੁਛ ਆਸ ਨਹੀਂ, ਉਹਦੇ ਬਾਰੇ ਉਦਮ ਕਰਨ ਦਾ ਕੀ ਲਾਭ? ਉੱਥੇ ਕਲਰ ਵਾਲੇ ਖੇਤ ਦੇ ਵਿੱਚ ਬਾੜ ਕਰਨ ਦਾ ਕੀ ਮਤਲਬ? ਖੇਤ 'ਚ ਕਲਰ ਹੈ, ਤੂੰ ਉਹਦੇ ਤੇ ਬਾੜ ਕਰਦਾ ਆਲੇ ਦੁਆਲੇ। ਉੱਥੇ ਤਾਂ ਡੰਗਰ ਹੀ ਨਹੀਂ ਵੜਦੇ, ਜਾ ਕੇ ਡੰਗਰਾਂ ਨੂੰ ਉੱਥੇ ਸੁਆਹ ਖਾਣੀਆਂ ਜਾ ਕੇ। ਕਲਰ ਖੇਤ ਹੱਥ ਬਾੜ ਕਰੇ, ਕਹਿੰਦਾ ਬਾੜ ਕਰਦਾ, ਖੇਤ 'ਚ ਕਲਰ ਹੈ ਸਾਰੇ 'ਚ, ਬੀਜਿਆ ਕੁਛ ਹੋਇਆ ਹੀ ਨਹੀਂ। ਉਹ ਜੋਗੀ ਨੂੰ ਕਹਿ ਰਿਹਾ ਕਬੀਰ, ਇਹਨਾਂ ਨੂੰ ਇਹ ਕਿਹਾ ਹੋਇਆ ਸਾਰਿਆਂ ਨੂੰ, ਅਨਾਸ ਵਾਲਿਆਂ ਨੂੰ। ਇਹ ਸੰਨਿਆਸ ਅਨਾਸ ਇੱਕੋ ਹੀ ਗੱਲ। ਸੰਨਿਆਸ ਨੂੰ ਅਨਾਸ, ਆਸ ਰਹਿਤ ਅਨਾਸ। ਉਦਾਸ ਨਹੀਂ ਹੈ, ਆਸ ਰਹਿਤ। ਉਦਾਸ ਹੈ ਇੱਕ ਆਸ ਰੱਖੋ ਮਨ। ਇਸ ਕਰਕੇ ਸ੍ਰੀ ਚੰਦ ਉਦਾਸੀ ਹੈ, ਸੰਨਿਆਸੀ ਨਹੀਂ। ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਉਹਨਾਂ ਤੇ ਖੋਏ ਅਸੀਂ ਵੀ ਚਲੋ ਪੜ੍ਹਨਗੇ ਜੇ ਚਾਹੁੰਦੇ ਨੇ ਅੰਦਰੋਂ ਕੁਛ ਲੈਣਾ। ਹਾਲੇ ਬੁੱਧੀ ਡਿਵੈਲਪ ਨਹੀਂ ਹੋਈ, ਥੋੜੀ ਹੈ, ਜਦੋਂ ਹੋ ਜੂਗੀ ਵੱਧ ਜਾਣਗੇ। ਭਾਈ ਮਾਰਕੀਟ ਹੈ, ਮਾਰਕੀਟ ਤੁਸੀਂ ਦੇਖੋ ਨਾ, ਕਾਲਜ ਖੋਲ੍ਹੇ ਨੇ, ਸਕੂਲ ਖੋਲ੍ਹੇ ਨੇ ਲੋਕਾਂ ਨੇ, ਤੇ ਰਿਜ਼ਲਟ ਆਉਣੇ ਨੇ ਬਾਹਰ। ਸ਼ਰਮ ਆਪੇ ਸਾਰਿਆਂ ਨੂੰ, ਥੋੜਾ ਕੋਈ ਪਾਸ ਨਹੀਂ ਹੋਇਆ ਬਈ, ਥੋੜੇ 100% ਫੇਲ ਨੇ। ਸਾਡੇ ਚਲੋ 10% ਸਹੀ ਪਾਸ, ਕੋਈ ਪਾਸ ਤਾਂ ਹੈ। ਉਹ ਜੇ 100% ਦੇ ਵਿੱਚ 1-2 ਪਾਸ ਹੋਏ ਨੇ, ਕਿਸੇ ਦੇ 50%, ਕਿਸੇ ਦੇ 30%, ਕੁਛ ਤਾਂ ਹੈ, ਕਿਸੇ ਦੇ 10% ਨੰਬਰ, ਕੁਛ ਤਾਂ ਹੈ ਨਹੀਂ। ਤੁਹਾਡੇ ਤਾਂ 1% ਵੀ ਨਹੀਂ ਕਿਸੇ ਦੇ। ਜ਼ੀਰੋ ਤਾਂ ਥੱਲੇ ਕੋਈ ਹੈ ਹੀ ਨਹੀਂ, ਜ਼ੀਰੋ ਤੱਕ ਨੇ ਸਾਰੇ। ਜ਼ੀਰੋ ਤੋਂ ਥੱਲੇ ਤਾਂ ਜਾ ਹੀ ਨਹੀਂ ਸਕਦਾ ਨਾ। ਜ਼ੀਰੋ ਦੇ ਉੱਤੇ ਨਹੀਂ, ਜ਼ੀਰੋ ਤੋਂ ਥੱਲੇ ਨਹੀਂ, ਸਾਰੇ ਜ਼ੀਰੋ ਨੇ। ਇਸ ਕਰਕੇ ਸੁਣ ਨੂੰ ਜ਼ੀਰੋ ਕਹਿੰਦੇ ਨੇ। ਹਾਂ, ਸੁਣ ਦਾ ਅਰਥ ਮੈਥਮੈਟਿਕਸ ਦੇ ਜ਼ੀਰੋ ਹੈ। ਸ਼ੂਨਿਆ ਦਾ ਅਰਥ ਜ਼ੀਰੋ ਹੈ। ਇਹ ਤੋਂ ਪ੍ਰਾਪਤੀ ਜ਼ੀਰੋ ਹੈ। 0 ਡਿਗਰੀ ਟੈਂਪਰੇਚਰ। ਹਾਂ, ਇਹ ਜ਼ੀਰੋ ਹੈ ਭਗਤੀ। ਮਾਲਾ ਕੀ ਹੈ? ਮਾਲਾ ਜ਼ੀਰੋ ਹੈ। ਉਹ ਵਿਚਾਲੇ ਜਗ੍ਹਾ ਹੈ, ਮਾਲਾ ਗੋਲ ਹੈ। ਉਹ ਜ਼ੀਰੋ ਵੀ ਗੋਲ ਹੁੰਦੀ ਹੈ, ਵਿਚਾਲੇ ਜਗ੍ਹਾ ਹੁੰਦੀ ਹੈ। ਇਹਨੇ ਚੌਰਸ ਬਣਾ ਲਈ ਉਹਨੂੰ। ਗੁਣ ਅਧਿਕ ਜਾਸ, ਗੁਣ ਅਧਿਕ ਜਾਸ ਲਖ ਲਜਤ ਅਨਾਸ। ਹਾਂ, ਗੁਣ ਅਧਿਕ ਜਾਸ। ਜਿੱਥੇ ਗੁਣ ਜ਼ਿਆਦਾ ਹੁੰਦੇ ਨੇ ਨਾ, ਜ਼ਿਆਦਾ ਗੁਣ ਹੁੰਦੇ ਨੇ, ਉੱਥੇ ਆ ਜਿਹੜੇ ਅਨਾਥ ਨੇ ਦੇਖ ਕੇ ਨੀਵੀਂ ਪਾ ਸ਼ਰਮਿੰਦੇ ਹੋ ਜਾਂਦੇ ਨੇ। ਤਾਂ ਹੀ ਗੁਰੂ ਘਰ 'ਚ ਆ ਕੇ ਜਿੰਨੇ ਜੋਗੀ ਸੀ ਮੂਹਰੇ ਲੱਗ ਕੇ, ਸਾਡੇ ਵੀ ਹੁਣ ਅਸੀਂ ਦੇਖਿਆ ਬੁੱਢੇ ਆ ਜਾਂਦੇ ਹੁੰਦੇ ਬੜੇ ਬੜੇ ਜਟਾਣੇ ਸੰਤ, ਉਹ ਸਾਡੇ ਮੂਹਰੇ ਚੱਲਦੇ। ਫਿਰ ਜਦ ਚੱਲਦਾ ਨਾ ਕਿਤੇ ਜਾਣਾ ਹੁੰਦਾ ਮਹੱਲੇ ਨੂੰ, ਉਹ ਮੂਹਰੇ ਨਰਸਿੰਗੇ ਵਜਾਉਂਦੇ ਜਾਂਦੇ ਨੇ, ਜਿਵੇਂ ਬਾਜੇ ਵਾਲੇ ਜਾਂਦੇ ਹੁੰਦੇ ਨੇ। ਯਾਨੀ ਸਾਤੋਂ ਨੀਵੇਂ ਹੋ ਕੇ ਜਾਂਦੇ ਨੇ ਨਾ।
ਮੂਹਰੇ ਮੂਹਰੇ ਬਈ ਉਹ ਘਟੀਆ ਮੰਨ ਕੇ ਚੱਲਦੇ। ਇਹ ਨਹੀਂ ਤੁਹਾਡੀ ਬੜੀ ਗੁਰੂ ਨਾਨਕ ਤੋਂ ਪ੍ਰਭਾਵਿਤ ਨੇ ਸਾਰੇ। ਹਾਂਜੀ। ਬ੍ਰਹਮਣ ਦੇਵ ਗੁਣ ਗਣ ਅਭੇਵ। ਬ੍ਰਹਮਣ ਦੇਵ ਜਿਹੜੇ ਬ੍ਰਹਮਣ ਨੇ ਨਾ, ਬ੍ਰਹਮਣ ਦੀ ਗੱਲ ਕਰਦੇ ਨੇ, ਬ੍ਰਹਮ ਵਿਦਿਆ ਪੜ੍ਹਾਉਂਦੇ ਨੇ, ਉਹਨਾਂ ਨੂੰ ਵੀ ਕੋਈ ਦੇ ਰਿਹਾ। ਹੁਣ ਉਹ ਲੈ ਰਹੇ ਨੇ। ਬ੍ਰਹਮਣ ਦੇਵ ਬ੍ਰਹਮਣਾਂ ਨੇ ਦੇਵ ਮੰਨਿਆ। ਜਿਹੜੇ ਬ੍ਰਹਮ ਗਿਆਨ ਦੀ ਗੱਲ ਇੱਛਕ ਸੀ, ਬ੍ਰਹਮ ਗਿਆਨ ਦੇ ਪਾਸ਼ਕ ਸੀ, ਬ੍ਰਹਮ ਵਿਦਿਆ ਦੇ ਵਿਦਿਆਰਥੀ ਸੀ, ਉਹਨਾਂ ਦਾ ਦੇਵ, ਉਹਨਾਂ ਦਾ ਟੀਚਰ ਬਣ ਗਿਆ। ਉਹਨਾਂ ਨੇ ਕਿਹਾ ਹਾਂ, ਜਿਹਨਾਂ ਨੂੰ ਲੋੜ ਸੀ, ਕਿਤੇ ਅੜੇ ਹੋਏ ਸੀ, ਉਹਨਾਂ ਦਾ ਦੇਵ ਹੈ। ਫਿਰ ਉਹਨਾਂ ਨੂੰ ਕੁਝ ਦੇ ਰਿਹਾ। ਦੇਖੋ ਦੇਵ ਲਫ਼ਜ਼ ਆਇਆ, ਦੇਵਤਾ ਨਹੀਂ ਆਇਆ। ਦੇਵ ਤੇ ਬ੍ਰਹਮਣ ਨੇ, ਇਹ ਦੇਵ ਹੈ। ਬ੍ਰਾਹਮਣ ਦੇਖਦੇ ਨੇ। ਬ੍ਰਾਹਮਣ ਤਾਂ ਦੇਵਤਾ, ਬ੍ਰਾਹਮਣ ਦੇਵਤਾ ਹੀ ਹੁੰਦਾ, ਦੇਵ ਨਹੀਂ ਹੁੰਦਾ ਬ੍ਰਾਹਮਣ। ਬ੍ਰਾਹਮਣ ਨੂੰ ਦੇਵਤਾ ਕਹਿੰਦੇ ਆਪਾਂ। ਬ੍ਰਾਹਮਣ ਦੇਵਤਾ ਉਹ ਜਿਹੜਾ ਸੱਚ ਨੂੰ ਲਵੇ, ਸੱਚ ਨੂੰ ਮੰਨੇ। ਨਹੀਂ ਫਿਰ ਦੂਆ ਪੰਡਤ ਹੁੰਦਾ, ਫਿਰ ਬ੍ਰਾਹਮਣ ਨਹੀਂ ਹੁੰਦਾ। ਬ੍ਰਾਹਮਣ ਦੇਵਤਾ ਹੀ ਹੁੰਦਾ। ਗੁਣ ਗਣ ਅਭੇਵ। ਦੇਵਤਾ ਹੀ ਬ੍ਰਾਹਮਣ ਹੁੰਦਾ ਹੈ, ਚਾਹੇ ਉਹ ਛਤਰੀ ਹੋਵੇ, ਚਾਹੇ ਸ਼ੂਦਰ ਹੋਵੇ, ਚਾਹੇ ਬੈਸ ਹੋਵੇ। ਜਿਹੜਾ ਬ੍ਰਹਮ ਵਿਚਾਰੀ ਹੋਵੇ, ਬ੍ਰਹਮ ਵਿਚਾਰਦਾ ਹੋਵੇ, ਉਹ ਬ੍ਰਾਹਮਣ ਹੁੰਦਾ, ਉਹ ਦੇਵਤਾ ਹੀ ਹੁੰਦਾ। ਉਹਦੀ ਇੱਛਾ ਵੀ ਜਿੰਨਾ ਕੁ ਉਹਦਾ ਗਿਆਨ ਹੋਵੇ ਫੜਕ ਦੇ ਦਿੰਦਾ, ਚਾਹੁੰਦਾ ਵੀ ਕੋਈ ਲੈ ਲਵੇ। 10 ਰੁਪਏ ਖਰਚ ਕੇ ਵੀ ਦਿੰਦਾ। ਗੁਣ ਗਣ ਅਭੇਵ। ਤੇ ਉਹਦੇ ਵੀ ਨਹੀਂ ਭਜਦਾ ਹੈ ਛੇਤੀ। ਹਾਂ, ਗੁਣ ਗਣ ਅਭੇਵ। ਜਿਹੜੇ ਗੁਣ ਨੇ, ਇੰਨੇ ਗੁਣ ਨੇ ਬਹੁਤ ਜ਼ਿਆਦਾ, ਲੇਕਿਨ ਭੇਦ ਭਾਵ ਤੋਂ ਰਹਿਤ ਗੁਣ ਨੇ। ਇਹ ਨਹੀਂ ਕਹਿੰਦਾ ਵੀ ਮੈਂ ਚੰਗਾ, ਦੁਨੀਆ ਮਾੜੀ ਹੈ। ਇਹ ਨਹੀਂ। ਇਹ ਉਹ ਗੁਣ ਇਹ ਨਹੀਂ ਹੈਗੇ ਵੀ ਆਹ ਨੀਚ ਹੈ, ਆਹ ਉੱਚ ਹੈ, ਆਹ ਹੈ। ਨਹੀਂ, ਲੋਕਾਂ ਦੀ ਬੁੱਧੀ ਦੇ ਵਿੱਚ ਠੀਕ ਹੈ, ਕੋਈ ਬੁੱਧੀ ਘੱਟ ਹੈ, ਕੋਈ ਵੱਧ ਹੈ, ਉਹ ਭੇਵ ਨਹੀਂ ਮੰਨਦਾ। ਬੁੱਧ ਦੇ ਲਿਹਾਜ਼ ਤੇ ਵੀ ਉੱਚ ਨੀਚ ਨਹੀਂ ਮੰਨਦਾ। ਉਹ ਸਭ ਮੈਂ ਜੋਤ ਜੋਤ ਹੈ, ਸੋਈਓ ਦੇਖਦਾ। ਉਹ ਸਭ ਮੈਂ ਜੋਤ ਜੋਤ ਹੈ, ਸੋਈਓ ਦੇਖਦਾ। ਉਹਨੂੰ ਪਤਾ ਹੈ ਵੀ ਇਹ ਲੈਣਾ ਨਹੀਂ ਚਾਹੁੰਦਾ, ਇਹ ਵੀ ਠੀਕ ਹੋ ਸਕਦਾ, ਠੀਕ ਹੋਣਾ ਨਹੀਂ ਚਾਹੁੰਦਾ। ਇਹਦੀ ਹਾਲੇ ਸਲਾਹ ਨਹੀਂ ਹੈ। ਚਲੋ ਮੇਲਾ ਹੈਗਾ, ਕਿਸੇ ਦੀ ਸਲਾਹ ਮੇਲੇ ਜਾਣ ਦੀ ਹੈ, ਕਿਸੇ ਦੀ ਸਲਾਹ ਨਹੀਂ ਹੈ। ਕੋਈ ਆਪਣੇ ਕੰਮ 'ਚ ਲੱਗਿਆ ਹੈ, ਕੋਈ ਕਹਿੰਦਾ ਵੀ ਹੋਲੇ ਜਾਣਾ ਵੀ ਉੱਥੇ ਕੋਈ ਸੁਣ ਕੇ ਆਉਣਾ। ਬਥੇਰਾ ਸਾਰਾ ਸਾਲ ਕੰਮੇ ਕਰਦੇ ਹਾਂ ਵੀ ਹੁਣ 2 ਦਿਨ ਜਾ ਕੇ ਸੁਣ ਆਈਏ ਕੁਛ। ਕੋਈ ਕਹਿੰਦਾ ਯਾਰ ਇਹਨਾਂ ਤੇ ਹੀ ਸੁਣ ਲਾਂਗੇ, ਮੇਰਾ ਆ ਜਿਹੜਾ ਕੰਮ ਹੈ ਮੈਂ ਆਪਣਾ ਕੰਮ ਕਰਨਾ। ਕੋਈ ਮਜਬੂਰੀ ਹੁੰਦੀ ਹੈ, ਨਹੀਂ ਜਾਂਦਾ। ਕੋਈ ਕਹਿੰਦਾ ਵੀ ਇਹ ਤੋਂ ਬੜੀ ਉਹ ਜ਼ਿਆਦਾ ਵੱਡੀ ਮਜਬੂਰੀ ਹੈ, ਸੁਣਨਾ ਜ਼ਿਆਦਾ ਮਜਬੂਰੀ ਹੈ। ਇੰਨਾ ਹੀ ਫਰਕ ਹੈ, ਹੋਰ ਜ਼ਿਆਦਾ ਬਹੁਤਾ ਫਰਕ ਨਹੀਂ ਹੁੰਦਾ, ਬਹੁਤਾ ਜ਼ਿਆਦਾ ਫਰਕ ਨਹੀਂ ਹੁੰਦਾ। ਹਾਂ। ਦੇਵਾਨ ਦੇਵ ਅਨਭਿਖ ਅਜੇਵ। ਦੇਵਾਨ ਦੇਵ, ਦੇਖੋ ਦੇਵਾਨ ਜਿਹੜਾ ਲਫ਼ਜ਼ ਹੈ ਇਹ ਬਹੁਵਚਨ ਹੈ। ਦੇਵਾ, ਦੇਵਾ ਕਰਨਾ ਲੱਗ ਗਿਆ ਨਾ, ਇਹ ਵੀ ਦੇਵਤਾ ਹੀ ਹੈ। ਦੇਵਾਨ, ਦੇਵਾਨ ਬਹੁਵਚਨ ਬਣ ਗਿਆ। ਮਾਟੀ ਕੇ ਕਰ ਦੇਵੀ ਦੇਵਾ। ਕਿਉਂ? ਦੇਵੀ ਦੇਵਾ ਦੀ ਜਿਹੜਾ ਦੇਹਧਾਰੀ ਹੈ ਉਹਦੀ ਮਿੱਟੀ ਦੀ ਮੂਰਤ ਬਣੂ। ਦੇਵੀ ਬਿਹਾਰੀ, ਦੇਵੀ ਨੂੰ ਬਿਹਾਰੀ ਲੱਗ ਗਈ। ਜੇ ਸਿਹਾਰੀ ਨਾਲ ਹੈ ਫਿਰ ਦੇਵੀ ਅੰਦਰ ਦੀ ਹੈ, ਚੰਡੀ ਹੈ, ਫਿਰ ਵਿਵੇਕ ਬੁੱਧੀ ਹੈ। ਜੇ ਬਿਹਾਰੀ ਲੱਗ ਗਈ ਤਾਂ ਬਾਹਰ ਲਈ ਹੈ ਦੇਵੀ, ਫਿਰ ਮਨ ਬੁੱਧੀ ਹੈ। ਫਿਰ ਮਨ ਬੁੱਧੀ ਹੋਈ ਹੈ ਜੀ, ਮਾਇਆ ਦੇ ਵਿੱਚ ਹੈ ਜੀ। ਜੇ ਮਾਇਆ ਦੇ ਵਿੱਚ ਉਹਦੀ ਮੂਰਤੀ ਵੀ ਬਣ ਜਾਣੀ ਹੈ ਫਿਰ। ਹਾਂ, ਦੇਵਾਨ ਦੇਵ। ਜਿਹੜੇ ਆਮ ਦੇਵਤੇ ਨੇ, ਜਿਹੜੇ ਜਿਵੇਂ ਜਿਨ ਮਾਨਸ ਤੇ ਦੇਵਤੇ ਕੀਏ, ਗੁਰਮਤਿ ਦੇ ਧਾਰਨੀ ਨੇ, ਗੁਰਸਿੱਖ ਨੇ, ਸੱਚ ਦੇ ਮਾਰਗ ਤੇ ਚੱਲਣਾ ਚਾਹੁੰਦੇ ਨੇ,
ਇਹ ਦੇਵਾਨ ਨੇ। ਬਲਿਹਾਰੀ ਗੁਰ ਆਪਣੇ ਦੇਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਇਹ ਦੇਵਾਨ ਦੇਵਤੇ ਜਿਹੜੇ ਬਹੁਵਚਨ ਉਹ ਹੈ, ਜਿਹੜੇ ਲੈਣ ਵਾਲੇ ਨੇ ਗਿਆਨ ਗੁਰਮਤਿ ਦਾ ਦੇਵਾਨ, ਉਹਨਾਂ ਦਾ ਦੇਵ ਹੈ। ਪਹਿਲਾਂ ਤਾਂ ਬ੍ਰਾਹਮਣਾਂ ਦਾ ਕਹਿਤਾ, ਕਲਿਆਂ ਦਾ। ਉਹ ਐ ਨਾ ਕੋਈ ਸਮਝ ਲਵੇ ਵੀ ਕੱਲੇ ਬ੍ਰਾਹਮਣ ਹੀ ਦੇਵ ਨੇ। ਦੇਵਾਨ ਦੇਵ ਕਹਿ ਕੇ ਕਹਿਤਾ ਵੀ ਦੇਖੋ ਨਾ, ਰਵਿਦਾਸ ਵੀ ਦੇਵਤਾ, ਦੇਵਤੇ ਤੋਂ ਹੀ ਅੱਗੇ ਵਧਿਆ ਨਾ। ਜਦ ਰਾਹ ਬਦਲਦਾ ਸੱਚ ਦਾ ਤਾਂ ਦੇਵਤਾ ਉਦੋਂ ਹੀ ਬਣ ਜਾਂਦਾ। ਸੱਚ ਦੇ ਮਾਰਗ ਤੇ ਚੱਲਣ ਦੀ ਜਦੋਂ ਚੱਲ ਪੈਂਦਾ ਦੇਵਤਾ ਤਾਂ ਉਦੋਂ ਹੀ ਬਣ ਗਿਆ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਬਾਤ। ਉਹ ਚਾਹੇ ਨਾਮਦੇਵ ਸੀ। ਇਹ ਦੇਵਾਨ ਦੇਵ ਦੇ ਵਿੱਚ ਸਾਰੀਆਂ ਜਾਤਾਂ ਦੇ ਆ ਗਏ, ਸਭ ਆ ਗਏ। ਜਾਤ ਪਾਤ ਨੂੰ ਨਾਲੇ ਗੁਰਮਤਿ ਤਾਂ ਮੰਨਦੀ ਹੋਈ ਨਹੀਂ, ਇਹ ਤਾਂ ਮਨੂ ਦੀ ਬਣਾਈ ਹੋਈ ਹੈ। ਇਹ ਤਾਂ ਮਨਮੁਖ ਦੀ। ਮਨੂ ਦਾ ਮਤਲਬ ਮਨਮੁਖ, ਮਨੂ ਨਹੀਂ ਹੈ। ਮਨ ਲਫ਼ਜ਼ ਹੈ, ਔਂਕੜ ਲੱਗਿਆ ਹੈ। ਅਸੀਂ ਮਨ ਕਹਿੰਦੇ ਹਾਂ ਮਨੂ। ਮਨਮੁਖਾਂ ਦੀ ਬਣਾਈ ਹੈ, ਪੰਡਤ ਦੀ ਬਣਾਈ ਹੋਈ ਹੈ। ਹਾਂਜੀ। ਦੇਵਾਨ ਦੇਵ ਅਨਭਿਖ ਅਜੇਬ। ਦੇਵਾਨ ਦੇਵ ਅਨਭਿਖ ਅਜੇਬ। ਦੇਵਾਨ ਦੇਵ ਹੈ, ਅਨਭਿਖ ਹੈ। ਦੇਖਣ ਨੂੰ ਤਾਂ ਉਹਦਾ ਦੇਹ ਹੈ ਲੱਗਦੀ, ਪਰ ਉਹਦੀ ਦੇਹ ਹੈ ਨਹੀਂ ਅਸਲ 'ਚ। ਜਿਹੜਾ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ। ਹੁਣ ਉਹ ਭਿਖ ਹੈ, ਹੁਣ ਅਜੂਨੀ ਹੈ ਉਹ। ਦੇਖੋ ਦੇਵਤਿਆਂ ਨੂੰ ਦੇ ਵੀ ਰਿਹਾ ਕੁਛ, ਸਰੀਰ ਵੀ ਹੈ, ਪਰ ਸਰੀਰ 'ਚ ਹੁੰਦਾ ਹੋਇਆ ਵੀ ਸਰੀਰ ਨਹੀਂ ਹੈ ਉਹਦਾ। ਅਭਿਖ ਕਹਿੰਦੇ ਨੇ, ਦੇਹ ਤੋਂ ਰਹਿਤ। ਭਿਖ ਹੁੰਦਾ ਅਸਲ ਦੇ ਵਿੱਚ ਮਾਇਆ ਤਾਂ ਸਰੀਰ, ਉਹ ਤੋਂ ਰਹਿਤ ਹੈ ਅਭਿਖ। ਸੰਨਿਆਸ ਨਾਥ ਅਨਧਰ ਪ੍ਰਮਾਥ। ਸੰਨਿਆਸ ਨਾਥ, ਸੰਨਿਆਸਾਂ ਦਾ ਨਾਥ ਹੈ। ਜਿਹੜੇ ਸੰਨਿਆਸੀ ਨੇ ਨਾ, ਉਹ ਸਾਰੇ ਕਾਬੂ 'ਚ ਨੇ। ਸੰਨਿਆਸ ਤਾਂ ਚਲਾਇਆ ਹੀ ਸੀ ਇਹਨੇ। ਸੰਨਿਆਸ ਨਾਥ ਹੈ। ਸੰਨਿਆਸ ਨੂੰ ਅੱਗੇ ਸਬਕ ਦੇਣਾ ਵੀ ਨਹੀਂ, ਇੱਕ ਆਸ ਰੱਖ ਲੈ ਭਾਈ, ਸਾਰੀਆਂ ਆਸਾਂ ਨਹੀਂ ਤਿਆਗਣੀ। ਜੇ ਹਾਂ ਸੰਸਾਰੀ ਆਸਾਂ ਤਿਆਗਣੀਆਂ ਨੇ ਆਪਾਂ ਨੇ, ਕਾਹਦੇ ਵਾਸਤੇ ਤਿਆਗਣੀਆਂ ਨੇ? ਸਵਾਲ ਤਾਂ ਹੈ ਕਿਉਂ ਤਿਆਗਣੀਆਂ ਨੇ? ਪ੍ਰਾਪਤੀ ਕੀ ਕਰਨੀ ਹੈ? ਉਹਨਾਂ ਨੇ ਕੀ ਗੱਲ ਕਹਿੰਦੇ, ਪਹਿਲਾਂ ਆਸਾਂ ਤਿਆਗ ਦਿਓ, ਫਿਰ ਦੱਸਾਂਗੇ ਗਾਂ, ਫਿਰ ਕਰਾਂਗੇ ਗਾਂ ਦੀ ਗੱਲ। ਭਾਈ ਉਹ ਦੇਖ ਲਈ ਖੜਾ ਹੈ ਹੱਥ 'ਚ, ਉਹ ਕਹਿੰਦਾ ਵੀ ਹੱਥ ਸਾਫ਼ ਕਰ, ਮੇਰੇ ਕੋ ਦੇਖ ਹੈ। ਉਹ ਦੇਖਦਾ ਤਾਂ ਜੋ ਬਣਾਈ ਨਹੀਂ ਹੈ, ਕਿਉਂ ਘਰ ਨਹੀਂ, ਆਟਾ ਹੈ ਨਹੀਂ, ਪਹਿਲਾਂ ਹੀ ਹੱਥ ਹੋ ਕੇ ਖੜਾ ਰਹੇ। ਪਾਉਣ ਨੂੰ ਕੀ ਹੈ ਤੁਹਾਡੇ ਹੱਥਾਂ 'ਚ? ਪਤਾ ਹੀ ਨਹੀਂ ਲੈਣਾ ਮੈਨੂੰ ਪ੍ਰਾਪਤੀ ਕੀ ਹੈ, ਦੱਸਿਆ ਵੀ ਨਹੀਂ ਹੈ ਜੋ ਪ੍ਰਾਪਤੀ ਕੀ ਹੈ। ਛੱਡ ਕਿਵੇਂ ਦੇਵੇ ਮਨ ਤਿਰਕੁਟੀ, ਵਿਚਾਲੇ ਕਿੱਥੇ ਲਟਕੇ? ਉਹ ਆਕਾਸ਼ ਚੁੜਿਆ ਜਾਂਦਾ ਹੈ, ਹੱਥ ਪਾਏ ਹੋਏ ਨੇ। ਉਹ ਕਹਿੰਦਾ ਜਹਾਜ਼ ਛੱਡ ਦੇ, ਤੈਨੂੰ ਦੂਏ ਮੁਲਕ 'ਚ ਲੈ ਜੂ। ਉਹ ਕਹਿੰਦਾ ਵੀ ਥੱਲੇ ਵੀ ਸਹਾਰਾ ਦੇ ਮੈਨੂੰ, ਮੈਂ ਛੱਡਦਾ ਦਿੰਦਾ, ਥੱਲੇ ਬਹੁਤ ਧਰਤੀ ਨੀਵੀਂ ਹੈ, ਮੈਂ ਬਚੂ। ਆਕਾਸ਼ ਚੁੱਕ ਕੇ ਕਿਹਦੇ ਆਸਰੇ ਛੱਡ ਦੇਵੇ? ਥੱਲੇ ਆਧਾਰ ਕੀ ਹੈ? ਜਿੰਨਾ ਚਿਰ ਨਾਮ ਦਾ ਆਧਾਰ ਨਹੀਂ ਮਿਲਦਾ, ਛੱਡ ਨਹੀਂ ਸਕਦਾ ਕਦੇ ਵੀ। ਕਿਵੇਂ ਛੱਡੂਗਾ? ਛਤਰੀ ਬੰਨ ਦਿੰਦੇ ਨੇ, ਛਤਰੀ ਖੁੱਲ ਜਾਣੀ ਆ, ਉਹ ਆਸ ਤੇ ਛਾਲ ਮਾਰਦੇ ਨੇ ਜਹਾਜ਼ 'ਚੋਂ। ਐਵੇਂ ਕੌਣ ਛਾਲ ਮਾਰੂਗਾ? ਫਿਰ ਤਾਂ ਮੂਰਖਤਾ ਹੀ ਹੈ। ਇਹ ਛਾਲਾਂ ਮਾਰਦੇ ਨੇ ਛਤਰੀ ਦੇ ਬਿਨਾਂ, ਵੀ ਆਪੇ ਬਚਾਲੂ ਹੱਥ ਦੇ ਕੇ, ਭਰੋਸਾ ਹੈ ਨਹੀਂ, ਮਾਰਦਾ ਹੀ ਨਹੀਂ ਛਾਲ। ਲੱਤਾਂ ਲਮਕਾ ਕੇ ਬੈਠੇ ਰਹਿੰਦੇ ਨੇ, ਬਸ ਪੈਰ ਪੈਰੇ ਥੱਲੇ ਲਮਕਾਉਂਦੇ ਨੇ, ਜਹਾਜ਼ ਤੋਂ ਥੱਲੇ ਉਤਰਦੇ ਨਹੀਂ ਹਨ। ਪੈਰ ਪੈਰ ਲਮਕਾ ਕੇ ਬੈਠੇ ਰਹਿੰਦੇ ਨੇ ਉੱਥੇ। ਜਦ ਥੋੜਾ ਚਿਰ ਸਮਾਧੀ ਹੋਣਾ, ਜਦ ਪੈਰ ਥੱਲੇ ਨੇ, ਫਿਰ ਪੈਰ ਅੰਦਰ ਆ ਜਾਂਦੇ ਜਹਾਜ਼ ਦੇ। ਇੰਨਾ ਗਿਆ ਸਮਾਧੀ, ਹੋਰ ਕੁਝ ਨਹੀਂ ਹੈ ਜੀ। ਹਾਂਜੀ। ਸੰਨਿਆਸ ਨਾਥ ਅਨਧਰ ਪ੍ਰਮਾਥ। ਸੰਨਿਆਸ ਨਾਥ ਅੰਤਰ, ਅੰਤਰ ਅੰਤਰ
ਕੁਛ ਨਹੀਂ ਹੈ ਦੇ ਵਾਲੀ ਕੋਈ ਗੱਲ ਨਹੀਂ ਹੈ। ਪ੍ਰਮਾਤ ਨਾਥ ਦੇ ਨਹੀਂ ਹੈ। ਹਾਂ ਜਿਹੜਾ ਸੁਨਿਆਰ ਦਾ ਨਾਥ ਹੈ ਉਹਦੇ ਨਹੀਂ ਹੈ ਦੇ ਅੰਤਰ, ਉਹਦੇ ਧਰਾਤਲ, ਉਹ ਜ਼ਮੀਨ ਉਹ ਧਰਾਤਲ ਤੇ ਨਹੀਂ ਕਿਸੇ ਤੇ ਖੜਾ, ਉਹ ਨਾਮ ਤੇ ਖੜਾ। ਧਰਾਤਲ ਹੁੰਦੀ ਹੈ ਮਾਇਆ, ਮਾਇਆ ਦਾ ਆਧਾਰ ਕੋਈ ਨਹੀਂ ਉਹਦਾ ਹੈ। ਅੰਤਰ ਪ੍ਰਮਾਤ ਪਰਮਾਰਥ, ਪਰਮਾਰਥ ਤੇ ਖੜਾ, ਕੁਝ ਦੇਣ ਨੂੰ ਖੜਾ। ਕਿਉਂ ਹੈ ਉਹ ਸਰੀਰ ਤੇ? ਜੇ ਉਹਨੇ ਸਰੀਰ ਤੇ ਕੋਈ ਕੰਮੇ ਨਹੀਂ ਲੈਣਾ, ਸਰੀਰ ਤੋਂ ਰਹਿਤ ਹੈ, ਕਿਉਂ ਵੀ ਜਿੰਦਾ ਕਿਉਂ ਹੈ? ਸਵਾਲ ਹੈ, ਇਹ ਸਵਾਲ ਦਾ ਜਵਾਬ ਹੈ ਪ੍ਰਮਾਤ ਆ ਜਿੰਦਾ ਹੈ, ਪਰਮਾਰਥ ਉਹਦਾ ਕੰਮ ਹੈ, ਜਨਮ ਤੁਹਾਰੇ ਲੇਖੇ ਹੈ। ਜਿਹੜਾ ਕੰਮ ਪਰਮੇਸ਼ਰ ਨੇ ਕਰਾਉਣਾ ਹੈ ਉਹ ਆਪ ਸਿੱਧਾ ਨਹੀਂ ਕਰ ਸਕਦਾ, ਉਹਦੇ ਕਰਕੇ ਜਿਉਂਦਾ, ਆਪਣੀ ਮਰਜ਼ੀ ਨਾਲ ਨਹੀਂ ਜਿਉਂਦਾ, ਉਹਦੀ ਮਰਜ਼ੀ ਨਾਲ ਜਿਉਂਦਾ। ਉਹ ਜਿੰਨੀਆਂ ਜੂਨੀਆਂ ਹੁਣ ਤਾਈਂ ਦਿੱਤੀਆਂ ਨੇ ਉਹਦਾ ਕਰਜ਼ਾ ਹੁਣੇ ਉਤਾਰਨਾ ਨੇ, ਹੁਣ ਤਾਈਂ ਤਾਂ ਖਾਧਾ ਹੀ ਖਾਧਾ। ਹੁਣ ਤੱਕ ਦਾ ਕਰਜ਼ਾ ਜਿਹੜਾ ਨਾ ਪਿੱਛੇ ਅਲਫ ਤੋਂ ਇਹ ਤੱਕ ਹੁਣੇ ਹੁਣ ਉਤਾਰਨਾ, ਤਾਂ ਬੈਲੈਂਸ ਬਰਾਬਰ ਹੋਣਾ। ਹੁਣ ਤਾਈਂ ਦਾ ਜਿਹੜਾ ਜਮਾ ਹੈ ਨਾ ਕਰਜ਼ਾ, ਉਹ ਹੁਣ ਲੈਣਾ। ਇਹ ਜਨਮ ਤੁਹਾਰੇ ਲੇਖੇ, ਇਹ ਲੈ ਜਾਣਾ। ਹੁਣ ਤਾਂ ਖਾਧਾ ਹੀ ਖਾਧਾ ਹੈ। ਹਾਂ, ਇੱਕ ਰਟਤ ਗਾਥ, ਇੱਕ ਟੇਕ ਸਾਥ, ਇੱਕ ਰਟਤ ਗਾਥ, ਨਾਨਕ ਲੇਖੇ ਇੱਕ ਗੱਲ, ਇੱਕੋ ਹੀ ਗੱਲ ਰਟਦਾ, ਇੱਕੋ ਹੀ ਗਾਥਾ ਰਟਦਾ। ਗਾਥਾ ਸਾਖੀ ਕੀ ਸਭ ਤੇ ਉੱਤਮ ਹਰ ਕੀ ਕਥਾ ਹੀ ਰਟਦਾ। ਇਹੀ ਦ੍ਰਿੜ ਕਰਦਾ, ਆਹੀ ਦ੍ਰਿੜ ਕਰਦੇ ਰੋਜ਼ ਆਪਾਂ, ਹੋਰ ਹੀ ਕਰਦੇ। ਇਸੇ ਨੂੰ ਰਟਿਆ, ਹੋਰ ਕੀ ਕਰਦੇ ਹੋ? ਇਹੀ ਰਟਦੇ ਹੋ ਬਾਰ 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 ਬਾਰ। ਜਿਹੜਾ ਦ੍ਰਿੜ ਕਰਨਾ ਰਟਣਾ ਹੀ ਹੁੰਦਾ, ਫਿਰ ਵੀ ਸਲਿੱਪ ਹੋ ਜਾਈਦਾ, ਰਟਦੇ ਰਟਦੇ ਵੀ ਸਲਿੱਪ ਹੋ ਜਾਈਦਾ। ਇੱਕ ਟੇਕ ਸਾਥ, ਟੇਕ ਕਾਹਦੀ ਹੈ? ਟੇਕ ਕਾਹਦੀ ਹੈ? ਇੱਕ ਦੀ ਟੇਕ ਹੈ, ਇੱਕ ਹੁੰਦਾ ਸੱਚ। ਮਾਇਆ ਬਹੁਰੰਗੀ, ਇੱਕ ਦੀ ਟੇਕ ਹੈ, ਸੱਚ ਦੀ ਟੇਕ ਹੈ। ਹਰ ਕੀ ਕਥਾ, ਹਰ ਕੀ ਕਥਾ, ਹਰ ਆਪਣੀ ਉਹ ਕਥਾ ਰਟਦਾ ਹੈ। ਆਤਮ ਕਥਾ ਹੀ ਹੈ ਹਰ ਕਥਾ, ਹੋਰ ਕੀ ਹੈ? ਇਹ ਆਤਮ ਕਥਾ ਹੀ ਹੈ ਹਰ ਕੀ ਕਥਾ। ਆਪੇ ਜਪੋ, ਆਪਣਾ ਜਾਪ ਹੈ, ਆਪਣਾ ਹੀ ਜਾਪ ਜਪਦਾ, ਆਪਣੀ ਉਹ ਕਥਾ ਰਟਦਾ, ਆਪਣਾ ਹੀ ਦੇਖਦਾ। ਤੂੰ ਆਇਆ, ਫੇਰ ਕਹਿੰਦਾ ਨਾ ਹੋ ਆਇਆ ਦੂਰੋਂ ਚੱਲ ਕੇ, ਜਾਂ ਰਟ ਲਈ ਜਦੇ ਕਹਿੰਦਾ, ਜਾਂ ਸਮਝ ਆਉਂਦੀ ਹੈ। ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਸੁਣਾਇਆ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਕਵਾਏ ਜੀਓ। ਇਹ ਕਥਾ ਹੀ ਆ, ਹੋਰ ਕੀ ਹੈ? ਆਹੀ ਰਟੀ ਸੀ, ਇਹੀ ਦੱਸਤੀ। ਤਿੰਨੇ ਲੋਕ ਦੀ ਗੱਲ ਕਹਿਤੀ ਇੱਕ 'ਚ, ਤਿੰਨੇ ਲੋਕ ਦੀ ਗੱਲ ਹੈ ਪੰਕਤੀ ਦੇ ਵਿੱਚ। ਦੂਰੋਂ ਕਿੱਥੋਂ ਚੱਲ ਗਿਆ? ਜਾਂ ਸੱਚਖੰਡ ਛੱਡਿਆ, ਜਾਂ ਤ੍ਰਿਤੀਏ ਮੈਂ ਕੁਛ ਭਿਆ ਦੋ ਤੇੜਾ, ਜਾਂ ਤੇੜ ਪਈ ਹੈ ਉੱਥੋਂ ਚੱਲਿਆ ਹੋਇਆ। 84 ਲੱਖ ਜੂਨ ਪਸ਼ੂ ਪੰਛੀ ਬਿਰਖ ਅਸਥਾਵਰ ਬਹੁਤ ਦੀ ਜੋਨ ਭਰਮਿਓਤ ਭਾਰੀ, ਇੱਥੋਂ ਚੱਲਿਆ ਹੋਇਆ, ਹੋਰ ਕਿੱਥੋਂ ਚੱਲਿਆ ਹੋਇਆ? ਇਸ ਕਰਕੇ ਸਾਰੇ ਹੀ ਸਿੱਖ ਨੇ, ਸਾਰੀਆਂ ਜੂਨਾਂ ਵਾਲੇ। ਇੱਥੇ ਆ ਕੇ ਸਿੱਖ, ਇੱਥੇ ਆ ਕੇ ਆਦਮੀ ਨੂੰ ਥੋੜ੍ਹੀ ਅਕਲ ਆ ਗਈ। ਥੋੜ੍ਹੀ ਅਕਲ ਖਤਰਨਾਕ ਹੁੰਦੀ ਹੈ, ਇਹਨੂੰ ਆਪਣੀ ਅਕਲ ਤੋਂ ਹੀ ਖਤਰਾ ਹੈ। ਇਸ ਅਕਲ ਤੋਂ ਹੀ ਖਤਰਾ ਇਹਨੂੰ, ਜਿਹੜੀ ਇਹਦੇ ਕੋਲ ਹੈ। ਖਤਰਾ ਹੋਰ ਕਿਸੇ ਤੋਂ ਨਹੀਂ ਹੈ ਇਹਨੂੰ। ਇਹ ਤਾਂ ਪੈਰ ਕੁਹਾੜਾ ਆਪਣੇ ਹੱਥ ਤੇ ਮਾਰਦਾ ਹੈ, ਗਫਲਤ ਕਰਦਾ ਹੈ, ਮੰਨ ਲੈਂਦਾ ਤੂੰ ਅਕਲਮੰਦ ਹੈ। ਇਹ ਗਫਲਤ ਹੈ, ਇਹ ਭੁਲੇਖਾ ਹੈ। ਮੈਂ ਅਕਲਮੰਦ ਹਾਂ, ਮੈਂ ਪੈਰ ਕੁਹਾੜਾ ਲੱਗ ਜਾਂਦਾ, ਪੈਰ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ। ਇੱਕ ਟੇਕ ਸਾਥ, ਇੱਕ ਟੇਕ ਇੱਕ ਦੀ ਰੱਖਦਾ, ਟੇਕ ਹੁਕਮ ਨਹੀਂ ਰੱਖਦਾ ਸਾਥ, ਕਿਉਂਕਿ ਇਹ ਦ੍ਰਿੜ ਨਹੀਂ ਕਰ ਸਕਦਾ। ਸਰੀਰ ਮਾਇਆ ਦਾ ਟੇਕ ਛੱਡੀ ਹੋਈ ਹੈ, ਸਰੀਰ ਤਾਂ ਹੈ ਨਹੀਂ ਹੁੰਦੇ ਹੋਏ ਵੀ, ਤੇ ਆਸਰਾ ਪਰ ਕੀ ਤੇ ਖੜਾ? ਸਵਾਲ ਇਹ ਹੈ। ਇੱਕ ਟੇਕ ਸਾਥ, ਜਿਹਦਾ ਕੰਮ ਕਰਦਾ ਉਹਦੀ ਉਹ ਟੇਕ ਹੈ। ਟਿਕਿਆ ਹੋਇਆ ਤਾਂ ਕਹਤੇ ਰਹਿਣਾ ਹੀ ਚਾਹੀਦਾ ਨਾ। ਆ ਧਰਤੀ ਕਾਹਦੇ ਆਸਰੇ ਟਿਕੀ ਹੋਈ ਹੈ? ਗਗਨ 'ਚ ਟਿਕੀ ਹੋਈ ਹੈ। ਜੇ ਧਰਤੀ ਗਗਨ ਦੇ ਵਿੱਚ ਟਿਕ ਸਕਦੀ ਹੈ
ਕਿ ਤੂੰ ਨਹੀਂ ਟਿਕ ਸਕਦਾ ਗਗਨ ਦੇ ਵਿੱਚ? ਧਰਤੀ ਹੁਕਮ ਨਾਲ ਜੁੜ ਕੇ ਟਿਕੀ ਹੋਈ ਹੈ, ਹੁਕਮ ਦੀ ਰੱਖੀ ਹੋਈ ਹੈ। ਸਿੰਧ ਪਰਬਤ ਮੇਦਨੀ ਬਿਨ ਥਮਾ ਗਗਨ ਰਹਾ, ਇਹ ਰੱਖੀ ਹੋਈ ਹੈ ਐਡੀ ਵਜਨਦਾਰ। ਤੇਰਾ ਤਾਂ ਵਜਨ ਨਹੀਂ, ਤੂੰ ਤਾਂ ਨਿਰਭਰ ਹੈ ਆਤਮਾ ਕਰਕੇ। ਸਰੀਰ ਤਾਂ ਧਰਤੀ ਤੇ ਪਿਆ, ਸਰੀਰ ਦਾ ਨਹੀਂ ਬੋਝ ਤੇਰੇ ਨਾਲ ਹੈਗਾ। ਸਰੀਰ ਦਾ ਬੋਝ ਤਾਂ ਹੈ ਨਹੀਂ, ਸਰੀਰ ਤਾਂ ਛੱਡਿਆ ਹੋਇਆ। ਇਹਦਾ ਪੱਥਰ ਤੇ ਹੀ ਛੱਡਤਾ। ਕਲ ਪਾਥਰ ਕੈਸੇ ਤਰੇ ਹਾਂ, ਸਰੀਰ ਤਾਂ ਪੱਥਰ ਹੈ। ਗੁਣ ਗਣ ਅਪਾਰ ਮਨ ਉਦਾਰ। ਗੁਣ ਗਣ ਅਪਾਰ, ਬੇਅੰਤ ਗੁਣ ਨੇ, ਗੁਣਾਂ ਦਾ ਸਮੂਹ ਹੈ, ਅਪਾਰ ਗੁਣ ਨੇ। ਮੁਨੀ ਮਨ ਉਦਾਰ, ਅਮੁਨੀ ਦਾ ਮਨ ਉਦਾਰ ਹੈ। ਲੈ ਜਾਓ ਜਿੰਨੇ ਮਰਜੀ, ਅਮੁੱਲ ਗੁਣ ਅਮੁੱਲ ਵਪਾਰ। 13 ਤੋਲੀ ਜਾਂਦਾ ਹੈ। ਨਾਲੇ ਦੇ ਕੇ ਵੀ ਨਾ ਜਾਇਓ, ਲੈ ਜਾਓ, ਗਾਹਾਂ ਦੇ ਦਿਓ, ਗਾਹਾਂ ਦੇ ਦਿਓ, ਵਧਾ ਕੇ ਹੋਰ ਖੇਤੀ ਕਰ ਲਓ, ਬੀਜ ਲਓ। ਕੋਈ ਕਣਕ ਲੈ ਜਾ ਕਿ ਤੋ 10 ਕਿਲੋ ਬੀਜ ਲਵੇ ਜਾ ਕੇ, ਚਾਹੇ ਵਿੱਚੋਂ 5 ਕਿਲੋ ਖਾ ਲਵੇ, 5 ਕਿਲੋ ਹੀ ਜੇ ਬੀਜ ਲਵੇ ਤਾਂ ਕਿੰਨੀ ਹੋਊਗੀ? 5 ਕਿਲੋ ਵੀ ਬੀਜ ਲਵੇ ਕਿੰਨੀ ਹੋਊਗੀ? ਕੁਆਂਟਲਾਂ 'ਚ ਹੋਊ, 5 ਕੁਆਂਟਲ ਹੋ ਜੂਗੀ 5 ਕਿਲੋ ਦੀ। ਜ਼ਿਆਦਾ ਵੀ ਕਰ ਸਕਦਾ ਹੈ ਕਿ ਜਿਹਨੇ 5 ਕਿਲੋ ਬੀਜਣੀ ਹੈ 5 ਕੁਆਂਟਲ ਤੇ ਖਾ ਵੀ ਲਵੇ, ਬੀਜੀ ਵੀ ਜਾਵੇ। ਖਾਵੋ ਖਰਚੋ ਰਲ ਮਿਲ ਭਾਈ, ਤੋੜਨਾ ਆਵੇ ਵੱਧ ਹੋ ਜਾਏ। ਸੁਭ ਮਤ ਸੁਟਾਰ ਬੁੱਧੀ ਕੋ ਪਹਾਰ। ਜੇ ਉਹ ਮਤਲਬ ਹੈ ਖਾ ਕੀ ਲਵੇ, ਜੇ ਭੁੱਲ ਜਵੇ ਅੱਧੇ ਹੀ ਰਹਿ ਜਾਣ ਕੋਲ। ਸੁਣੀ ਹੋਈ ਗੱਲ, ਖਾਣੇ ਉਹਨੇ ਕੀ ਨੇ? ਜੇ ਸੁਣੀ ਹੋਈ ਗੱਲ ਅੱਧੀ ਰਹਿ ਜਾਵੇ, ਉਹਦੀ ਵੀ 5 ਕੁਆਂਟਲ ਬਣ ਜਾਂਦੀ ਹੈ ਜੇ ਵਿਚਾਰੇ। ਸੁਭ ਮਤ ਸੁਟਾਰ, ਇੱਕ ਮਤ ਸੁਟਾਰ। ਸੁਭ ਮਤ ਸੁਟਾਰ। ਮਤ ਐਸੀ ਢਾਲੀ ਹੈ, ਸ਼ੁਭ ਮਤ ਬਣਾਤੀ। ਕਿਉਂ? ਗੁਣ ਗਾਣ ਉਦਾਰ ਹੈ, ਬਹੁਤ ਗੁਣ ਨੇ ਔਰ ਦੇ ਰਿਹਾ, ਇਹ ਸ਼ੁਭ ਮਤ ਹੋ ਗਈ। ਬੁੱਧੀ ਕੋ ਪਹਾੜ। ਬੁੱਧੀ ਦਾ ਤਾਂ ਪਹਾੜ ਹੈ, ਲੈ ਲਓ। ਪਹਾੜ ਜਿੱਡੀ ਬੁੱਧੀ ਹੈ। ਹੁਣ ਪਹਾੜ ਤੋਂ ਬੜੀ ਕੋਈ ਚੀਜ਼ ਕੀ ਕਹਿੰਦੇ? ਬੁੱਧੀ ਕੋ ਪਹਾੜ। ਆਦਿ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਈ ਹੁਕਮ ਬੁੱਧੀ ਦੀ, ਨਹੀਂ ਆਈ, ਕਿਤੇ ਨਹੀਂ ਆਈ ਭਗਤਾਂ ਦੀ। ਨਵੀਆਂ ਗੱਲਾਂ ਨੇ ਇੱਥੇ ਉਪਮਾ ਦਿੱਤੀ ਹੋਈ ਹੈ। ਸੈਂਕੜੇ ਨਵੀਆਂ ਉਪਮਾ ਨੇ, ਬਹੁਤੀਆਂ ਨਵੀਆਂ ਉਪਮਾ ਨੇ, ਘੱਟ ਉਹਦੇ 'ਚੋਂ ਨੇ। ਉਹਦੇ ਨਾਲ ਮਿਲਾ ਰਹੇ ਆਪਾਂ, ਉਹ ਨਹੀਂ ਅਨੁਪਮਾ। ਨਵਾਂ ਗ੍ਰੰਥ ਹੈ ਬਰਾਬਰ ਦਾ, ਭਾਸ਼ਾ ਹੋਰ 'ਚ। ਬੁੱਧੀ ਕੋ ਪਹਾੜ। ਪਹਾੜ ਵੀ ਉੱਚੇ ਤੇ ਉੱਚਾ ਹੀ ਹੁੰਦਾ। ਪਹਾੜ ਕਹਿੰਦੇ ਉਹਨੂੰ ਨੇ ਜਿਹੜਾ ਸਭ ਤੋਂ ਉੱਚਾ ਹੋਵੇ। ਜਿਹੜਾ ਦੂਜੇ ਪਹਾੜ ਨੇ ਨਾ, ਉਹ ਚੋਟੀਆਂ ਹੋ ਜਾਂਦੀਆਂ ਨੇ ਫਿਰ। ਹਾਂ, ਉੱਚਾ ਹਿਮਾਲਿਆ ਇਹਨੂੰ ਪਹਾੜ ਕਹਿੰਦੇ ਨੇ, ਸਭ ਤੋਂ ਉੱਚਾ। ਹਾਂਜੀ। ਸੰਨਿਆਸ ਭੇਖ ਅਨ ਬਿਖ ਅਦਵੈਖ। ਸੰਨਿਆਸ ਭੇਖ, ਦੇਖੋ ਭੇਖ ਨਹੀਂ ਬਦਲਿਆ। ਪਹਿਲਾਂ ਸ਼ਿਕਾਰੀ ਨੂੰ ਗੁਰੂ ਜ਼ਰੂਰ ਬਣਾ ਲਿਆ, ਤੀਰ ਕਮਾਨ ਨਹੀਂ, ਧਨਖ ਨਹੀਂ। ਉਹ ਜਿਹੜਾ ਬੰਦਾ ਕੱਛ ਜਿਹੜੀ ਜਟਾਂ ਅਤਭੂਤੀ ਇਹ ਨਹੀਂ ਲਾਹੀ ਹੈ। ਭੇਖ ਨਹੀਂ ਬਦਲਿਆ। ਸੰਨਿਆਸ ਭੇਖ ਨਹੀਂ ਬਦਲਿਆ, ਵਿਚਾਰ ਧਾਰਾ ਜ਼ਰੂਰ ਬਦਲੀ ਹੈ। ਵਿਚਾਰ ਧਾਰਾ ਬਦਲੀ ਹੈ। ਇਹ ਗੱਲ ਇੰਪੋਰਟੈਂਟ। ਸਾਰੀਆਂ ਹੀ ਗੱਲਾਂ ਆ ਜਾਣੀਆਂ ਜਿੰਨੀਆਂ ਕਹੀਆਂ ਹੋਈਆਂ ਨੇ, ਜਿੰਨੀਆਂ ਕਹੀਆਂ ਨੇ ਨਾ ਭਟਵੀਆਂ ਗੱਲਾਂ ਆਪਾਂ ਨੇ ਆਦ ਵਿੱਚ, ਇਹਦੇ ਸਾਰੀਆਂ ਕਵਰ ਕਰ ਦੇਣੀਆਂ। ਇਕੱਲੇ ਨਹੀਂ ਕਵਰ ਕਰ ਦੇਣੀਆਂ ਨੇ। ਕਿਸੇ ਨੇ ਨਹੀਂ ਕਿਹਾ ਨਾਨਕ ਨੇ ਵੀ ਆ ਭੇਖ ਹੋਣਾ। ਸੱਤਾ ਬਰਬੰਡਾ ਉਹਦੀ ਬਾਣੀ ਹੈ, ਸਦਨਾ ਕਸਾਈ ਉਹਦੀ ਬਾਣੀ ਹੈ। ਵਿਚਾਰ ਧਾਰਾ ਬਦਲੀ ਹੈ, ਕਰਮ ਨਹੀਂ ਛਡਾਇਆ, ਸਮਾਧੀ ਨਹੀਂ ਛਡਾਈ। ਲਾਈ ਜਾ, ਕੋਈ ਨਹੀਂ ਤੇ ਤੂੰ ਸਮਾਧੀ ਲਾਉਣ ਲਾਈ ਜਾ, ਧੂਣਾ ਤਾਪਦਾ ਤਾਪੀ ਜਾ, ਸੌਂ ਮਲਦਾ ਮਿਲੀ ਜਾ, ਗਿਆਨ ਲੈਣਾ ਸ਼ੁਰੂ ਕਰ ਦੇ। ਸਮਾਧੀ ਲਾ ਕੇ ਵਿਚਾਰ ਸ਼ਬਦ
ਅਸੀਂ ਲਾ ਕੇ ਸ਼ਬਦ ਵਿਚਾਰ ਕਰ, ਗੁੰਨਮਨ ਹੋ ਕੇ ਨਾ ਬੈਠ। ਸਮਾਧੀ ਲੱਗਦੇ ਸ਼ਬਦ ਵਿਚਾਰ ਹੋਊਗੀ। ਹਾਂਜੀ। ਸੰਨਿਆਸ ਭੇਖ ਅਨਵਿਖ ਅਦਵੈਖ। अनविख, विख्या तो रहता है, विख्या तो रहता है। माया दी भुख देखो इतने रिद्ध सिद्ध होंगी है। संन्यास भेख चो हुण माया दी भुख नहीं रही, रिद्ध सिद्ध नहीं रही है, वो त्यागती है, वो लाइन बदल दी। ਅਦਵੈਖ अद्वैक है, द्वेष नहीं करता किसी नाल, द्वेष भावना नहीं है, शरीकत नहीं किसी नाल, शरीका नहीं है, सब नूं समझा रहा। गुरबाणी किसी इहदा कोई सच का कोई शरीक हुंदा ही नहीं। सच है ही एक, दूआ होवे तां शरीक होवे ना। सच किसी का शरीक है ना सच का कोई शरीक है। सच का शरीक लोग बनाने की कोशिश करते हैं, अजे ना बनया ना बनूगा, कोशिश की जाती, करते रहते। असफल कोशिशां होंदियां रहंदियां ने सच का शरीक बनाउण दियां, और वो ढहंदियां रहंदियां ने सारी। जिन्नियां मत्तां बनदियां ने फेल क्यों होंदियां ने? सच का शरीक बनाउण दी कोशिश कीती सी, ढह गई, नहीं रही। शरीक खुदा बनाया, ढह गया। दसम पातशाह ने लिख दिता, निरशरीक है। निरशरीक है, तेरा कोई शरीक नहीं है। हुक्म का कौन शरीक है? फिर तो दो हो गए, एक तो रहा ही ना। जे शरीक है तो दो ने। दुनिया का सवाल है पैदा होया भी शरीक है खुदा असी कहने आए, निरशरीक कहंदा। वो कहने भी खुदा दो मान लो, खुदा दो मान लो, दो खुदा मान लो। कहते खुदा तो एक ही है, फिर शरीक कौन है? खुदा नाम दसो। ये खुदा एक है यार, मोहम्मद साहब नूं खुदा मनो। खुदा भाई ना जमदा ना मरदा, तो फिर चुप कर गए। झूठ ने चुप करना ही हुंदा है। झूठ तो आखिर चुप करता ही करता। हाँ जी। जापत अभेख वृद्ध बुद्धि अलेख। गुरु नानक नूं भी शरीक है खुदा बनाने की कोशिश की इन्होंने, वही कोशिश की रल के। इन्हां दे पा दो यह बीमारी, सानू ना कह सकन। इन्हां दे घर च बाड़ दो, यह सानू ना कह सकन। नारायण कलाधार जग में परवरियो कहता ना, वो तो आप कह रहे नारायण कलाधार जग में। जड़ा कह रहा भगत भी कह रहा गुरु नानक नूं, सतगुरु नानक भगत करी एक मन, तन मन धन गोबिंद दियो। ओ छड़ गए, आ ले ली। शरारती आदमी सी, बहुत ही छात्र दिमाग आदमियों ने यह सब कुछ किया होया। गलती ना नहीं होया मैं तुसी कहो, छात्र सी वो बहुत तकड़े। वो तो उन्होंने कोई छात्र कहाँ सी, मेरे वर्गा उन्हें फड़ ले। छात्रा का गुरु भी तो होंगे कोई, वो भी तो कितों शरारत सीख के आते ही ने। हरेक का गुरु होंगे, गुरु तो हरेक का ही होंगे, वो सब का ही गुरु है। छात्रा का भी गुरु वही है, राक्षसां का देवतां का गुरु एक ही है। हाँ, दोए मनते ने उन्होंने, देव अदेव दोहू प्रभ मान्यो। हुण जद वो जिहड़ा बुला रहा है, वो छात्रा का गुरु बुला रहा, छात्रा का गुरु है बोल रहा। जो बुला रहा छात्रा का गुरु बोल भी उही रहा है। वो मोबाइल का उही बोलू जो पिछों बोलता, मोबाइल का पता नहीं पल्ले की होंगे बेचारे दे। पिछों वाला नहीं बोलना, मोबाइल ने तो उही दस देना सानू। बोलता तो पिछे वाला ही होंगे। जापत अभेख। एक हैगा उत्थे उन्हां दा कबीशर अंमृतसर का, वो कहना गल्लां चोरां दियां साधां बुझ लैणियां।
ਅਸੰਖ ਚੋਰ ਹਰਾਮ ਖੋਰ ਨੇ ਨਾ, ਅਸੰਖ ਮੂਰਖੰਦ ਖੋਰ, ਅਸੰਖ ਚੋਰ ਹਰਾਮ ਖੋਰ। ਚੋਰ ਹਰਾਮ ਖੋਰਾਂ ਦੀ ਜਿਹੜੀ ਚਲਾਈ ਹੋਈ ਹੈ ਨਾ ਗੱਲ, ਆ ਗੰਦਲ ਪਾਈ ਹੋਈ ਸੀ। ਕੋਈ ਸਾਧ ਬੁੱਝੂਗਾ ਗੱਲਾਂ ਚੋਰਾਂ ਦੀਆਂ, ਸਾਧਾਂ ਬੁੱਝ ਲੈਣੀਆਂ, ਬੁੱਝ ਲੀਆਂ ਸਾਰੀਆਂ ਹੀ। ਬੇਰੀ ਕਿਉਂ ਬਾੜੀ ਹੈ? ਬੇਰੀ ਦੀ ਨਿੰਦਿਆ ਕੀਤੀ ਹੋਈ ਆ ਗੁਰਬਾਣੀ ਚ ਕਬੀਰ ਨੇ। ਮਾਰੀ ਮਰੀ ਕੁਸੰਗ ਕੀ ਕੇਲੇ ਨਿਕਲ ਜੋ ਬੇਰ, ਹਾਂ ਉਹ ਝੂਲੇ ਉਹ ਚੀਰੀਏ। ਹਾਂ ਬੇਰੀ ਬਾੜਦੀ ਸਾਡੇ ਘਰ ਜਾ ਕੇ, ਚੀਰਤਾ ਕੇਲਾ ਏਕਤਾ ਚੀਰਤੀ। ਉਧਰ ਦੁੱਖ ਭੰਜਣੀ ਬੇਰੀ ਆ, ਉਧਰ ਦੁੱਖ ਭੰਜਣ ਨਾਮ ਹੈ। ਬੇਰੀ ਨੂੰ ਮੰਨਦੇ ਨੇ, ਦੁੱਖ ਭੰਜਣੀ ਬੇਰੀ ਨਾਮ ਨੂੰ ਨਹੀਂ ਮੰਨਦਾ ਕੋਈ। ਬੇਰੀ ਦੀ ਪੂਜਾ ਹੁੰਦੀ ਹੈ ਦੁੱਖ ਭੰਜਣੀ ਕਰਕੇ, ਨਾਮ ਦੀ ਪੂਜਾ ਕੋਈ ਨਹੀਂ ਕਰਦਾ। ਨਾਮ ਤੇ ਵਿਸ਼ਵਾਸ ਨਹੀਂ, ਦੁੱਖ ਭੰਜਣ ਬੇਰੀ ਤੇ ਵਿਸ਼ਵਾਸ ਹੈ। ਕਰਤੀ ਨਾ ਬੇਰੀ, ਪਾੜਦੀ ਕਦੀ ਚੀਰ ਤੱਕ ਨਹੀਂ ਚੀਰਤਾ। ਹਾਂ ਇਹ ਚੋਰਾਂ ਦੀਆਂ ਗੱਲਾਂ ਸਾਧਾਂ ਬੁੱਝ ਲੈਣੀਆਂ। ਬੇਰੀ ਤਾਂ ਬਾੜੀ ਹੈ। ਫਿਰ ਕਹਿੰਦੇ ਹੋਵੇ ਲਿੰਗ ਚਿੰਗ ਨਾ ਹੋਵੇ, ਬੇਰੀ ਦੀ ਚੰਗਾ ਸਾਫਾ ਲਾ ਦਿੰਦੀ ਹੈ। ਪੱਗ ਕਿਸੇ ਦੇ ਸਿਰ ਤੇ ਨਹੀਂ ਰਹਿਣੀ, ਇਹਨਾਂ ਦੇ ਪੱਗ ਨਹੀਂ ਰਹਿਣੀ ਕਿਸੇ ਦੇ। ਬੇਰੀ ਬਾੜੀ ਹੈ। ਜਿੰਨਾ ਚਿਰ ਬੇਰੀ ਹੈ ਪੱਗਾਂ ਲੈਂਦੀਆਂ ਹੀ ਰਹਿਣਗੀਆਂ। ਜਿੱਦਣ ਬੇਰੀ ਪੱਟ ਕੇ ਬਾਹਰ ਮਾਰੀ ਉਦੋਂ ਪੱਗਾਂ ਬਚਣ ਲੱਗ ਜਾਣਗੀਆਂ। ਹਾਂ ਬੇਰੀ ਐਸੀ ਚੀਜ਼ ਹੈ, ਪੱਗ ਲਾਉਂਦੀ ਹੈ। ਚੰਗਾ ਜਾਪਤ ਅਭੇਖ ਬ੍ਰਿਧ ਬੁੱਧ ਅਲੇਖ, ਜਾਪਤ ਅਭੇਖ, ਜਾਪਤ ਅਭੇਖ, ਅਭੇਖ ਜਾਪਦਾ, ਅਭੇਖ ਨੂੰ ਜਪਦਾ, ਦੇਹ ਧਾਰੀ ਨੂੰ ਨਹੀਂ ਜਪਦਾ। ਅਭੇਖ ਨੂੰ ਜਪਦਾ, ਅਭੇਖ ਇਹ ਲੋਕਾਂ ਨੂੰ ਜਾਪਦਾ ਵੀ ਹੁਣ ਦੇ ਦੂਰਾਂ ਦਾ ਕੋਈ ਸਮਾਂ, ਦੇਹ ਦੀ ਗੱਲ ਹੀ ਨਹੀਂ ਕਰਦਾ। ਕ੍ਰਿਸ਼ਨ ਵੀ ਕਹਿੰਦਾ ਗੋਪੀਆਂ ਨੂੰ, ਉਹ ਜਿਹੜਾ ਮੈਂ ਤੁਹਾਨੂੰ ਦਿਖਦਾ ਮੈਂ ਨਹੀਂ ਹੈਗਾ। ਜੋ ਮੈਂ ਹੈ ਤੁਹਾਨੂੰ ਦਿਖਦਾ ਨਹੀਂ, ਜੋ ਤੁਹਾਨੂੰ ਦਿਖਦਾ ਮੈਂ ਹੈ ਨਹੀਂ। ਇਹ ਗੱਲ ਉਹ ਕਹਿੰਦਾ। ਮੈਂ ਬੋਲਦਾ ਜਿਹੜਾ ਉਹਨੂੰ ਦੇਖੋ, ਸੁਣੋ ਕੌਣ ਬੋਲਦਾ ਕੌਣ ਹੈ। ਇਸ ਬਿਰਮੀ 'ਚ ਸੱਪ ਬੋਲਦਾ, ਬਿਰਮੀ ਦੀਦੀ ਹੈ, ਸੱਪ ਨਹੀਂ ਦੀਦਾ ਹੈਗਾ। ਜਾਂ ਫਿਰ ਬਿਰਮੀ 'ਚ ਹੰਸ ਬੋਲਦਾ, ਦੋਏ ਬੋਲਦੇ ਨੇ। ਪਹਿਲਾਂ ਸੱਪ ਬੋਲਦਾ, ਫਿਰ ਗਰੜ ਬੋਲਦਾ। ਗਰੜ ਸੱਪ ਨੂੰ ਮਾਰ ਲੈਂਦਾ ਜਾਂ ਖਾ ਲੈਂਦਾ ਨਾ, ਫਿਰ ਬੋਲਦਾ। ਗੁਰ ਗਿਆਨ ਗਰੜ ਮੁਖ ਪਾਇਆ, ਫਿਰ ਗਰੜ ਬੋਲਦਾ। ਬ੍ਰਿਧ ਬੁੱਧੀ ਅਲੇਖ, ਬਿਰਧ ਬੁੱਧ ਅਲੇਖ, ਬ੍ਰਿਧ ਬੁੱਧ ਬ੍ਰਿਧ ਉਹ ਬੁੱਧ ਵਿਵੇਕ ਬੁੱਧ ਹੈ, ਬ੍ਰਿਧ ਹੈ ਬਹੁਤ ਸਭ ਤੋਂ ਪਹਿਲੀ ਪੁਰਾਣੀ, ਜਿਹੜਾ ਜਿੱਥੋਂ ਸਾਰੇ ਬੁੱਧੀਆਂ ਬਿਰਧ ਉਹਨੂੰ ਕਹਿੰਦੇ ਨੇ ਜਿੱਥੋਂ ਰਾਤ ਪੈਦਾ ਹੋਈ ਹੋਵੇ ਸਾਰੀ, ਜਿੱਥੋਂ ਗਾਹਾਂ ਚੱਲੀ ਹੋਵੇ ਨਾ ਸਾਰੇ। ਵਿਵੇਕ ਬੁੱਧੀ ਜੋ ਸਾਰੀਆਂ ਬੁੱਧੀਆਂ ਪੈਦਾ ਹੋਈਆਂ ਨੇ, ਇਹ ਬੁੱਧੀ ਬ੍ਰਿਧ ਹੈ ਸਾਰਿਆਂ ਨੂੰ। ਇਹ ਜਿੰਨੀਆਂ ਬੁੱਧੀਆਂ ਬਾਅਦ 'ਚ ਪੈਦਾ ਹੋਈਆਂ ਮੱਤਾਂ ਨਾ, ਇਹ ਬਾਅਦ 'ਚ ਪੈਦਾ ਹੋਈਆਂ ਨੇ। ਇਹ ਆਦਮੀ ਨੇ ਪੈਦਾ ਕੀਤੀਆਂ ਨੇ ਮੱਤਾਂ, ਕਿਸੇ ਜਾਨਵਰ ਨੇ ਕੋਈ ਮੱਤ ਨਹੀਂ ਪੈਦਾ ਕੀਤੀ। ਉਹ ਬੁੱਧ ਵਿਵੇਕ ਬੁੱਧ ਬ੍ਰਿਧ ਹੈ। ਉਹ ਬਿਰਧ ਹੁੰਦੇ ਨੇ, ਉਹਦੀ ਉਹ ਗਾਹਾਂ ਔਲਾਦ ਹੁੰਦੀ ਹੈ, ਉਹਨਾਂ ਦੇ ਪਿੰਡ ਬੰਨੇ ਹੁੰਦੇ ਨੇ। ਜੋ ਕੁਝ ਪੈਦਾ ਕੀਤਾ ਸੰਸਾਰ ਉਹ ਵਿਵੇਕ ਬੁੱਧੀ ਨੇ ਕੀਤਾ। ਵਿਵੇਕ ਬੁੱਧੀ ਹੀ ਬਿਰਧ ਬੁੱਧ ਹੈ। ਸਭ ਤੋਂ ਪਹਿਲਾਂ ਪੈਦਾ ਹੁੰਦਾ ਉਹਨੂੰ ਬਿਰਧ ਕਹਿੰਦੇ ਨੇ। ਹਾਂ ਕੁਲਕ ਛੰਦ। ਹੁਣ ਇਹੋ ਜਿਹਾ ਬਿਰਧ ਬੁੱਧ ਦੱਸੋ ਕਿੱਥੇ ਬਿਰਧ ਬੁੱਧ ਆਇਆ ਹੋਇਆ ਆਦ ਵਿੱਚ? ਆਇਆ ਨਹੀਂ, ਕੀ ਅਰਥ ਕਰੋਗੇ, ਕਿੱਥੋਂ ਪੁੱਛ ਲਓਗੇ? ਇਹ ਕੁਝ ਹੋਰ ਕਰੀ ਜਾਂਦਾ ਵਿਚਾਰਾ, ਅਰਥ ਕੀ ਕਰੇ ਜਾਂ ਡਿਕਸ਼ਨਰੀ ਹੈ ਨਹੀਂ। ਕੁਲਕ ਛੰਦ। ਧਾ ਤਖਿਤ ਇੰਦ ਚਾ ਚਕਿਤ ਚੰਦ, ਧਾ ਤਖਿਤ ਇੰਦ ਚਾ ਚਕਿਤ ਚੰਦ। ਇੰਦਰ ਨੇ ਜਿਹੜੇ ਰਾਜੇ ਨੇ, ਜਦੋਂ ਨੇ ਇਹ ਸ਼ੁਰੂ ਕੀਤਾ ਨਾ ਹੁਣ ਦੂਆ, ਪਹਿਲਾਂ ਤਾਂ ਜਦ ਬੋਲਦਾ ਨਹੀਂ ਸੀ ਨਾ, ਦਰਸ਼ਨੇ ਕਰਦੇ ਤੇ ਰਾਜੇ ਨਮਸਕਾਰ ਕਰਕੇ ਤੁਰ ਪੈਂਦੇ ਤੇ ਪ੍ਰਭਾਵਤ ਤੇ।
ਜਿਆਦੇ ਦੂਆ ਗਿਆਨ ਕਰਾਉਣ ਲੱਗ ਗਿਆ ਨਾ, ਹੁਣ ਕੋਈ ਹਰਸਮਾਨ ਨਹੀਂ ਰਾਜਾ। ਉਹਨਾਂ ਨੇ ਕਹਿੰਦਾ ਬਗਾਵਤ ਪੈਦਾ ਕਰਨਾ, ਧੱਕ ਕਰਨ ਲੱਗੇ ਰਾਜਾਂ ਦੇ, ਧੁਕ ਧੁਕਾ ਪੈਦਾ ਹੋ ਗਿਆ ਰਾਜਾਂ ਦੇ ਹਿਰਦੇ 'ਚ ਵੀ ਇਹ ਪਤਾ ਨਹੀਂ ਕੀ ਹੁਣ ਤੂਫਾਨ ਲਿਆਊਗਾ। ਇਹ ਤਾਂ ਜਨਤਾ ਨੂੰ ਬਾਗੀ ਕਰਾਉਣ ਲੱਗ ਗਿਆ। ਸਾਨੂੰ ਰਾਜਾ ਹੀ ਨਹੀਂ ਮੰਨਦਾ, ਤਾਂ ਬਗਾਵਤ ਹੈ। ਪਹਿਲਾਂ ਬੋਲਦਾ ਨਹੀਂ ਸੀ, ਚੁੱਪ ਰਹਿੰਦਾ ਸੀ, ਸਾਧੂ ਸੁਭਾਅ ਸੀ। ਤੋਤੇ ਦੀ ਗੱਲ ਤਾਂ ਗਿਆ ਸੀ ਤਾਂ ਤਖਤ ਇੰਦ, ਤਾਂ ਤਖਤ ਇੰਦ, ਚਾ ਚਕਿਤ ਚੰਦ। ਇੰਦਰ ਸੀ ਜਿਹੜੇ ਦੇਵਤਿਆਂ ਦੇ ਰਾਜੇ, ਉਹਨਾਂ ਦੇ ਅੰਦਰ ਸ਼ੰਕਾ ਪੈਦਾ ਹੋ ਗਈ ਵੀ ਇਹ ਸਾਡੀ ਹੁਣ ਜਿਹੜੀ ਆ ਨਾ ਫੱਟੀ ਪਹੁੰਚੂਗਾ। ਚਾ ਚਕਿਤ ਚੰਦ। ਇਹ ਐ ਨਾ ਹੋਵੇ ਇਹ ਆਪ ਕਹਿੰਦਾ ਮੈਂ ਦਾਸ ਹਾਂ, ਸਾਨੂੰ ਇਹਦਾ ਵੀ ਦਾਸ ਹੋਣਾ, ਵੀ ਇਹ ਤਾਂ ਜਨਤਾ ਦੇ ਦਾਸ ਬਣ ਕੇ ਰਹੋ। ਵੀ ਰਾਜ ਤਾਂ ਫਿਰ ਗਿਆ, ਉਹਨਾਂ ਨੂੰ ਤਾਂ ਦੁਨੀਆ ਦੀ ਵਡਿਆਈ ਫਸੇ ਹੁੰਦੇ ਨੇ। ਹਾਂਜੀ, ਥਾ ਥਕਤ ਪਾਉਣ, ਚੰਦ, ਚਾ ਚਕਿਤ ਚੰਦ। ਜਿਹੜੇ ਚੰਦ ਸੀ ਉੱਥੇ ਗਿਆਨਵਾਨ ਸੀ, ਉਹਨਾਂ ਦੇ ਰਾਜਿਆਂ ਦੇ ਗਿਆਨਵਾਨ ਵੀ ਹੁੰਦੇ ਨੇ, ਵਜ਼ੀਰ ਵਗੈਰਾ। ਉਹ ਸਿਰਫ ਗਿਆਨ ਕਰਕੇ ਉਹਨਾਂ ਕੋਲ ਕੁਰਸੀਆਂ ਹੁੰਦੀਆਂ ਨੇ, ਉਹ ਵੀ ਸ਼ਕਤ ਹੋ ਗਏ ਵੀ ਕੀ ਜਵਾਬ ਦੇਈਏ। ਹੁਣ ਸਾਰੇ ਵਿਦਵਾਨ ਚੱਕਤੇ ਨੇ, ਚੁੱਪ ਨੇ, ਕੀ ਜਵਾਬ ਦੇਈਏ। ਜਵਾਬ ਕੋਈ ਨਹੀਂ ਕਿਸੇ ਕੋ ਸਰਦਾ। ਬੋਲੀਏ ਤਾਂ ਕੀ ਬੋਲੀਏ, ਚਾਰੇ ਪਾਸਿਆਂ ਤੇ ਘੇਰ ਲਏ, ਕੀ ਬੋਲੀਏ। ਚੱਕਤ ਰਹਿ ਗਏ, ਬੁੱਧੀ ਕੰਮ ਨਹੀਂ ਕਰਦੀ, ਜਾਂ ਉਹਨੂੰ ਚੱਕਤ ਕਹਿੰਦੇ ਨੇ। ਉਹਨਾਂ ਦੀ ਬੁੱਧੀ ਨਹੀਂ ਕੰਮ ਕਰਦੀ। ਜਿਹੜੇ ਕਹਿੰਦੇ ਸਾਡੇ ਕੋਲ ਸਮੁੰਦਰ ਦਾ ਗਿਆਨ ਹੈ, ਮੁੱਕਦਾ ਹੀ ਨਹੀਂ ਸਾਡਾ ਗਿਆਨ, ਉਹਨਾਂ ਨੂੰ ਕੋਈ ਗੱਲ ਔੜਦੀ ਹੋਏ ਨਹੀਂ, ਗੱਲੇ ਨਹੀਂ ਔੜਦੀ। ਉਹ ਚੱਕਤ ਚੰਦ ਕਹਿੰਦੇ ਨੇ। ਚੰਦ ਨੇ ਸੰਸਾਰੀ ਗਿਆਨ ਵਾਲੇ, ਰਾਜੇ ਕੋ ਰੱਖੇ ਹੁੰਦੇ ਨੇ। ਜੇ ਰਾਜੇ ਦੇ ਖਿਲਾਫ ਬੋਲੇ ਤਾਂ ਵਿਦਵਾਨਾਂ ਨੇ ਜਵਾਬ ਦੇਣਾ ਹੁੰਦਾ ਨਾ, ਉਹ ਨਹੀਂ ਦੇ ਰਹੇ ਕੁਛ। ਹਾਂ, ਥਾ ਥਕਤ ਪਾਉਣ, ਥਾ ਤਖਤ ਪਾਉਣ। ਜਿਹੜੇ ਪਾਉਣ ਨੇ, ਮਨ ਨੇ, ਮਨ ਹੁੰਦਾ ਨਾ ਪਾਉਣ। ਮਨ ਉਹਨਾਂ ਦੇ ਬਹੁਤ, ਉਹਨਾਂ ਨੇ ਮਨ ਦੇ ਘੋੜੇ ਦੜਾਏ ਵੀ ਕਿਤੋਂ ਕੋਈ ਜਵਾਬ ਲਿਆਈਏ, ਥੱਕ ਗਏ, ਜਵਾਬ ਨਹੀਂ ਲੱਭਦਾ ਕਿਤੋਂ। ਮਨਮੁਖ ਮਨਮਤਾਂ ਸਭ ਥੱਕ ਗਈਆਂ। ਮਨਮਤਾਂ 'ਚ ਕਿਤੇ ਕੋਈ ਗ੍ਰੰਥ 'ਚ ਕੋਈ ਜਵਾਬ ਨਹੀਂ ਇਹਨਾਂ ਗੱਲਾਂ ਦਾ। ਥੱਕ ਗਏ, ਹਾਰ ਕੇ ਖੜੇ ਹੋ ਗਏ, ਸੁਰੈਂਡਰ ਹੋ ਗਏ। ਸਾਰੇ ਗ੍ਰੰਥ ਫੋਲ ਲਏ, ਕਿਤੋਂ ਨਹੀਂ ਜਵਾਬ ਮਿਲਦਾ। ਉਹਨਾਂ ਦੇ ਹੀ ਗ੍ਰੰਥ ਇਹ ਗੱਲਾਂ ਨੂੰ ਕਹਿੰਦੇ ਨੇ। ਉਹ ਕਹਿੰਦੇ ਨੇ ਵੀ ਜੇ ਸ਼ਰੀਕ ਬਣਾਉਣਾ ਭਾਈ ਫਿਰ ਰੱਬ ਦੋ ਮੰਨ ਲਓ। ਦੋ ਤਾਂ ਮੰਨ ਨਹੀਂ ਸਕਦੇ, ਥੱਕ ਗਏ ਨਾ। ਐਂ ਕਹਿ ਦੋ ਖੁਦਾ ਦੋ ਨੇ, ਕਹਿੰਦੇ ਦੋ ਤਾਂ ਹੈ ਨਹੀਂ, ਫਿਰ ਸ਼ਰੀਕ ਤਾਂ ਦੋ ਹੋਣੇ ਚਾਹੀਦੇ ਨੇ ਨਾ। ਦੋ ਭਾਈ ਨੇ ਤਾਂ ਦੂਆ ਸ਼ਰੀਕ ਹੈ। ਸ਼ਰੀਕ ਦਾ ਬਰਾਬਰ ਦਾ ਹੀ ਹੁੰਦਾ ਹੈ, ਬਰਾਬਰ ਦੇ ਇਹਨਾਂ ਨੂੰ ਕਹਿੰਦੇ ਨੇ ਸ਼ਰੀਕ। ਫਿਰ ਚੁੱਪ ਹੋ ਜਾਂਦੇ ਨੇ, ਥੱਕ ਜਾਂਦੇ ਨੇ, ਥੱਕ ਕੇ ਚੁੱਪ ਹੋ ਜਾਂਦੇ ਨੇ, ਕੋਈ ਔੜਦੀ ਨਹੀਂ ਗੱਲ। ਹਾਂਜੀ, ਭਜਤ ਮੌਨ। ਆ ਜਿਹੜਾ ਸੀ ਨੇ ਭਜਦਾ ਸੀ ਮਨ ਦੌੜਦਾ ਸੀ ਨਾ ਪਹਿਲਾਂ ਸ਼ਾਸਤਰਾਂ ਵੀ, ਉਹ ਲਿਆਵਾਂ ਦਲੀਲ, ਉਹ ਲਿਆਵਾਂ ਕੱਢ ਕੇ, ਮਨ ਚੁੱਪ ਹੋ ਗਿਆ। ਭਜਦਾ ਜਿਹੜਾ ਦੌੜਦਾ ਸੀ, ਮਨ ਚੁੱਪ ਕਰਕੇ ਬੋਲਤੀ ਬੰਦ ਹੋ ਗਈ ਸਭ ਦੀ। ਮੌਨ ਬੋਲਤੀ ਬੰਦ, ਬੋਲਤੀ ਬੰਦ। ਅੱਜ ਬੋਲਤੀ ਬੰਦ, ਆਹੀ ਗੱਲ ਹੈ ਜਿਹੜੀ ਅੱਜ ਹੁੰਦੀ ਹੈ। ਉਦੋਂ ਵੀ ਬੋਲਤੀ ਬੰਦ ਕਰ ਰਹੇ ਤੇ, ਇਹ ਦਸਮ ਬਾਦਸ਼ਾਹ ਬੋਲਤੀ ਬੰਦ ਕਰ ਰਹੇ ਤੇ, ਗੱਲ ਆਪਣੀ ਕਰ ਰਹੇ ਨੇ, ਬਹਾਨਾ ਉਹਦਾ ਬਣਾ ਰਹੇ ਨੇ। ਦਰਦ ਦਾ ਤਾਂ ਬਹਾਨਾ, ਨਾਲੇ ਦੱਤ ਵੇਲੇ ਵੀ ਐਵੇਂ ਹੋਇਆ ਹੋਊਗਾ, ਉਦੋਂ ਵੀ ਐਵੇਂ ਹੋਇਆ। ਇਹ ਹਰ ਵੇਲੇ ਐਵੇਂ ਹੀ ਹੁੰਦਾ। ਜਦ ਵੀ ਸੱਚ ਪ੍ਰਗਟ ਹੋਣਾ ਐਵੇਂ ਹੀ ਹੋਣਾ। ਜਦ ਨਾਮ ਪ੍ਰਗਟ ਹੋਣਾ, ਸਗਲ ਮਤਾਂਤ ਕੇਵਲ ਹਰਿ ਨਾਮ। ਸਾਰੀਆਂ ਮਤਾਂ ਦਾ ਅੰਤ ਹੋ ਜਾਣਾ, ਬੋਲਤੀ ਬੰਦ ਹੋ ਜਾਣੀ ਹੈ, ਕੇਵਲ ਨਾਮ ਦੀ ਗੱਲ ਰਹਿ ਜਾਣੀ ਹੈ ਦੁਨੀਆ 'ਚ। ਬਸ ਇਹਨਾਂ ਨੇ ਥੱਕ ਲੈਣਾ, ਭੱਜ ਨੱਠ ਕਰਕੇ, ਘੋੜੇ ਦੜਾ ਕੇ, ਅਕਲ ਦੇ ਕੁਛ ਨਹੀਂ ਲੱਭਣਾ ਇਹਦੇ ਖਿਲਾਫ ਕੁਛ ਨਹੀਂ ਲੱਭਣਾ। ਜੋ ਜਗਤ ਜਚ,
ਹਾਂ ਜਗਤ ਜੱਜ ਜਿਹੜੇ ਜੱਜ ਤੇ ਨਾ ਗਾਉਣ ਵਾਲੇ ਰਾਗੀ ਇਹ ਕੁਝ ਥੋੜੇ ਸੁਪੀਰੀਅਰ ਹੁੰਦੇ ਨੇ ਕਵਿਤਾ ਲਿਖਣ ਵਾਲੇ ਰਾਗੀ ਇਹ ਜਕੜੇ ਗਏ ਇਹਨਾਂ ਦੇ ਦਿਮਾਗ ਵਿੱਚ ਗੱਲਾਂ ਤਾਂ ਸਭ ਠੀਕ ਨੇ ਉਹ ਕਾਬੂ ਆਏ ਜਕੜੇ ਗਏ ਜਗਤ ਹਾਂ ਜਗਤ ਜੱਜ ਉਹਨਾਂ ਨੂੰ ਤਾਂ ਜਕੜ ਲਿਆ ਵੀ ਗੱਲ ਤਾਂ ਵੀ ਠੀਕ ਹੈ ਗੱਲ ਤਾਂ ਗਲਤ ਨਹੀਂ ਹੈ ਹੁਣ ਗ੍ਰੰਥੀ ਨੇ ਰਾਗੀ ਨੇ ਕਦੇ ਨਹੀਂ ਬੋਲਦੇ ਆਪਣੇ ਖਿਲਾਫ ਸਮਝਦੇ ਨੇ ਰਾਗੀ ਬਹੁਤ ਸ਼ਬਦ ਯਾਦ ਨੇ ਅਰਥ ਠੀਕ ਨੇ ਵਧੀਆ ਸਮਾਂ ਸਾਨੂੰ ਪਤਾ ਲੱਗ ਗਿਆ ਵੀ ਗੱਲ ਕੀ ਹੈ ਉਹਨਾਂ ਦੇ ਤਾਂ ਵੈਸੇ ਲਾਭਦੇ ਨੇ ਉਹ ਬੜਾ ਸਾਡਾ ਵਿਰੋਧ ਕਰਦੇ ਨੇ ਜੋ ਸ਼ਬਦ ਗਾ ਕੇ ਇਹਦੇ ਸਹੀ ਅਰਥ ਕਰਨਗੇ ਉਹਨਾਂ ਦੀ ਇੱਜ਼ਤ ਵਧੂਗੀ ਉਹਨਾਂ ਨੂੰ ਕਿਹੜਾ ਕੋਈ ਕੁਝ ਕਹੂਗਾ ਹਾਂਜੀ ਪਉ ਪਚਤ ਪੰਚ ਪਚ ਪਉ ਪਚਤ ਪਚ ਪੱਛ ਦੀ ਜਿਹੜੇ ਪੱਛ ਉੜਨ ਵਾਲੇ ਹੁੰਦੇ ਨੇ ਜਾਨਵਰ ਪੰਛੀ ਮਨ ਜਿਹੜੇ ਉਡਾਰੀਆਂ ਮਾਰਦੇ ਤੇ ਜਿਹੜੇ ਕਵਿਤਾ ਲਿਖਣ ਵਾਲੇ ਹੁੰਦੇ ਨੇ ਇਹ ਉਡਾਰੀ ਬੰਦੀ ਉਹ ਪਚ ਗਏ ਉਹ ਉਹਨਾਂ ਦੀ ਉਡਾਰੀਆਂ ਬੰਦ ਹੋ ਗਈ ਪਚਤ ਪਚ ਉਹਨਾਂ ਦੀ ਉਡਾਰੀ ਗੁਰਬਾਣੀ ਸੀ ਜਾਂਦੀ ਨਹੀਂ ਉਹਨਾਂ ਦੀ ਕੁੱਕੜ ਦੀ ਉਡਾਰੀ ਸੀ ਉਹ ਕੁੱਕੜ ਦੀ ਉਡਾਰੀ ਵਾਲੇ ਵਿਚਾਰੇ ਚੁੱਪ ਕਰਕੇ ਬਹਿ ਗਏ ਉਹ ਕੁੱਕੜ ਦੀ ਉਡਾਰੀ ਕਿੱਥੇ ਹੰਸ ਦੀ ਉਡਾਰੀ ਕਿੱਥੇ ਹੰਸ ਦੀ ਉਡਾਰੀ ਔਰ ਕੁੱਕੜ ਦੀ ਉਡਾਰੀ ਦਾ ਕੋਈ ਮੇਲ ਹੈ ਉਹ ਸਾਰੀਆਂ ਕੁੱਕੜ ਦੀ ਉਡਾਰੀ ਦੀਆਂ ਗੱਲਾਂ ਨੇ ਉਹ ਜਿਹੜੀਆਂ ਭਾਈ ਗੁਰਦਾਸ ਦੀਆਂ 12 ਨੇ ਪਚ ਗਏ ਉਹ ਭਾਈ ਗੁਰਦਾਸ ਦੀਆਂ 12 ਦੀ ਗੱਲ ਹੈ ਕੱਚੀ ਬਾਣੀ ਔਰ ਪੱਕੀ ਬਾਣੀ ਦੀ ਗੱਲ ਹੈ ਇੱਥੇ ਉਹ ਜਿਹੜੀ ਉਹ ਸੰਤੋਖ ਤੋਂ ਨੇ ਲਿਖਿਆ ਉਹ ਪਚ ਗਈ ਸਾਰੀ ਖਤਮ ਹੋ ਗਈ ਸੂਰਜ ਪ੍ਰਕਾਸ਼ ਸਭ ਖਤਮ ਲੱਖ ਸਿਆਣੇ ਪਚਮੂਏ ਸਿਆਣੇ ਤੇ ਪਚਮੂਏ ਇਹ ਨਹੀਂ ਨਿਰਵਾਰੀ ਜਾ ਸਕਦੀ ਹੁਣ ਜਿਹਦੇ ਅੰਦਰ ਕੋਈ ਗਿਆਨ ਦੀ ਬੂੰਦ ਪੈ ਗਈ ਲੱਖ ਸਿਆਣੇ ਪਚਮੂਏ ਨਾ ਨਿਰਵਾਰੀ ਜਾਏ ਉਹਨੂੰ ਤੁਸੀਂ ਸਾਬਤ ਨਹੀਂ ਕਰ ਸਕਦੇ ਗੱਲ ਗਲਤ ਹੈ ਉਹ ਸਿਆਣੇ ਪਹਿਲਾਂ ਹੀ ਪਚਮੂਏ ਪਹਿਲਾਂ ਹੀ ਉਹਨਾਂ ਨੇ ਤੁਹਾਨੂੰ ਉਲਟੇ ਰਾਹ ਪਾਤਾ ਹੁਣ ਸਹੀ ਹੁਣ ਉਹ ਵੀ ਨਹੀਂ ਡਿਫੈਂਸ ਕਰ ਸਕਦੇ ਜਿਹੜੇ ਪ੍ਰਚਾਰ ਕਰਦੇ ਤੇ ਨਾ ਝੰਡਾ ਵਰਦਾਰ ਜਾਣ ਕੇ ਹੋਏ ਸੀ 12 ਹੁੰਦੀ ਸਾਰੇ 12 ਉਹਨਾਂ ਨੇ ਲਿਖਾਈਆਂ ਜਦੇ ਹੀ ਉਹ ਪੂਰੀ ਟੀਮ ਤਿਆਰ ਕਰਕੇ ਉਹਨਾਂ ਨੇ ਹਾਏ ਹੁੱਲੇ ਨਾਲ ਬੜੇ ਧੂਮ-ਧਾਮ ਨਾਲ ਪ੍ਰਚਾਰ ਕੀਤਾ ਉਹਨਾਂ ਨੇ ਇੱਥੇ ਸਾਫ ਸੁਥਰਾ ਤੇ ਟੀਕਾ ਕਰਵਾਇਆ ਧੂਮ ਧੜਕੇ ਨਾਲ ਪ੍ਰਚਾਰ ਕੀਤਾ ਇੱਕਦਮ ਜਦ ਤੋਂ ਸ਼ੁਰੂ ਕੀਤਾ ਹੋਇਆ ਪਲਾਨਡ ਪ੍ਰੋਗਰਾਮ ਨਾਲ ਕੀਤਾ ਸਭ ਕੁਛ ਵਿਰੋਧੀ ਰਹੇ ਨੇ ਗੁਰਮਤਿ ਦੇ ਪਹਿਲਾਂ ਤੇ ਤੋ ਤਖਤ ਸਿੰਧ ਬਾ ਬਖਤ ਬਿੰਦ ਤੋ ਤਖਤ ਸਿੰਧ ਜਦ ਧੌਂਦਾ ਨਾ ਧੌਂਦਾ ਕਿਸੇ ਨੂੰ ਪ੍ਰਮਾਣ ਘੁੱਟਦੇ ਨੇ ਧੌਂਦੇ ਨੇ ਇੱਕ ਦੂਏ ਵੱਲ ਨੂੰ ਤਾਂ ਜੋਦੇ ਜਦ ਕੋਈ ਆ ਕੇ ਗਿਆਨਵਾਨ ਕਰਦਾ ਨਾ ਜਦ ਹਮਲਾ ਕਰਦਾ ਕਿਸੇ ਬੜੇ ਗਿਆਨੀ ਦੇ ਧੱਕ ਕੇ ਲੈ ਜਾਂਦਾ ਉਹਨੂੰ ਪਿੱਛੇ ਤੋ ਤਖਤ ਸਿੰਧ ਹਾਂ ਬੜੇ ਬੜੇ ਸਮੁੰਦਰ ਵਾਲੇ ਗਿਆਨ ਵਾਲੇ ਨੂੰ ਧੱਕ ਕੇ ਲੈ ਜਾਂਦਾ ਪਰੇ ਖਾੜੇ ਤੋਂ ਬਾਹਰ ਕੱਢ ਦਿੰਦਾ ਪਹਿਲਾਂ ਹੀ ਆਹੋ ਬਾ ਬਖਤ ਬਿੰਦ ਬਾ ਵਕਤ ਬਿੰਦ ਜਦ ਕਹਿੰਦਾ ਕੀ ਹੈ ਬਾ ਬਖਤ ਬਿੰਦ ਉਹ ਕਹਿੰਦਾ ਗੱਲ ਕਰ ਨਿਰਾਕਾਰ ਦੀ ਗੋਬਿੰਦ ਦੀ ਗੱਲ ਕਰ ਬਿੰਦ ਗੋਬਿੰਦ ਗੋਬਿੰਦ ਦੀ ਗੱਲ ਕਰ ਜਿੱਥੇ ਜੁੜਨਾ ਉਹਦੀ ਗੱਲ ਮੂੜ ਦੀ ਗੱਲ ਕਰ ਸਰੀਰ ਦੀ ਕਿੱਥੇ ਕਰਦਾ ਇੱਥੇ ਜੁੜ ਕੇ ਤਾਂ ਮਾਇਆ ਨਾਲ ਜੁੜਿਆ ਹੈ ਉੱਥੇ ਜੁੜ ਜੀ ਜੋ ਪੈਦਾ ਹੋਏ ਗੋਬਿੰਦ ਦੀ ਗੱਲ ਕਰ ਉਹ ਬਿੰਦ ਉੱਥੇ ਜਿੱਥੇ ਗੋਲ ਸੁੱਤ ਨਹੀਂ ਜੁੜਨਾ ਬਿੰਦ ਤਾਂ ਬਿੰਦ ਹੈ ਜੁੜਨਾ ਕੀ ਨਾ ਜੁੜਨਾ ਸੁੱਤ ਨੇ ਗੋਬਿੰਦ ਉਹਦੀ ਗੱਲ ਕਰ ਬਿੰਦ ਦੀ ਗੱਲ ਕਰ ਜਿੱਥੇ ਤੈਂ ਜੁੜਨਾ ਉਹ ਬਿੰਦੂ ਦੀ ਗੱਲ ਕਰ ਬਿੰਦ ਲਫ਼ਜ਼ ਪਿਤਾ ਦੀ ਬਿੰਦ ਵੀ ਆਉਂਦਾ ਮਾਤਾ ਦੀ ਰਕਤ ਆਉਂਦਾ ਸਰੀਰ ਵਾਸਤੇ ਕਿਉਂਕਿ ਪਿਤਾ ਉੱਥੇ ਮਾਤਾ ਹੈ ਨਹੀਂ ਇਹ ਜਿਹੜੀ ਸੁਰਤ ਬਣੀ ਜਿਹੜੀ ਰੋਸ਼ਨੀ ਬਣੀ ਹੈ ਉਹਦੀ ਬਿੰਦ ਤੋਂ ਬਣੀ ਹੈ ਤਾਂ ਉਹ ਬਿੰਦ ਹੈ ਜਿਵੇਂ ਇੱਕ ਬੂੰਦ ਤੇਲ ਦੀ ਤੋਂ ਰੋਸ਼ਨੀ ਪੈਦਾ ਹੋ ਸਕਦੀ ਹੈ ਐਵੇਂ ਇੱਕ ਬੂੰਦ ਉਹਦੀ ਤੋਂ ਆ ਸਾਰਾ ਮਨ ਪੈਦਾ ਹੋਇਆ ਹੈ
ਸੋ ਸਖਤ ਸਿੰਧ ਹਾਂ। ਗਗਤ ਗਿੰਦ ਸੌ ਸਖਤ ਸਿੰਧ ਜਦ ਫਿਰ ਪੈਂਦਾ ਨਾ ਪੰਜਾ ਸੁਣਦਾ ਹੈ ਸਿੰਧ ਉਧਰੋਂ ਦੂਏ ਪਾਸੇ ਤੇ ਵਿਛਾੜ ਆਉਂਦੀ ਹੈ ਬਾਲੀ। ਪਹਿਲਾਂ ਤਾਂ ਉਹ ਬੋਲਦੇ ਨੇ ਨਾ ਕਿ ਗੱਲ ਚੰਡੀ ਚਰਿੱਤਰ ਵਾਲੀ ਚੰਡੀ ਦੀ ਵਾਰ ਔਰ ਚੰਡੀ ਚਰਿੱਤਰ ਵਾਲੀ ਚੱਲਦੀ ਹੈ ਇੱਥੇ ਵੀ। ਜਦੋਂ ਗਿਆਨਵਾਨ ਸੁਣਦਾ ਹੈ ਨਾ ਇੱਧਰੋਂ ਇੱਧਰਲੀਆਂ ਗੱਲਾਂ ਢੱਕ ਕੇ ਲੈ ਜਾਂਦਾ ਹੈ। ਐਂ ਲੱਗਦਾ ਉਹਨੂੰ ਵੀ ਮੇਰੇ ਕੋਲ ਤਾਂ ਇੰਨਾ ਕੁ ਗਿਆਨ ਹੈ। ਸੁੱਕੜ ਜਾਂਦਾ ਸਮੁੰਦਰ ਸੁੱਕੜ ਕੇ ਕੁੱਜੇ 'ਚ ਵੜ ਜਾਂਦਾ। ਸੋ ਸਖਤ ਸਿੰਧ ਉਹ ਸਿੰਧ ਕੁੱਜਾ ਹੀ ਲੱਗਣ ਲੱਗ ਜਾਂਦਾ ਉਹਨੂੰ। ਉਹ ਕੁੱਜਾ ਲੱਗਦਾ ਜਿਹੜੀ ਦਿਮਾਗ ਦੇ ਵਿੱਚ ਸੀ ਨਾ ਸਮੁੰਦਰ ਬਣਾਈ ਬੈਠਾ। ਉਹ ਬਤੂਰ ਸੀ ਜਿਹੜਾ ਦੁਨੀਆ ਦਾ ਗਿਆਨ। ਉਹ ਕੁੱਜਾ ਲੱਗਦਾ ਹੈ ਸਭ ਕੋਹਾਂ ਦੂਰ ਹੈ। ਕਹਿੰਦਾ ਕੁੱਜਾ ਹੁਣ ਕੁੱਜੇ ਤੇ ਚੱਲਦਾ ਹੀ ਨਹੀਂ। ਸੁੱਕ ਗਿਆ ਸਖਤ ਸਿੰਧ ਉਹ ਕੁੱਜਾ ਕੁੱਜੇ ਦੀ ਲੋੜ ਨਹੀਂ ਨਾ ਹੁਣ। ਅਬ ਫਰੀਦਾ ਕੁੱਜੜਾ ਕੁੱਜਾ ਹੀ ਬਣ ਗਿਆ ਸੁੰਗੜ ਕੇ ਸਮੁੰਦਰ ਕਹਿੰਦੇ ਸੀ ਨਾ ਮੰਨਦੇ ਸੀ ਨਾ। ਜਿੰਨਾ ਚਿਰ ਸਮੁੰਦਰ ਨਹੀਂ ਸੀ ਦੇਖਿਆ ਉਹਨਾਂ ਚਿਰ ਕੁੱਜੇ ਨੂੰ ਸਮੁੰਦਰ ਮੰਨੀ ਜਾਂਦੇ ਸੀ। ਸੋ ਸਖਤ ਸਿੰਧ ਜਿਹਨੇ ਸਮੁੰਦਰ ਨਹੀਂ ਕੀੜੀ ਨੂੰ ਤਾਂ ਕੁੱਜਾ ਹੀ ਸਮੁੰਦਰ ਹੈ ਜਿਹ 'ਚ ਡੁੱਬ ਜਾਣਾ ਉਹਨੇ ਮਰ ਜਾਣਾ ਡੁੱਬ ਕੇ। ਕੀੜੀ ਨੂੰ ਤਾਂ ਠੂਠਾ ਹੀ ਦਰਿਆ ਹੈ ਕੀਟ ਨੇ। ਹਾਂਜੀ ਗਗਤ ਗਿੰਦ ਗਗਤ ਗਿੰਦ ਜਦ ਪੈਂਦਾ ਨਾ ਦੋਹਾਂ ਦੇ ਬਾਹਰ ਚੱਲਦੇ ਨੇ ਬਸ ਉੱਕੜਦਾ ਹੀ ਚਲਿਆ ਜਾਂਦਾ। ਗਗਤ ਗਿੰਦ ਗਿੰਦ ਜਿਹੜੀ ਮਰਦਾਨਗੀ ਹੈ ਨਾ ਮਰਦਾਨਗੀ ਹੈ ਉਹ ਭਲੇਖਾ ਐ ਨਾ ਕਹਿੰਦਾ ਮਾਰ ਮਚਿਓ ਦਹੂ ਹੋਰਨ ਤੇ ਨਾ ਰਹਿਓ ਪਰ ਮਸੂਰਨ ਕੇ ਮਨ। ਜਦ ਦੋਹਾਂ ਪਾਸਿਆਂ ਦਾ ਮੁਕਾਬਲਾ ਹੋਇਆ ਉਹ ਜਿਹੜਾ ਸਮੁੰਦਰ ਵਾਲਾ ਭਰਮ ਸੀ ਚਲਿਆ ਗਿਆ। ਉਹ ਦੂਰ ਹੋ ਗਿਆ। ਹਾਂ ਹਰਾ ਦਿੰਦਾ ਸੀ ਪਹਿਲਾਂ ਲੋਕਾਂ ਨੂੰ ਗਿਆਨ ਸੀਗਾ ਪਰ ਉਹ ਜਿਹਾ ਦੇ ਬਰਾਬਰ ਗਿਆਨ ਸੀ ਜਿਹੇ ਜਿਹੇ ਉਹ ਸੀ ਉਹ ਜਿਹਾ ਇਹ ਸੀ। ਬਰਾਬਰ ਦੀਆਂ ਮੱਤਾਂ ਸੀਆਂ। ਇੱਥੇ ਬਰਾਬਰੀ ਕੋਈ ਨਹੀਂ ਹੈ। ਗੁਰਮਤਿ ਨਾਲ ਕਾਹਦੀ ਬਰਾਬਰੀ ਹੈ? ਇੱਥੇ ਬਰਾਬਰੀ ਕੋਈ ਨਹੀਂ। ਉਹ ਮਨਮੁਖਾਂ ਦੀ ਮਨਮਤਾਂ ਦੀ ਬਰਾਬਰੀ ਹੈ ਆਪਸ ਵਿੱਚ ਇੱਕੋ ਜਿਹੇ ਹੀ ਨੇ। ਹਾਂਜੀ ਤੋ ਤਖਤ ਦੇਵ ਅਕਿਤ ਭੇਵ ਦੇਵਤੇ ਦੇਖੋ ਦੇਵਤੇ ਨਹੀਂ ਚਰਚਾ ਕਰ ਰਹੇ ਦੇਵਤੇ ਤਾਂ ਦੇਖ ਰਹੇ ਨੇ। ਤੋ ਤਖਤ ਦੇਵ ਚਰਚਾ ਉਹ ਕਰ ਰਹੇ ਨੇ ਜਿਹੜੇ ਆਪਣੇ ਆਪ ਨੂੰ ਸਿੰਧ ਸਮਝਦੇ ਨੇ। ਦੇਵ ਤਾਂ ਬੈਠੇ ਨੇ ਦੋਹਾਂ ਨੂੰ ਦੇਖ ਰਹੇ ਨੇ ਤਮਾਸ਼ਾ ਦੇਖ ਰਹੇ ਨੇ ਨਾ। ਦੇਵ ਤਾਂ ਤਖਤ ਦੇਵ ਉਹ ਤੱਕ ਰਹੇ ਨੇ। ਜੋ ਦੇਖੋ ਨਾ ਘੋੜ ਵੀ ਹੁੰਦੇ ਨੇ ਦੇਖਣ ਵਾਲੇ ਵੀ ਹੁੰਦੇ ਨੇ। ਪਹਿਲਾਂ ਵੀ ਦੇਵਤਿਆਂ ਨੇ ਘੋੜ ਦੇਖੇ ਹੋਏ ਨੇ ਉਹਨਾਂ ਦੇ। ਉਹ ਕਹਿੰਦੇ ਪਰਮਾਨਾ ਤੇ ਹੱਥ ਪੈਰ ਚੱਲਦੇ ਹੀ ਨਹੀਂ ਹੁਣ। ਅੱਜ ਇਹਨਾਂ ਨੂੰ ਕੀ ਹੋ ਗਿਆ? ਅਕਿਤ ਭੇਵ ਤਾਂ ਤਖਤ ਦੇਵ ਤਾਂ ਤਖਤ ਦੇਵ ਅਕਿਤ ਭੇਵ ਅਕਿਤ ਭੇਵ ਉਹ ਜਿਹੜਾ ਅਸਲ 'ਚ ਭੇਦ ਭਾਵ ਸੀ ਜਿਹੜਾ ਨਾ ਉਹਨਾਂ ਦੇ ਦਿਮਾਗ 'ਚ ਆ ਮਤ ਚੰਗੀ ਹੈ ਆ ਮਾੜੀ ਹੈ ਜਾਂ ਉਹਨਾਂ ਨੂੰ ਐ ਸੀ ਇਹ ਗੁਣ ਨੇ। ਉਹ ਉਹਨਾਂ ਨੂੰ ਦੇਵਤਿਆਂ ਨੂੰ ਪਤਾ ਲੱਗ ਗਿਆ ਅਸਲ ਦੇ ਵਿੱਚ ਜਿਹੜੇ ਗੁਣ ਸੀ ਕਹਿੰਦੇ ਇਹ ਤ੍ਰੈ ਗੁਣ ਉਹ ਗੁਣ ਨੇ। ਜਿਹੜੇ ਕਹਿੰਦੇ ਸੀ ਤਿੰਨਾਂ ਗੁਣਾਂ ਵਾਲਾ ਜਿਹੜਾ ਹੈਗਾ ਉਹ ਸਰਗੁਣ ਹੈ ਉਹ ਅਸਲ 'ਚ ਨਿਰਗੁਣ ਹੈ। ਉਹ ਭੇਦ ਭਾਵ ਦਾ ਪਤਾ ਲੱਗ ਗਿਆ ਵੀ ਗੱਲ ਤਾਂ ਜਿਹਨੂੰ ਸਰਗੁਣ ਕਹਿੰਦੇ ਉਹਨੂੰ ਨਿਰਗੁਣ ਬਣਾਤਾ ਜਿਹਨੂੰ ਨਿਰਗੁਣ ਸੀ ਉਹਨੂੰ ਸਰਗੁਣ ਬਣਾਤਾ ਇਹਨਾਂ ਨੇ। ਉਹ ਦੇਵਤਿਆਂ ਨੂੰ ਸਮਝ ਆ ਗਈ ਭਾਸ਼ਾ ਦੀ ਇਹ ਗੱਲ ਦੀ। ਜਦ ਦੇਖਦੇ ਰਹੇ ਦੋਹਾਂ ਦੀ ਚਰਚਾ ਸੁਣੀ ਤਾਂ ਉਹ 'ਚੋਂ ਪਤਾ ਲੱਗਿਆ ਉਹ ਨਿਰਗੁਣ ਸਰਗੁਣ ਕਿਵੇਂ ਹੈ ਕ੍ਰਿਸ਼ਨ ਬ੍ਰਹਮ ਨਿਰਗੁਣ ਕਿਵੇਂ ਹੈ। ਬ੍ਰਹਮ ਲੀਨ ਹੋਣਾ ਉਹਨੇ ਜਿਹ 'ਚ ਲੀਨ ਹੋਣਾ ਸਰਗੁਣ ਨਿਰਗੁਣ 'ਚ ਲੀਨ ਹੁੰਦਾ ਕਿ ਨਿਰਗੁਣ ਸਰਗੁਣ 'ਚ ਲੀਨ ਹੁੰਦਾ। ਬਈ ਜਿਹਦੇ ਕੋਲ ਜ਼ਿਆਦਾ ਗੁਣ ਨੇ ਉਹ ਵੱਡਾ ਹੈ ਕਿ ਜਿਹਦੇ ਕੋਲ ਕੋਈ ਗੁਣੇ ਨਹੀਂ ਉਹ ਵੱਡਾ।
ਗੁਣਾਂ ਦਾ ਸਮੁੰਦਰ ਹੈ ਇੱਕ, ਤੂੰ ਛਪੜੀ ਵੀ ਨਹੀਂ। ਉਹ ਰਜੋ ਤਮੋ ਸਤੋ ਨੂੰ ਗੁਣ ਮੰਨ ਲਿਆ, ਔਗਣ ਨਹੀਂ। ਰਜ ਗੁਣ ਤਮ ਗੁਣ ਸਤਗੁਣ ਕਹੀਏ ਤੇਰੀ ਸਭ ਮਾਇਆ। ਉਹ ਇਹ ਗੁਣ ਮੰਨ ਕੇ ਉਹ ਬਣਾਤੇ ਚੱਕ ਕੇ ਕ੍ਰਿਸ਼ਨ ਰਾਮਚੰਦਰ ਅਵਤਾਰ ਬਣਾਤੇ। ਆਹ ਤਾਂ ਗੱਲ ਸੀ, ਇਹਨਾਂ ਦੀਆਂ ਮੂਰਤੀਆਂ ਬਣਾਤੀਆਂ, ਪੂਜਣ ਲੱਗੇ। ਮਾਇਆ ਤਾਰੀ ਸੀ, ਅੰਨੇ ਬੋਲੇ ਸੀ ਇਹ। ਜਦ ਉਹਨੇ ਮਾਇਆ ਤਾਰੀ, ਵੀ ਪੈਦਾ ਹੀ ਨਹੀਂ ਹੁੰਦਾ ਜਿਹੜਾ, ਉਹਦੀ ਮੂਰਤੀ ਕਿਵੇਂ ਮਰਜੀ ਬਣਾ ਕੇ ਦਿਖਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਇਹ ਗ੍ਰੰਥਾਂ 'ਚ ਮੰਨੇ ਹੋਏ ਨੇ। ਤੇਰੇ ਨੇ, ਮੇਰੇ ਤਾਂ ਹੈ ਨਹੀਂ। ਮੇਰੇ ਦਾ ਸਰੀਰ ਵਾਲਾ, ਤੇਰੇ ਔਰ ਮੇਰੇ ਸਰੀਰ ਵਾਲਾ ਬੋਲ ਰਿਹਾ। ਫਿਰ ਬ੍ਰਹਮਾ ਨੇ ਕਿਹਾ ਸਭ ਗੁਣ ਤੇਰੇ। ਫਿਰ ਬ੍ਰਹਮਾ ਬੜਾ ਕਿ ਜਾਸ ਉਪਾਇਆ, ਵੇਦ ਬੜਾ ਕਿ ਜਹਾਂ ਤੇ ਆਇਆ। ਵੇਦ ਵੀ ਬੜਾ ਨਹੀਂ ਹੈ, ਵੇਦ ਜੜ ਹੈ। ਗਿਆਨ ਵੀ ਬੜਾ ਨਹੀਂ, ਗਿਆਨ ਭੋਜਨ। ਜੋ ਮਾਇਆ ਦੀ ਪਕੜ ਜਾ ਬੜਾ ਨਹੀਂ ਹੈ, ਚੇਤਨ ਬੜਾ, ਜੜ ਬੜਾ ਨਹੀਂ ਹੈ। ਜਿੱਥੇ ਤੱਕ ਗੁਰੂ, ਜਿੱਥੇ ਤੱਕ ਸਰੀਰ ਦੀ ਗੱਲ ਕਰਾਂਗੇ, ਚਾਹੇ ਗੁਰੂ ਨਾਨਕ ਦਾ ਸਰੀਰ ਹੈ, ਚਾਹੇ ਕਿਸੇ ਭਗਤ ਦਾ ਸਰੀਰ ਹੈ, ਉਹ ਤੋਂ ਜਿਹੜਾ ਹੈ ਸਰੀਰ ਤੋਂ ਜਿਹੜੀ ਪੋਥੀ ਸਾਹਿਬ ਹੈ ਸੁਪੀਰੀਅਰ ਹੈ। ਪੋਥੀ ਸਾਹਿਬ ਦੇ ਉੱਤੇ ਕੁਝ ਲਿਖਿਆ, ਸਰੀਰ ਤੇ ਕੁਝ ਨਹੀਂ ਲਿਖਿਆ ਹੁੰਦਾ। ਪੋਥੀ ਹੁਣ ਬੋਲਦੀ ਹੈ, ਸਰੀਰ ਬਾਅਦ ਚ ਬੋਲਦਾ ਨਹੀਂ, ਆਤਮਾ ਨਹੀਂ ਰਹਿੰਦੀ। ਆਤਮਾ ਸੁਪੀਰੀਅਰ ਹੈ ਉਹਦੇ ਨੂੰ, ਪੋਥੀ ਨੂੰ, ਕਿਉਂਕਿ ਉਹ ਤੋਂ ਵੇਦ ਆਇਆ ਹੈ। ਵੇਦ ਬੜਾ ਕਿ ਜਹਾਂ ਤੇ ਆਇਆ। ਆਤਮਾ ਜਾ ਕੇ ਸੱਚਖੰਡ ਸਮਾ ਗਈ, ਸੱਚਖੰਡ ਫੇਰ ਬੜਾ। ਸਰੀਰ ਤੋਂ ਇਹ ਉੱਚਾ, ਆਤਮਾ ਤੋਂ ਥੱਲੇ। ਇਹਨੂੰ ਜਰਾ ਰੋਗ ਹੈ ਕਾਗਜ਼ਾਂ ਨੂੰ, ਬਿਰਧ ਵੀਰਾਂ ਸਾੜਦੇ ਨਹੀਂ, ਸੰਸਕਾਰ ਨਹੀਂ ਕਰਦੇ। ਇਹ ਗੱਲ ਇਮਾਨਦਾਰੀ ਨਾਲ ਸਮਝਣੀ ਔਰ ਮੰਨਣੀ ਪਊਗੀ। ਜਿੰਨਾ ਚਿਰ ਇਹ ਗੱਲ ਮੰਨਦੇ ਨਹੀਂ, ਆ ਜਿਹੜੀਆਂ ਨਾ ਕੁਟਲ ਗਾਂਠ, ਇਹ ਨਹੀਂ ਖੁੱਲ ਸਕਦੀ। ਇਹ ਕੁਟਲ ਗਾਂਠ ਨਹੀਂ ਖੁੱਲਣੀ ਅੰਦਰੋਂ। ਕੁਟਲ ਗਾਂਠ ਜਬ ਖੁੱਲੇ, जब खुल गई फिर देव है। कुटल गांठ जब खुले देव, बाद फिर देव है। फिर आपे देव है तू, अंतर देव है जड़ा, फिर देवता भी देव है। देव है, फिर देव अंदर है, माया तो परे है। वेद बड़ा कि जहां ते ਹੁਣ ਨਾਨਕ ਦਾ ਚਲੇ ਗਿਆ, ਸੱਚਖੰਡ ਚ ਸਮਾ ਗਿਆ ਜਾ ਕੇ। ਸੱਚਖੰਡੋਂ ਬਾਣੀ ਆਈ ਸੀ। ਇਹ ਤਾਂ ਗੁਰਬਾਣੀ ਹੈ, ਅੱਖਰ ਨੇ। ਸੱਚਖੰਡ ਫਿਰ ਵੀ ਬੜਾ ਹੈ। ਹਾਂ, ਉੱਥੇ ਤਾਂ ਜਾਣਾ ਆਪਾਂ ਨੇ। ਹਾਂ, ਇਹਨੂੰ ਕਿਉਂ ਕਿਹਾ ਪੋਥੀ ਪਰਮੇਸ਼ਰ ਦਾ ਥਾ? ਪਹਿਲਾਂ ਪਰਮੇਸ਼ਰ ਨੇ ਬੁਲਾਇਆ, ਤਾਂ ਹੁਣ ਪੋਥੀ ਬੁਲਾਉਂਦੀ ਹੈ ਸਾਨੂੰ। ਅੱਖਰ ਬੁਲਾਉਂਦੇ ਨੇ, ਐ ਬੋਲ, ਤਾਂ ਉਹਦੇ ਜਗ੍ਹਾ ਹੈ, ਥਾਨ। ਪੋਥੀ ਪਰਮੇਸ਼ਰ ਨਹੀਂ ਹੈ, ਪਰਮੇਸ਼ਰ ਦੀ ਜਗ੍ਹਾ ਬੁਲਾਊਗੀ ਤੁਹਾਨੂੰ। ਉਹ ਕਹਿੰਦੇ ਮੈਨੂੰ ਗੁਰਬਾਣੀ ਬੁਲਾਉਂਦੀ ਸੀ ਸਿੱਧੀ। ਭਗਤ ਕਹਿੰਦੇ ਸਾਨੂੰ ਗੁਰਬਾਣੀ ਬੁਲਾਉਂਦੀ, ਤੁਹਾਨੂੰ ਅੱਖਰ ਬੁਲਾਉਣਗੇ। ਪੋਥੀ ਬੁਲਾਊਗੀ। ਜੇ ਬੁਲਾਊਗੀ, ਇਹਨੂੰ ਸੁਣੋਗੇ, ਇਹਨੂੰ ਸਮਝੋਗੇ, ਇਹਨੂੰ ਵਿਚਾਰੋਗੇ, ਅਵਸਥਾ ਬਦਲ ਜੂਗੀ। ਬਾਣੀ ਤੱਕ ਤਾਂ ਪਹੁੰਚੋਗੇ, ਸੱਚਖੰਡ ਤਾਂ ਪਹੁੰਚੋਗੇ। ਸੱਚਖੰਡ ਦੀਆਂ ਪੌੜੀਆਂ ਨੇ, ਇਹਦੇ ਵਿੱਚ ਪੌੜੀਆਂ ਲਿਖੀਆਂ ਨਹੀਂ ਹੋਈਆਂ। ਪੌੜੀਆਂ ਨੇ, ਪੌੜੀਆਂ ਸੱਚਖੰਡ ਦੀਆਂ ਹੀ ਨੇ, ਉੱਥੇ ਤੱਕ ਪੌੜੀਆਂ ਨੇ। ਹਾਂਜੀ, ਲਾ ਲਖਤ ਜੋਗ ਪਾ ਭ੍ਰਮਤ ਭੋਗ। ਲਾ ਲਖਤ ਜੋਗ, ਜੋਗੀ ਲੋਕ ਜਿਹੜੇ ਨੇ ਜੋ ਕਰਦੇ ਨੇ, ਪਹਿਲਾਂ ਜਿਵੇਂ ਇਹਨਾਂ ਦੇ ਨਾਲ ਦੇ ਵੀ ਕਰਦੇ ਸੀ, ਹੋਰ ਬਹੁਤ ਚੇਲੇ ਜੋਗ ਕਰਨ ਲਾਤੇ ਸੀ ਸਾਰੇ ਹੀ। ਹੁਣ ਇਹਨੂੰ ਤਾਂ ਰਾਹ ਦੇ ਵਿੱਚ ਟੱਕਰਿਆ ਨਾ, ਦੱਖਣ ਜਾ ਕੇ ਟੱਕਰਿਆ ਨਾ। ਉਹ ਜੋਗੀ ਦੇਖਦੇ ਨੇ ਵੀ ਲਾਈਨ ਬਦਲੀ ਹੋਈ ਹੈ, ਪਹਿਲੀ ਤਾਂ ਲਾਈਨ ਰਹੀ ਨਹੀਂ। ਲਾ ਲਖਤ ਜੋਗ, ਪਹਿਲਾਂ ਕੁਝ ਹੋਰ ਕਰਦੇ ਤੇ ਹੁਣ ਕੁਝ ਹੋਰ ਕਰਦੇ ਨੇ।
ਇਹ ਰਾਹ ਛੱਡ ਗਏ। ਹਾਂ, ਪਾ ਭਰਮਤ ਭੋਗ। ਉਹਨਾਂ ਨੂੰ ਇਹ ਸ਼ੰਕਾ ਹੋ ਗਈ ਇਹ ਭੋਗੀ ਬਣ ਗਿਆ ਜੋਗੀ ਤੋਂ। ਅੱਛਾ, ਪਾ ਭਰਮਤ ਭੋਗ। ਉਹਨਾਂ ਨੂੰ ਇਹ ਭਰਮ ਹੋ ਗਿਆ ਵੀ ਇਹ ਭਰਮ ਕੇ ਭੋਗੀ ਬਣ ਗਿਆ, ਹੁਣ ਜੋਗੀ ਨਹੀਂ ਰਿਹਾ। ਕਿ ਪਹਿਲਾਂ ਕੁਝ ਹੋਰ ਸੀ, ਹੁਣ ਕੁਝ ਹੋਰ। ਬਦਲਣੀ ਨਾ, ਵਿਚਾਰਧਾਰਾ ਜੋ ਬਦਲੀ ਹੈ, ਵਿਚਾਰਧਾਰਾ ਜੋ ਬਦਲੀ ਹੈ, ਹੁਣ ਪਾਪ ਜੋ ਬਦਲਿਆ, ਜਿਹੜਾ ਗਿਆਨ ਪ੍ਰਚੰਡ ਦੀ ਅਵਸਥਾ ਜੋ ਆ ਗਈ। ਹੁਣ ਕਰੋ, ਹੁਣ ਮੁਰਦਾ ਭਗਤ ਨਹੀਂ ਨਾ ਰਿਹਾ, ਜਿੰਦਾ ਜ਼ਾਲਮ ਬਣ ਗਿਆ। ਉਹ ਕਿਹਾ ਵੀ ਇਹ ਵਿਚਾਰਧਾਰਾ ਛੱਡ ਕੇ ਭੋਗੀ ਵਿਚਾਰਧਾਰਾ ਵਾਲਾ ਆ ਗਿਆ। ਰਾਜਾ ਜਿਵੇਂ ਦੇਖੋ ਨਾ, ਗੁਰੂਆਂ ਨੂੰ ਦਸਮ ਪਾਤਸ਼ਾਹ ਨੂੰ ਕਹਿੰਦੇ ਵੀ ਰਾਜਾ ਹੀ ਹੈ। ਰਾਜਾ ਲੱਗਣ ਲੱਗ ਗਿਆ ਸੀ, ਇਹ ਵੀ ਕਲਗੀ ਲਾਉਂਦਾ, ਇਹ ਵੀ ਲਾਉਂਦੇ ਨੇ, ਇਹ ਵੀ ਘੋੜਿਆਂ ਦੇ ਚੜ੍ਹਦੇ ਨੇ, ਐਂ ਕਰਦੇ ਨੇ। ਐ ਭਰਮ ਹੋ ਗਿਆ ਸੀ। ਕਹਾਣੀ ਆਪਣੀ ਉਹ ਦੱਸ ਰਹੇ ਨੇ, ਕਹਾਣੀ ਆਪਣੀ ਉਹ ਦੱਸ ਰਹੇ ਨੇ, ਗੱਲ ਉਹਦੀ ਵੀ ਕਰ ਰਹੇ ਨੇ। ਭ੍ਰਮਤ ਭੋਗ, ਭ੍ਰਮ ਹੋ ਗਿਆ ਕਿ ਜੋਗੀ ਨਹੀਂ ਰਿਹਾ, ਭੋਗੀ ਹੋ ਗਿਆ। 3 ਵਿਆਹ ਕਰਾਏ ਹੋਏ ਨੇ। ਸਮਝੇ? ਭੋਗੀ ਹੋ ਗਿਆ। ਹਾਂਜੀ, ਬਾ ਬਖਤ ਬੈਣ ਚਾ ਚਕਤ ਨੈਣ। ਬਾ ਬਖਤ ਨੈਣ। ਉਹ ਉਲਟ ਪਟਾਂਗ ਗੱਲਾਂ ਬੋਲਣ ਲੱਗੇ ਭਰਮ ਚ। ਜਿਵੇਂ ਦਸਮ ਪਾਤਸ਼ਾਹ ਨੂੰ ਕਹਿਣ ਲੱਗੇ ਤੇ ਤਾਂ ਚੰਨੀ ਦੀ ਭਗਤੀ ਕਰਨ ਲੱਗੇ, ਫਲਾਨਾ ਅਫਵਾਹਾਂ ਉਡਾਉਣ ਲੱਗੇ ਸੀ। ਹਾਂ, ਦੇਵੀ ਦੀ ਪੂਜਾ ਹੈ, ਫਲਾਨਾ ਟਿਮਕਾ। ਤਾਂ ਹੀ ਲਿਖਿਆ ਤਾਂ ਉਹਨਾਂ ਨੇ ਗੁਰੂ ਨਾਨਕ ਲਈ ਤੇ ਉਲਟ ਪਟਾਂਗ ਗੱਲਾਂ ਕਰਨ ਲੱਗ ਗਏ। ਸ਼ੰਕਾ ਚ ਪੈ ਗਏ ਵੀ ਭੋਗੀ ਹੋ ਗਿਆ, ਜੋਗੀ ਨਹੀਂ ਰਿਹਾ। ਚਾ ਚਕਤ ਨੈਣ। ਪਰ ਜਿਹੜੀ ਬੁੱਧੀ ਹੈ ਉਹ ਹੈਰਾਨ ਹੈ ਵੀ ਗੱਲਾਂ ਸਾਰੀਆਂ ਠੀਕ ਨੇ, ਫਿਰ ਵੀ ਗੱਲਾਂ ਉਦੋਂ ਵਧੀਆ ਕਰਦਾ ਹੈ। ਗੱਲਾਂ ਬਾਤਾਂ ਸਾਰੀ ਗੱਲ ਹੋਰ ਹੈ, ਦਿਖਾਵੇ ਚ ਹੋਰ ਹੈ। ਸਮਝ ਨਹੀਂ ਆਉਂਦੀ, ਉਹਨਾਂ ਦੀ ਸਮਝ ਤੋਂ ਬਾਹਰ ਹੋਈ ਹੋਈ ਚਕਤ ਹੈ। ਨੈਣ। ਬੁੱਧੀ ਦੀ ਸਮਝ ਤੋਂ ਬਾਹਰ ਹੈ ਗੱਲ। ਪ੍ਰੈਕਟੀਕਲੀ ਜੋਗੀ ਹੈ, ਦਿਖਣ ਨੂੰ ਭੋਗੀ ਹੈ, ਉਹ ਜੋਗੀ ਹੈ। ਅੰਦਰੋਂ ਜੋਗੀ ਹੈ, ਬਾਹਰੋਂ ਭੋਗੀ ਹੈ। ਦੀਨਾ ਭੋਗੀ ਹੈ ਜੋਗੀ। ਅਵਸਥਾ ਜੋਗੀ ਵਾਲੀ ਹੈ। ਸਰੀਰ ਕਰਕੇ ਭੋਗੀ ਹੈ। ਜੋਗ ਔਰ ਭੋਗ ਦਾ ਮਿਕਸਚਰ ਕਰਤਾ। ਤੋ ਤਜਤ ਅਤਰ ਛ ਛਕਤ ਛਤਰ। ਤਾਂ ਤਜ ਅਤਰ ਦੂਜਿਆਂ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਜਿਹੜੇ ਚਲਾਏ ਜਾਂਦੇ ਸੀ ਨਾ ਤਰਕ, ਤਰਕ ਅਤਰ, ਤਰਕ ਅਸਰ, ਤਰਕ। ਐਸੇ ਤਰਕ ਨਹੀਂ ਦਿੰਦਾ ਦੂਜੀਆਂ ਮਤਾਂ ਦੀ ਬੇਇੱਜ਼ਤੀ ਕਰਨ ਵਾਸਤੇ, ਨੀਚਾ ਦਿਖਾਉਣ ਵਾਸਤੇ। ਗੁਰਬਾਣੀ ਨੇ ਐਸੇ ਤਰਕ ਨਹੀਂ ਦਿੱਤੇ ਦੂਜੀਆਂ ਮਤਾਂ ਦੀ ਬੇਇੱਜ਼ਤੀ ਕਰਨ ਵਾਸਤੇ। ਕਿਤੇ ਕਿਤੇ ਪਾਂਡੇ ਨੂੰ ਜਿਹੜੇ ਉਹ ਚਤਰਾਈ ਕਰਦਾ ਸੀ, ਕਿਤੇ ਕਿਤੇ ਉਹਨੂੰ ਡਾਂਟਿਆ ਜ਼ਰੂਰ ਹੈ। ਕਿਤੇ ਕਿਤੇ ਇਹ ਕਹਿ ਕੇ ਪਾਂਡਾ ਬੜਾ ਖਰਾ ਸਿਆਣਾ, ਤੂੰ ਖਰਾ ਬੜਾ ਸਿਆਣਾ। ਸੰਸ਼ੋਧਨ ਕੀਤਾ, ਸਮਝਾਇਆ, ਉਹਨਾਂ ਦਾ ਰਾਹ, ਉਹਨਾਂ ਨੂੰ ਰਾਹ ਦੱਸਿਆ, ਭੁੱਲੇ ਨੂੰ ਮਾਰਗ ਪਾਇਆ। ਨਿੰਦਿਆ ਨਹੀਂ ਕੀਤੀ ਹੈ, ਨਿੰਦਿਆ ਨਹੀਂ ਕੀਤੀ ਹੈ, ਘਟੀਆ ਸਾਬਤ ਨਹੀਂ ਕੀਤਾ ਹੈ ਉਹਨਾਂ ਨੂੰ। ਘਟੀਆ ਸਾਬਤ ਕਰਕੇ ਛੱਡ ਗਿਆ। ਜਿੱਥੋਂ ਗਲਤੀ ਹੈ ਉਹਦੀ ਸੁਧਾਰ ਕਰਨ ਦੀ ਗੱਲ ਕੀਤੀ। ਗੁਰਬਾਣੀ ਵੀ ਇਹੀ ਕਰ ਰਹੀ ਹੈ। ਤਰਕ ਜਿਹੜੇ ਅੱਗੇ ਕਰਦਾ ਸੀ, ਤਰਕ ਅੱਗੇ ਜਿਹੜੀ ਗੱਲ ਕਰਦਾ ਸੀ, ਦੂਜੇ ਨੂੰ ਘਟੀਆ ਗੱਲ ਸਾਬਤ ਕਰਨ ਦੀ ਗੱਲ ਕਰਦਾ ਸੀ, ਉਹ ਛੱਡ ਦਿੱਤੀ। ਗਿਆਨ ਵਿਚਾਰ ਦੀ ਗੱਲ ਕਰ, ਸਾਰਿਆਂ ਨੂੰ ਰਾਹ ਪਾਉਣਾ। ਰਾਹ ਇੱਕੋ ਹੀ ਹੈ, ਰਾਹ ਇੱਕੋ ਹੀ ਹੈ। ਸਾਰੀਆਂ ਮਤਾਂ ਨੂੰ ਅੱਗੇ ਦਾ ਰਸਤਾ ਦੱਸਣਾ। ਜਿੱਥੇ ਅੜੇ ਨੇ ਉਦੋਂ ਅੱਗੇ ਦਾ ਰਸਤਾ ਦੱਸਣਾ। ਜਿਹੜੀ ਉਹਨਾਂ ਮਤਾਂ 'ਚ ਕਮੀ, ਜਿੱਥੇ ਗਲਤੀ ਕਰਕੇ ਉਹ ਦੱਸਣੀ ਹੈ, ਇੱਥੇ ਗਲਤੀ ਹੈ। ਭੇਖ ਹੀ ਰੱਖੋ, ਭੇਖ ਦੀ ਕੋਈ ਗੱਲ ਨਹੀਂ। ਇੱਥੋਂ ਤੁਸੀਂ ਜਿਹੜੀ ਨਹੀਂ ਸਮਝ ਆਈ ਗੱਲ ਨਾ, ਰਸਤਾ ਇੱਥੋਂ ਐ ਮੋੜ ਕੱਟ ਕੇ ਇਹਨੂੰ ਹੋ ਜਾ। ਛ ਛਕਤ ਛਤਰ। ਛਤਰੀ ਲੋਕ ਨੇ ਜਿਹੜੇ,
ਛਤਰਧਾਰੀ ਨੇ, ਗੁਰਮੁਖ ਨੇ, ਉਹ ਪ੍ਰਸੰਨ ਹੁੰਦੇ ਨੇ, ਛਕਦੇ ਨੇ, ਆਨੰਦ ਹੁੰਦੇ ਨੇ ਸੁਣ ਸੁਣ ਕੇ। ਉਹਨਾਂ ਦੇ ਕੰਮ ਦੀ ਗੱਲ ਹੈ ਨਹੀਂ ਸਾਰਿਆਂ ਦੇ ਵਿਰੋਧ ਦੀ ਗੱਲ ਹੈ। ਉਹ ਤਾਂ ਛਕੀ ਜਾਂਦੇ ਨੇ, ਪੂਰਾ ਰੱਜੀ ਜਾਂਦੇ ਨੇ। ਉਹਨਾਂ ਜਿੰਨੀ ਕਮੀ ਸੀ ਨਾ ਗਿਆਨ ਦੀ, ਉਹ ਤਾਂ ਆਪਣੀ ਪੂਰੀ ਕਰਦੇ ਨੇ। ਉਹ ਤਾਂ ਦੋ ਹੀ ਹੱਥੀ ਲੱਗੇ ਨੇ ਮੂੰਹ 'ਚ ਪਾਉਣ, ਉਹ ਤਾਂ ਦੋ ਹੀ ਹੱਥੀ ਮੂੰਹ 'ਚ ਪਾਉਣ ਲੱਗੇ ਨੇ। ਦੋਏ ਮਨ ਚਿੱਤ ਫਟਾਫਟ ਲੱਗੇ ਨੇ ਸਮਝਣ ਖਾਣ। ਪਉ ਪਰਤ ਪਾਣ, ਪਉ ਭਰਤ ਭਾਣ, ਭਰਤ ਪਾਣ, ਉਹਦਾ ਚੈਰ ਨਹੀਂ ਲੱਗ ਗਿਆ ਜਾ ਕੇ। ਉਹ ਕਹਿੰਦੇ ਵੀ ਠੀਕ ਪਉ ਹੈ। ਪਰਤ ਪਾਣ, ਉਹਦਾ ਚੈਰ ਨਹੀਂ ਲੱਗ ਗਿਆ ਵੀ ਮਹਾਰਾਜ ਠੀਕ ਆ, ਵੀ ਆਹੀ ਚੀਜ਼ ਚਾਹੀਦੀ ਸਾਨੂੰ, ਤਾਂ ਇਸੇ ਚੀਜ਼ ਦੀ ਭੁੱਖ ਸੀ। ਉਹ ਜਿਹੜੀ ਭੁੱਖ ਸੀ, ਛਕ ਤਾਂ ਹੁੰਦਾ, ਛਕ ਜਾਣਾ, ਰੱਜ ਜਾਣਾ। ਭੁੱਖ ਮਿਟਾ ਲਈ ਉਹਨਾਂ ਨੇ ਤਾਂ ਆਪਣੀ ਆਨੰਦ ਹੋ ਲਿਓ ਤਾਂ। ਪਉ ਪਰਤ ਪਾਣ, ਔਰ ਚੈਰ ਨਹੀਂ ਲੱਗੇ। ਪਉ ਭਰਤ ਭਾਣ, ਔਰ ਜਿਹੜਾ ਉਹਨਾਂ ਦਾ ਚੰਦਰ ਸੀ, ਚੰਦਰਮਾ ਸੀ, ਉਹ ਭਾਨ ਸੂਰਜ ਹੋ ਗਿਆ, ਭਰ ਗਿਆ ਪਉ ਰੋਸ਼ਨੀ। ਭਰਤ ਭਾਣ, ਜਿਵੇਂ ਸੂਰਜ ਰੋਸ਼ਨੀ ਭਰ ਦਿੰਦਾ ਅੰਦਰ, ਐ ਭਰਤੀ ਸੂਰਜ ਚਾੜਤਾ ਅੰਦਰ, ਅੰਦਰ ਸੂਰਜ ਚਾੜਤਾ। ਚੰਦਰ ਮੈਨੂੰ ਸੂਰਜ ਚ ਬਦਲਤਾ, ਸਸੀ ਘਰ ਸੂਰ ਬਸੇ। ਸੂਰਜ ਭਰਤਾ ਅੰਦਰ, ਚੰਦਰ में ਅਬਰਮ ਗਿਆਨ ਭਰਤਾ ਨਾ। ਪਹਿਲਾਂ ਚੰਦਰ में ਜਿੰਨਾ ਗਿਆਨ ਸੀ ਨਾ, ਗਿਆਨ ਉਹਨਾਂ ਨੂੰ ਵੀ ਸੀ ਉਹਨਾਂ ਹੀ। ਗਿਆਨ ਸਿਮਰਤ ਸ਼ਾਸਤਰਾਂ ਦਾ ਗੁਰੂ ਅਮਰਦਾਸ ਨੂੰ ਵੀ ਸੀ, ਤਾਂ ਹੀ ਕਿਸੇ ਨੂੰ ਗੁਰੂ ਨਹੀਂ ਸੀ ਬਣਾਉਂਦੇ। ਪਰ ਇੱਥੇ ਸੂਰਜ ਚੜ ਗਿਆ ਕਿ ਗੁਰਮੁਖ ਸੀਗੇ, ਉਹ ਦੂਏ ਦੇ ਨਹੀਂ ਚੜਿਆ, ਉਹ ਮਨਮੁਖ ਸੀ। ਉਹ ਟਕਰਾਉਂਦੇ ਸੀ, ਉਹਨਾਂ ਦੇ ਕੁੱਜੇ ਬਣ ਗਏ ਫਿਰ ਸਮੁੰਦਰਾਂ ਦੇ। ਇਹਨਾਂ ਦੇ ਸਮੁੰਦਰ ਦਾ ਸਾਗਰ ਬਣ ਗਿਆ। ਦੇਖੋ, ਇੱਕ ਸਮੁੰਦਰ ਹੈ, ਇੱਕ ਸਾਗਰ ਹੈ। ਸਾਗਰ ਬੜਾ ਹੈ, ਸਮੁੰਦਰ ਛੋਟਾ ਹੈ। ਸਮੁੰਦ ਬਾਉਂਡਰੀ ਹੁੰਦੀ ਹੈ, ਮੁੰਦਿਆ ਹੋਇਆ, ਮੁੰਦਿਆ ਹੋਇਆ ਨਾ, ਬਾਉਂਡਰੀ ਹੈ। ਸਾਗਰ ਦੀ ਬਾਉਂਡਰੀ ਨਹੀਂ ਹੁੰਦੀ, ਬਾਉਂਡਰੀ ਲੈਸ ਹੈ। ਸਮੁੰਦਰ ਦਾ ਗਿਆਨ ਤਿੰਨ ਲੋਕ ਦਾ ਗਿਆਨ ਹੈ। ਭਵ ਸਾਗਰ ਦਾ ਗਿਆਨ ਹੈ ਨਾ। ਭਵ ਸਾਗਰ ਸੁਖ ਸਾਗਰ ਮਾਹੇ ਹੈ। ਜਦ ਸੁਖ ਸਾਗਰ ਦਾ ਗਿਆਨ ਹੋਇਆ ਫਿਰ ਸਾਗਰ। ਜਿੱਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਉਗਲਣੇ ਨੇ ਤਾਂ। ਔਗਣ ਥੋੜੇ ਜਿਹੇ ਨੇ, ਜ਼ਿਆਦਾ ਨਹੀਂ ਹਨ। ਔਗਣਾ ਜੋਗੇ ਗੁਣ ਆ ਗਏ। ਕੜੇ 'ਚ ਪਾਣੀ ਥੋੜਾ ਜਿਹਾ ਸੀ, ਇੱਟਾਂ ਬੱਟੇ ਪਾਈ ਗਿਆ, ਛੋਟੇ ਛੋਟੇ ਲਿਆ ਕੇ ਪਾਣੀ ਉੱਤੇ ਆ ਗਿਆ। ਔਗਣ ਪਾਈ ਗਏ, ਗੁਣ ਪਾਈ ਗਏ, ਔਗਣ ਬਾਹਰ ਨਿਕਲ ਗਏ। ਹਾਂਜੀ।